हाँ जी, हाँ जी ਰੀਟ ਵਾਲਿਓ ਕਿੱਦਾਂ ਹੋ ਸਾਰੇ? ਠੀਕ ਹੋ ਜੀ? ਸਵਾਗਤ ਹੈ ਜੀ ਤੁਹਾਡਾ ਪੰਜਾਬੀ ਦੀ ਕਲਾਸ ਦੇ ਵਿੱਚ। ਤੇ ਅੱਜ ਵਾਲਾ ਜਿਹੜਾ ਦੇਖ ਲਓ ਜੀ, ਸਾਡਾ ਟੌਪਿਕ ਦੇਖ ਲਓ ਪਹਿਲਾਂ। ਤੇ ਭਾਸ਼ਾਈ ਕੌਸ਼ਲ ਹੈ। ਸਾਡੇ 4 ਭਾਸ਼ਾ ਦੇ ਕੌਸ਼ਲ ਹਨ ਜੀ: ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ। ਇਹਨਾਂ ਦਾ ਚਾਰਾਂ ਦਾ ਕ੍ਰਮ ਵੀ ਇਸੇ ਪ੍ਰਕਾਰ ਹੀ ਹੈ ਜੀ: ਸੁਣਨਾ, ਬੋਲਣਾ, ਪੜ੍ਹਨਾ ਅਤੇ ਅੰਤ ਦੇ ਵਿੱਚ ਲਿਖਣਾ ਹੈ ਜੀ। 4 ਕੌਸ਼ਲਾਂ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਦੇਖੀਏ ਦੋ ਕੁ ਇੰਪੋਰਟੈਂਟ ਗੱਲਾਂ ਆਪਾਂ ਕਰਨੀਆਂ ਜੀ, ਐਗਜ਼ਾਮ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਗੱਲਾਂ ਜਿਹੜੀਆਂ। ਦੇਖੋ ਜੀ, ਆਪਾਂ ਜਦੋਂ ਭਾਸ਼ਾ ਦੀ ਕਲਾਸ ਲਾਈ ਸੀ ਨਾ, ਜਦੋਂ ਤੁਹਾਨੂੰ ਚੇਤਾ ਹੋਵੇਗਾ, ਉਦੋਂ ਆਪਾਂ ਭਾਸ਼ਾ ਦੇ ਰੂਪਾਂ ਦੀ ਗੱਲ ਕੀਤੀ ਸੀ। ਭਾਸ਼ਾ ਨੂੰ ਆਪਾਂ 2 ਰੂਪਾਂ ਦੇ ਵਿੱਚ ਵਰਤਦੇ ਹਾਂ। ਭਾਸ਼ਾ ਦੀ ਵਰਤੋਂ ਆਪਾਂ 2 ਰੂਪ ਦੇ ਵਿੱਚ ਕਰਦੇ ਹਾਂ ਜੀ। ਭਾਸ਼ਾ ਦੇ 2 ਰੂਪ ਹਨ ਜੀ। ਇੱਕ ਤਾਂ ਹੈਗਾ ਭਾਸ਼ਾ ਦਾ ਮੌਖਿਕ ਰੂਪ। ਮੌਖਿਕ ਰੂਪ ਜਿਹਨੂੰ ਧੁਨੀਆਤਮਕ ਰੂਪ ਵੀ ਕਿਹਾ ਜਾਂਦਾ ਹੈ ਅਤੇ ਉਚਰਿਤ ਰੂਪ ਵੀ ਕਿਹਾ ਜਾਂਦਾ ਹੈ। ਮੌਖਿਕ ਰੂਪ ਹੈ ਜੀ ਇੱਕ ਭਾਸ਼ਾ ਦਾ। ਅਤੇ ਦੂਸਰਾ ਹੈਗਾ ਜੀ ਭਾਸ਼ਾ ਦਾ, ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਜੀ, ਲਿਖਤ ਰੂਪ ਹੈ ਜੀ ਦੂਸਰਾ। ਇੱਕ ਹੈਗਾ ਜੀ ਭਾਸ਼ਾ ਦਾ ਮੌਖਿਕ ਰੂਪ, ਇੱਕ ਹੈਗਾ ਜੀ ਭਾਸ਼ਾ ਦਾ ਲਿਖਿਤ ਰੂਪ। ਭਾਸ਼ਾ ਦਾ ਮੌਖਿਕ ਰੂਪ ਹੈ ਜਿਹੜਾ, ਉਸ ਦਾ ਜਨਮ ਸਭ ਤੋਂ ਪਹਿਲਾਂ ਹੁੰਦਾ ਹੈ। ਜਦੋਂ ਕੋਈ ਭਾਸ਼ਾ ਦੁਨੀਆ ਦੇ ਉੱਪਰ ਜਨਮ ਲੈਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਮੌਖਿਕ ਰੂਪ ਦੇ ਵਿੱਚ ਜਨਮ ਲੈਂਦੀ ਹੈ। ਉਸ ਮੌਖਿਕ ਰੂਪ ਤੋਂ ਉਹ ਭਾਸ਼ਾ ਦੇ ਉਸ ਮੌਖਿਕ ਰੂਪ ਦਾ ਹੌਲੀ ਹੌਲੀ ਵਿਕਾਸ ਹੁੰਦਾ ਜਾਂਦਾ ਹੈ। ਹੌਲੀ ਹੌਲੀ ਵਿਕਾਸ ਜਦੋਂ ਹੁੰਦਾ ਹੈ, ਫਿਰ ਭਾਸ਼ਾ ਦੀ ਲਿਪੀ, ਉਸ ਨੂੰ ਮਤਲਬ ਉਕੇਰਨ ਵਾਲੇ ਚਿੰਨ੍ਹ, ਉਹਨਾਂ ਨੂੰ ਪੈਦਾ ਕਰ ਲਿਆ ਜਾਂਦਾ ਹੈ। ਜਦੋਂ ਸਾਡੇ ਸਾਹਮਣੇ ਚਿੰਨ੍ਹ ਆ ਗਏ, ਉਦੋਂ ਆਪਾਂ ਭਾਸ਼ਾ ਨੂੰ ਲਿਖਤੀ ਰੂਪ ਦੇ ਦਿੰਦੇ ਹਾਂ। ਸੋ ਭਾਸ਼ਾ ਦਾ ਮਤਲਬ, ਭਾਸ਼ਾ ਦੇ ਰੂਪਾਂ ਦਾ ਮਤਲਬ ਕੀ ਹੈ? ਇੱਕ ਹੈਗਾ ਜੀ ਮੌਖਿਕ ਰੂਪ, ਇੱਕ ਹੈਗਾ ਜੀ ਲਿਖਤ ਰੂਪ, ਜਾਂ ਦੂਸਰਾ ਨਾਮ ਹੈ ਇਹਦਾ ਲਿਪੀਬੱਧ ਰੂਪ, ਜਿਹਨੂੰ ਕਹਿ ਦਿੰਦੇ ਹਾਂ। ਮੌਖਿਕ ਰੂਪ ਨੂੰ ਧੁਨੀਆਤਮਕ ਰੂਪ ਵੀ ਕਿਹਾ ਜਾਂਦਾ ਹੈ ਅਤੇ ਉਚਰਿਤ ਰੂਪ ਵੀ ਆਖਿਆ ਜਾਂਦਾ ਹੈ। ਜਦੋਂ ਆਪਾਂ ਭਾਸ਼ਾ ਦੇ ਮੌਖਿਕ ਰੂਪ ਨੂੰ ਵਰਤਦੇ ਹਾਂ ਨਾ ਜੀ, ਜਦੋਂ ਆਪਾਂ ਭਾਸ਼ਾ ਦੇ ਬੋਲਚਾਲੀ ਰੂਪ ਨੂੰ ਵਰਤਦੇ ਹਾਂ, ਉਦੋਂ ਆਪਾਂ 2 ਤਰੀਕੇ ਨਾਲ, ਦੇਖੋ ਜੀ, ਭਾਸ਼ਾ ਦੇ ਮੌਖਿਕ ਰੂਪ ਦੇ ਵਿੱਚ 2 ਕਿਰਿਆਵਾਂ ਹੁੰਦੀਆਂ ਨੇ। 2 ਕਿਰਿਆਵਾਂ ਕਿਹੜੀਆਂ ਕਿਹੜੀਆਂ? ਇੱਕ ਹੁੰਦੀ ਹੈ ਜੀ ਸੁਣਨਾ ਅਤੇ ਇੱਕ ਹੁੰਦਾ ਹੈ ਜੀ ਬੋਲਣਾ। ਇੱਕ ਹੁੰਦਾ ਸਾਡਾ ਕਿਹੜਾ? ਬੋਲਣਾ। ਇਹ ਦੇਖੋ ਜੀ, ਦੋਨੋਂ ਸੁਣਨਾ ਅਤੇ ਬੋਲਣਾ, ਇਹ ਦੋਨੋਂ ਕਿਰਿਆਵਾਂ ਭਾਸ਼ਾ ਦੇ ਮੌਖਿਕ ਰੂਪ ਨਾਲ ਸੰਬੰਧਿਤ ਹਨ। ਉਸ ਤੋਂ ਬਾਅਦ ਲਿਖਤ ਰੂਪ ਦੇ ਨਾਲ ਵੀ 2 ਕਿਰਿਆਵਾਂ ਸੰਬੰਧਿਤ ਹਨ। ਉਹ ਕਿਹੜੀਆਂ ਕਿਹੜੀਆਂ? ਇੱਕ ਤਾਂ ਹੈਗਾ ਜੀ ਪੜ੍ਹਨਾ ਅਤੇ ਇੱਕ ਹੈਗਾ ਜੀ ਲਿਖਣਾ। ਇੱਕ ਪੜ੍ਹਨਾ ਅਤੇ ਇੱਕ ਲਿਖਣਾ। ਦੇਖੋ ਜੀ, ਭਾਸ਼ਾ ਦੇ ਮੌਖਿਕ ਰੂਪ ਦਾ ਵਿਕਾਸ ਤਾਂ ਬੱਚੇ ਦਾ ਘਰ ਦੇ ਵਿੱਚ ਹੀ ਹੋ ਜਾਂਦਾ ਹੈ ਨਾ। ਜਦੋਂ ਬੱਚਾ ਆਪਣੀ ਮਾਂ ਬੋਲੀ ਨੂੰ ਸਿੱਖਦਾ ਹੈ, ਆਪਣੀ ਮਾਂ ਕੋਲੋਂ, ਆਪਣੇ ਪਿਤਾ ਕੋਲੋਂ, ਆਪਣੇ ਆਸ-ਪਾਸ ਦਾ ਜਿਹੜਾ ਵਾਤਾਵਰਣ ਹੈ, ਉਸ ਤੋਂ ਜਦੋਂ ਮਾਂ ਅਤੇ ਵਾਤਾਵਰਣ ਤੋਂ ਜਿਹੜੀ ਭਾਸ਼ਾ ਸਿੱਖਦਾ ਹੈ, ਉਦੋਂ ਬੱਚਾ ਭਾਸ਼ਾ ਦੇ ਮੌਖਿਕ ਰੂਪ ਨੂੰ ਸਿੱਖ ਰਿਹਾ ਹੁੰਦਾ ਹੈ। ਭਾਸ਼ਾ ਦੇ ਮੌਖਿਕ ਰੂਪ ਨੂੰ ਜਦੋਂ ਬੱਚਾ ਸਿੱਖਦਾ ਹੈ, ਉਹਦੇ ਵਿੱਚ 2 ਕਿਰਿਆਵਾਂ ਉਹ ਕਰਦਾ ਹੈ। ਇੱਕ ਤਾਂ ਸੁਣ ਕੇ ਵਿਚਾਰਾਂ ਨੂੰ ਸਮਝਦਾ ਹੈ ਅਤੇ ਉਸ ਤੋਂ ਬਾਅਦ ਬੋਲ ਕੇ ਪ੍ਰਗਟ ਕਰਦਾ ਹੈ। ਸੋ ਇਹਦੇ ਵਿੱਚ ਬੋਲਣ ਦੇ ਨਾਲ ਨਾਲ ਉਸ ਦਾ ਉਚਾਰਨ ਵੀ ਨਾਲ ਰਹਿੰਦਾ ਹੈ। ਇਹ ਵੀ ਜ਼ਰੂਰੀ ਹੈ ਨਾ, ਕਿਉਂਕਿ ਬੋਲਣਾ ਅਤੇ ਨਾਲ ਉਚਾਰਨ ਦੇ ਨਾਲ ਬੋਲਣਾ, ਦੋਨੋਂ ਗੱਲਾਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ। ਜਦੋਂ ਆਪਾਂ ਬੋਲਣ ਕੌਸ਼ਲ ਦੀ ਗੱਲ ਕਰਾਂਗੇ, ਉਦੋਂ ਆਪਾਂ ਇਸ ਗੱਲ ਨੂੰ ਕਲੀਅਰ ਕਰਾਂਗੇ। ਹੁਣ ਭਾਸ਼ਾ ਦੇ 2 ਰੂਪ ਹੈ ਜੀ, ਮੌਖਿਕ ਅਤੇ ਲਿਖਤ। ਦੇਖੋ ਜੀ, ਮੌਖਿਕ ਰੂਪ ਦਾ ਵਿਕਾਸ ਤਾਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਗੈਰ ਰਸਮੀ ਸਿੱਖਿਆ, ਉਹਦੇ ਵਿੱਚ ਘਰ ਦੇ ਵਿੱਚ ਹੀ ਬੱਚੇ ਦਾ ਆਹ ਸੁਣਨਾ ਅਤੇ ਬੋਲਣਾ ਦੋਨੋਂ ਜਿਹੜੇ ਹਨ, ਇਹ ਦੇਖੋ ਜੀ 4 ਕੌਸ਼ਲ ਸਾਡੇ ਸਾਹਮਣੇ। ਭਾਸ਼ਾ ਦੇ ਕੌਸ਼ਲ ਕਿੰਨੇ ਨੇ ਜੀ? 4। ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ। ਇਹ 4 ਕੌਸ਼ਲ ਸਾਡੇ ਸਾਹਮਣੇ ਆ ਗਏ ਆ ਜੀ, ਨਿਕਲ ਕੇ ਦੇਖੋ। ਸੁਣਨਾ ਅਤੇ ਬੋਲਣਾ ਦੋਨੋਂ ਕੌਸ਼ਲਾਂ ਦਾ ਵਿਕਾਸ ਬੱਚੇ ਦਾ ਮੌਖਿਕ ਰੂਪ ਦੇ ਵਿੱਚ ਘਰ ਵਿੱਚ ਹੋ ਗਿਆ ਹੁੰਦਾ ਹੈ। ਬਸ ਉਹਨੂੰ ਕੀ ਆ? ਉਹਨੂੰ ਵਿਕਸਿਤ ਕਰਨਾ ਹੁੰਦਾ ਹੈ। ਉਹਨੂੰ ਥੋੜ੍ਹਾ ਜਿਹਾ ਇੱਕ ਮਤਲਬ ਕੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਸ ਨੂੰ ਮਿਆਰੀ ਰੂਪ ਦੇਣਾ ਹੈ ਨਾ, ਉਹ ਜ਼ਰੂਰੀ ਹੈ ਨਾ। ਸੁਣਨਾ ਅਤੇ ਬੋਲਣਾ ਕਿਰਿਆਵਾਂ ਨੂੰ ਮਿਆਰੀ ਰੂਪ ਦੇਣਾ, ਉਸ ਨੂੰ ਸ਼ੁੱਧ ਰੂਪ ਦੇ ਵਿੱਚ ਬੱਚੇ ਨੂੰ ਗ੍ਰਹਿਣ ਕਰਵਾ ਦੇਣਾ। ਉਹਦੇ ਵਾਸਤੇ ਕੀ ਹੈ? ਬੱਚਾ ਜਦੋਂ ਰਸਮੀ ਸਿੱਖਿਆ ਸਕੂਲ ਦੇ ਵਿੱਚ ਸਿੱਖਦਾ ਹੈ, ਉਦੋਂ ਬੱਚਾ ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ, ਇਹਨਾਂ 4 ਕਿਰਿਆਵਾਂ ਨੂੰ ਸ਼ੁੱਧ ਰੂਪ ਦੇ ਵਿੱਚ, ਇਹਨਾਂ 4 ਕਿਰਿਆਵਾਂ ਦੀ ਸਿਖਲਾਈ ਪ੍ਰਾਪਤ ਕਰਦਾ ਹੈ। ਹੁਣ ਦੇਖੋ ਜੀ, ਜਦੋਂ ਬੱਚੇ ਨੇ, ਅੱਛਾ ਹੁਣ ਇੱਥੇ ਗੱਲ ਇੱਕ ਹੋ ਗਈ ਕਲੀਅਰ ਕਿ ਜੋ ਬੱਚੇ ਦਾ ਮੌਖਿਕ ਵਿਕਾਸ ਹੈ, ਉਹ ਸੁਣਨਾ ਅਤੇ ਬੋਲਣਾ, ਉਹ ਦੋਨੋਂ ਗੈਰ ਜਿਹੜੀ ਹੁੰਦੀ ਹੈ ਰਸਮੀ ਸਿੱਖਿਆ, ਉਹਦੇ ਵਿੱਚ ਬੱਚੇ ਦਾ ਇਹਨਾਂ ਦੋਵਾਂ ਦਾ ਵਿਕਾਸ ਹੋ ਜਾਂਦਾ ਹੈ।
ਘਰ ਦੇ ਵਿੱਚ ਬੱਚਾ ਜਦੋਂ ਆਪਣੀ ਮਾਂ ਬੋਲੀ ਨੂੰ, ਆਪਣੀ ਮਾਤ ਭਾਸ਼ਾ ਨੂੰ ਸਿੱਖਦਾ ਹੈ, ਉਦੋਂ ਸੁਣਨਾ ਅਤੇ ਬੋਲਣਾ ਦੋਨਾਂ ਕਿਰਿਆਵਾਂ ਦੇ ਨਾਲ ਸਿੱਖਦਾ ਹੈ। ਠੀਕ ਹੈ ਜੀ। ਇੱਥੇ ਜਦੋਂ ਬੱਚੇ ਦੀਆਂ ਦੋ ਕਿਰਿਆਵਾਂ ਦਾ ਵਿਕਾਸ ਹੋ ਗਿਆ, ਉਦੋਂ ਸਮਝ ਲਓ ਬੱਚਾ ਸਕੂਲ ਜਾਣ ਦੇ ਲਾਇਕ ਹੈ ਜੀ। ਹੁਣ ਬੱਚੇ ਨੂੰ ਆਪਾਂ ਰਸਮੀ ਸਿੱਖਿਆ ਦੇ ਸਕਦੇ ਹਾਂ। ਸੋ ਪਰ ਜਿਹੜੀ ਲਿਖਤ ਸਿੱਖਿਆ ਉਹ ਬੱਚੇ ਨੂੰ ਸਕੂਲ ਦੇ ਵਿੱਚ ਰਸਮੀ ਤੌਰ 'ਤੇ ਸਿਖਾਈ ਜਾਂਦੀ ਹੈ। ਪੜ੍ਹਨਾ ਅਤੇ ਲਿਖਣਾ ਇਹ ਬੱਚਾ ਘਰ ਦੇ ਵਿੱਚ ਨਹੀਂ ਸਿੱਖਦਾ, ਅਮੂਮਨ ਘਰ ਦੇ ਵਿੱਚ ਨਹੀਂ ਸਿੱਖਦਾ, ਸਕੂਲ ਦੇ ਵਿੱਚ ਸਿੱਖਦਾ ਹੈ। ਇਹ ਗੱਲ ਅਸੀਂ ਥੋੜ੍ਹੀ ਜਿਹੀ ਧਿਆਨ ਦੇ ਵਿੱਚ ਰੱਖਣੀ ਹੈ ਜੀ। ਭਾਸ਼ਾ ਦੇ 2 ਰੂਪਾਂ ਤੋਂ ਅੱਗੇ ਭਾਸ਼ਾ ਦੇ 4 ਕੌਸ਼ਲਾਂ ਦਾ ਵਿਕਾਸ ਹੁੰਦਾ ਹੈ। ਹੁਣ ਜੀ ਆਪਾਂ ਇੱਕ ਹੋਰ ਗੱਲ ਕਰੀਏ, ਵਿਚਾਰ ਵਟਾਂਦਰਾ। ਇਹ ਵੈਸੇ ਹੀ ਤੁਹਾਡੇ ਕੰਮ ਦੀਆਂ ਗੱਲਾਂ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਮੈਂ ਸੋਚਿਆ ਚਲੋ ਦੱਸ ਦਈਏ ਤੁਹਾਨੂੰ। ਵਿਚਾਰ ਵਟਾਂਦਰਾ, ਜਿਹਨੂੰ ਤੁਸੀਂ ਕਹਿ ਦਿੰਦੇ ਆ ਵਿਚਾਰਾਂ ਦਾ ਆਦਾਨ ਪ੍ਰਦਾਨ, ਸੰਪਰੇਖਣ, ਕਮਿਊਨੀਕੇਸ਼ਨ, ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਹੈਗਾ ਜੀ, ਉਹਦਾ ਨਾਮ ਹੈ ਜੀ ਵਿਚਾਰ ਵਟਾਂਦਰਾ। ਦੇਖੋ ਜੀ, ਵਿਚਾਰ ਵਟਾਂਦਰਾ ਹੈ ਜਿਹੜਾ ਉਹ 2 ਤਰੀਕੇ ਨਾਲ ਹੁੰਦਾ ਹੈ। ਵਿਚਾਰ ਵਟਾਂਦਰਾ 2 ਵੇ ਹੈ, ਇੱਕ ਰਸਤਾ ਨਹੀਂ ਹੈ ਵਿਚਾਰ ਵਟਾਂਦਰੇ ਲਈ। ਵਿਚਾਰ ਵਟਾਂਦਰੇ ਲਈ 2 ਰਸਤੇ ਹਨ। ਇੱਕ ਤਾਂ ਹੈਗਾ ਜੀ ਗ੍ਰਹਿਣ ਕਰਨਾ। ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਉਦੋਂ ਅਗਲੇ ਦੇ, ਦੂਸਰੇ ਦੇ ਵਿਚਾਰਾਂ ਨੂੰ ਗ੍ਰਹਿਣ ਕਰਨਾ। ਦੂਸਰੀ ਗੱਲ, ਵਿਚਾਰਾਂ ਨੂੰ ਗ੍ਰਹਿਣ ਕਰਕੇ ਆਪਣੀ ਪ੍ਰਤੀਕਿਰਿਆ ਦੇਣੀ। ਉਹਦੇ ਵਾਸਤੇ ਕੀ ਹੁੰਦਾ ਜੀ, ਪ੍ਰਗਟ ਕਰਨਾ। ਇਹ ਹੈ ਜੀ। ਦੇਖੋ, ਵਿਚਾਰ ਵਟਾਂਦਰੇ ਦੇ ਵਿੱਚ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਹਨ। ਜੇਕਰ ਵਿਚਾਰਾਂ ਨੂੰ ਗ੍ਰਹਿਣ ਕਰਨਾ ਹੈ ਤਾਂ ਵਿਚਾਰਾਂ ਨੂੰ ਪ੍ਰਗਟ ਵੀ ਕਰਨਾ ਹੈ ਨਾਲ ਨਾਲ, ਦੋਨੋਂ ਰੂਪਾਂ ਦੇ ਵਿੱਚ। ਜਦੋਂ 2 ਬੰਦੇ ਮੰਨ ਲਓ ਗੱਲਬਾਤ ਕਰ ਰਹੇ ਆ, ਜਦੋਂ ਇੱਕ ਜਣਾ ਵਿਚਾਰਾਂ ਨੂੰ ਗ੍ਰਹਿਣ ਕਰ ਰਿਹਾ ਹੁੰਦਾ ਤਾਂ ਦੂਸਰਾ ਬੋਲ ਰਿਹਾ ਹੁੰਦਾ ਹੈ, ਦੂਸਰਾ ਵਿਚਾਰਾਂ ਨੂੰ ਪ੍ਰਗਟ ਕਰ ਰਿਹਾ ਹੁੰਦਾ। ਇਸ ਕਰਕੇ ਵਿਚਾਰ ਵਟਾਂਦਰਾ ਇੱਕ 2 ਵੇ ਕਿਰਿਆ ਹੈ। ਗ੍ਰਹਿਣ ਕਰਨ ਦੇ ਵਿੱਚ ਕੀ ਹੈ, ਦੇਖੋ ਜੀ, ਗ੍ਰਹਿਣ ਆਪਾਂ ਵਿਚਾਰਾਂ ਨੂੰ, ਕਿਸੇ ਦੇ ਵਿਚਾਰਾਂ ਨੂੰ, ਭਾਵਾਂ ਨੂੰ 2 ਤਰੀਕੇ ਨਾਲ ਗ੍ਰਹਿਣ ਕਰ ਸਕਦੇ ਹਾਂ ਮਿੱਤਰੋ। 2 ਤਰੀਕੇ ਨਾਲ। ਕਿਹੜੇ ਤਰੀਕੇ ਨਾਲ? ਇੱਕ ਤਾਂ ਆਪਾਂ ਕਿਸੇ ਦੇ ਵਿਚਾਰਾਂ ਨੂੰ ਸੁਣ ਕੇ ਗ੍ਰਹਿਣ ਕਰ ਸਕਦੇ ਹਾਂ। ਠੀਕ ਹੈ ਸਰ ਜੀ। ਦੂਸਰਾ, ਕਿਸੇ ਦੇ ਵਿਚਾਰਾਂ ਨੂੰ ਪੜ੍ਹ ਕੇ ਗ੍ਰਹਿਣ ਕਰ ਸਕਦੇ ਹਾਂ। ਪੜ੍ਹ ਕੇ। ਸੁਣ ਕੇ ਮਤਲਬ ਕੀ ਹੈ, ਜਦੋਂ ਕਿਸੇ ਨਾਲ ਆਪਾਂ ਆਮਣੇ ਸਾਹਮਣੇ ਫੇਸ ਟੂ ਫੇਸ ਜਦੋਂ ਗੱਲ ਕਰਦੇ ਹਾਂ ਉਦੋਂ ਆਪਾਂ ਦੂਸਰੇ ਦੇ ਵਿਚਾਰਾਂ ਨੂੰ ਗ੍ਰਹਿਣ ਕਰਦੇ ਹਾਂ ਸੁਣ ਕੇ, ਹੈ ਨਾ। ਜਾਂ ਦੂਸਰੇ ਸ਼ਬਦਾਂ ਦੇ ਵਿੱਚ ਆਪਾਂ ਇਲੈਕਟ੍ਰੋਨਿਕ ਗੈਜਟਸ ਦੇ ਥਰੂ ਆਪਾਂ ਜਦੋਂ ਕਿਸੇ ਨਾਲ ਗੱਲ ਕਰਦੇ ਹਾਂ, ਟੈਲੀਫੋਨ ਵਗੈਰਾ, ਸੈੱਲਫੋਨ ਵਗੈਰਾ ਨਾਲ, ਉਦੋਂ ਵੀ ਆਪਾਂ ਕਿਸੇ ਦੇ ਵਿਚਾਰਾਂ ਨੂੰ ਸੁਣ ਕੇ ਗ੍ਰਹਿਣ ਕਰ ਸਕਦੇ ਹਾਂ। ਜਦੋਂ ਆਪਾਂ ਮੰਨ ਲਓ ਇੱਕ ਕਿਤਾਬ ਜਦੋਂ ਆਪਾਂ ਪੜ੍ਹਦੇ ਹਾਂ ਉਦੋਂ ਆਪਾਂ ਕਿਸੇ ਦੂਸਰੇ ਵਿਦਵਾਨ ਦੇ ਵਿਚਾਰਾਂ ਨੂੰ ਆਪਾਂ ਪੜ੍ਹ ਕੇ ਲਿਖਤ ਰੂਪ ਦੇ ਵਿੱਚ ਗ੍ਰਹਿਣ ਕਰ ਰਹੇ ਹੁੰਦੇ ਹਾਂ। ਦੋਨਾਂ ਤਰੀਕੇ ਹੀ ਗ੍ਰਹਿਣ ਕਰਨ ਦੇ, ਜਿਹੜੀ ਵਿਚਾਰਾਂ ਨੂੰ ਗ੍ਰਹਿਣ ਕਰਨ ਦੇ ਦੋਨੋਂ ਤਰੀਕੇ ਨੇ। ਇੱਕ ਸੁਣ ਕੇ ਵੀ ਗ੍ਰਹਿਣ ਕੀਤਾ ਜਾ ਸਕਦਾ ਹੈ ਅਤੇ ਇੱਕ ਪੜ੍ਹ ਕੇ ਵੀ, ਹੈ ਨਾ। ਕਿਉਂਕਿ ਦੇਖੋ ਜੀ, ਜਿਵੇਂ ਮਤਲਬ ਲਿਖਤ ਰਚਨਾ ਜਿੰਨੀਆਂ ਵੀ ਹਨ, ਜਿਵੇਂ ਮੰਨ ਲਓ ਲੇਖ ਰਚਨਾ ਹੋ ਗਈ, ਤੁਹਾਡੀ ਪੱਤਰ ਰਚਨਾ ਹੋ ਗਈ, ਕੋਈ ਨਿਬੰਧ ਲਿਖਿਆ ਹੋਇਆ ਜੀ, ਕੋਈ ਕਹਾਣੀ ਹੈ ਜੀ, ਕੋਈ ਨਾਵਲ ਹੈ ਜੀ, ਕੋਈ ਨਾਟਕ ਹੈ, ਇਹਨਾਂ ਵਿਚਾਰਾਂ ਨੂੰ ਆਪਾਂ ਪੜ੍ਹ ਕੇ ਹੀ ਗ੍ਰਹਿਣ ਕਰਦੇ ਹਾਂ। ਖਾਸ ਕਰਕੇ ਜਦੋਂ ਆਪਾਂ ਗੱਲ ਕਰੀਏ ਜੀ ਖੱਤ ਲਿਖਣ ਦੀ, ਤਾਂ ਖੱਤ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਆਪਾਂ ਪੜ੍ਹ ਕੇ ਗ੍ਰਹਿਣ ਕਰਦੇ ਹਾਂ। ਹਮਨੇ ਸਨਮ ਕੋ ਖਤ ਲਿਖਾ, ਖਤ ਮੇਂ ਲਿਖਾ, ऐ दिलरुबा दिल की गली शहर वफा, पीपल का ये पत्ता नहीं, कागज़ का ये टुकड़ा नहीं, इस दिल का ये अरमान है, इसमें हमारी जान है, ऐसा गजब हो जाए ना, रास्ते में ये खो जाए ना, हमने बड़ी ताकीद की, डाला इसे जब डाक में, ये डाक बाबू से कहा, हमने सनम को खत लिखा, खत में लिखा, ऐ दिलरुबा दिल की गली शहर वफा। ये ग्रहण करने के तरीके है जी, पढ़ के किसी के खातां नूं पढ़ के भी मतलब कि उसके विचारां नूं ग्रहण करना, कहण दा मतलब इस गल नूं इत्थे त्याग दिओ जी। हुण देखो जी, अपने विचारां नूं प्रगट भी करना है, ग्रहण भी करना है विचारां नूं ते प्रगट भी करना है। प्रगट करन दे 2 तरीके हैं जी। एक तो हैगा जी आपां बोल के प्रगट करते हैं जी अपने विचारां नूं, दूसरा लिख के अपने विचारां नूं प्रगट कर सकते हाँ। ठीक है जी। ये है जी देखो विचार वटांदरा ਜਾਂ ਕਮਿਊਨੀਕੇਸ਼ਨ, ਵਿਚਾਰਾਂ ਦਾ ਆਦਾਨ ਪ੍ਰਦਾਨ,
ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸੰਪ੍ਰੇਖਣ ਵੀ ਕਹਿ ਦਿੰਦੇ ਹਾਂ ਜਿਹਨੂੰ। ਇਹ ਟੂ ਵੇ ਹੈ ਜੀ, ਇੱਕ ਕਿਰਿਆ, ਮਤਲਬ ਦੋ ਰਸਤੇ ਹਨ ਇਸ ਨੂੰ ਕਰਨ ਦੇ, ਗ੍ਰਹਿਣ ਕਰਨਾ ਅਤੇ ਪ੍ਰਗਟ ਕਰਨਾ। ਗ੍ਰਹਿਣ ਕਰਨਾ ਦੇ ਵਿੱਚ ਸੁਣ ਕੇ ਅਤੇ ਪੜ੍ਹ ਕੇ ਆਪਾਂ ਦੂਸਰੇ ਦੇ ਵਿਚਾਰਾਂ ਨੂੰ ਗ੍ਰਹਿਣ ਕਰਦੇ ਹਾਂ, ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਤਰੀਕਾ ਹੈਗਾ ਜੀ ਬੋਲ ਕੇ ਅਤੇ ਲਿਖ ਕੇ। ਇਹਨਾਂ ਦੇ ਵਿੱਚ ਵੀ ਦੇਖੋ ਜੀ, ਜਦੋਂ ਆਪਾਂ ਵਿਚਾਰ ਵਟਾਂਦਰਾ ਕਰਨਾ ਹੈ, ਜਦੋਂ ਆਪਾਂ ਕਮਿਊਨੀਕੇਸ਼ਨ ਕਰਨਾ ਹੈ, ਉਦੋਂ ਬੱਚੇ ਦੇ 4 ਕੌਸ਼ਲਾਂ ਦਾ ਵਿਕਾਸ ਹੁੰਦਾ ਹੈ। ਜਦੋਂ ਬੱਚਾ, ਕਿਉਂ ਕਿਹਾ ਜਾਂਦਾ ਹੈ ਕਿ ਬੱਚੇ ਨੂੰ ਕਲਾਸ ਦੇ ਵਿੱਚ ਸੰਪ੍ਰੇਖਣ ਦੇ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ। ਸੰਪ੍ਰੇਖਣ ਦਾ ਮਤਲਬ ਹੁੰਦਾ ਹੈ ਕਿ ਆਪਣੇ ਵਿਚਾਰ ਪ੍ਰਗਟ ਕਰਨ ਦੇ ਅਤੇ ਦੂਸਰੇ ਦੇ ਵਿਚਾਰਾਂ ਨੂੰ ਸੁਣਨ ਦੇ। ਉਦੋਂ ਬੱਚੇ ਦੇ 4 ਕੌਸ਼ਲਾਂ ਦਾ ਵਿਕਾਸ ਹੁੰਦਾ ਹੈ। ਇਸੇ ਕਰਕੇ ਹੀ ਬੱਚੇ ਨੂੰ ਇਹ ਕਿਹਾ ਜਾਂਦਾ ਹੈ ਕਿ ਕਲਾਸ ਦੇ ਵਿੱਚ ਵੱਧ ਤੋਂ ਵੱਧ ਸਵੈ ਪ੍ਰਗਟਾ ਦੇ ਮੌਕੇ ਦਿੱਤੇ ਜਾਣ। ਜਦੋਂ ਬੱਚਾ ਸਵੈ ਪ੍ਰਗਟਾ ਕਰੇਗਾ, ਨਾਲ ਨਾਲ ਵਿਚਾਰਾਂ ਨੂੰ ਗ੍ਰਹਿਣ ਵੀ ਕਰੇਗਾ। ਹੁਣ ਕਰਦੇ ਹਾਂ ਜੀ ਆਪਾਂ ਭਾਸ਼ਾ ਦੇ 4 ਕੌਸ਼ਲ ਸਾਡੇ ਸਾਹਮਣੇ ਆ ਗਏ ਜੀ। ਹੁਣ ਆਪਾਂ ਇਹਨਾਂ ਦੀ ਇੱਕ ਇੱਕ ਕਰਕੇ ਆਪਾਂ ਦੇਖਦੇ ਹਾਂ ਇਹਨਾਂ ਨੂੰ ਵੀ, ਇਹਨਾਂ ਦੀਆਂ ਵਿਧੀਆਂ ਕਿਹੜੀਆਂ ਨੇ ਅਤੇ ਆਪਾਂ ਇਹਨਾਂ ਕੌਸ਼ਲਾਂ ਦਾ ਵਿਕਾਸ ਕਿਵੇਂ ਕਰ ਸਕਦੇ ਹਾਂ। 4 ਭਾਸ਼ਾ ਦੇ ਕੌਸ਼ਲ ਕਿਹੜੇ ਕਿਹੜੇ ਨੇ ਜੀ, ਆਪਾਂ ਇਹਨਾਂ 'ਤੇ ਥੋੜ੍ਹੀ ਜਿਹੀ ਵਿਚਾਰ ਕਰ ਲਈਏ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਸਾਡੇ ਸੁਣਨ ਕੌਸ਼ਲ ਦੀ। ਸੁਣਨ ਕੌਸ਼ਲ, ਸੁਣਨ ਕੌਸ਼ਲ ਦਾ ਸੰਬੰਧ ਹੈਗਾ ਜੀ ਸਾਡੇ ਕੰਨਾਂ ਦੇ ਨਾਲ। ਸਾਡੇ ਜੋ ਕੰਨ ਯੰਤਰ ਹਨ ਉਹਨਾਂ ਦੇ ਨਾਲ ਹੈ ਜੀ ਸੁਣਨ ਕੌਸ਼ਲ ਦਾ ਸੰਬੰਧ। ਅਤੇ ਸੁਣਨ ਕੌਸ਼ਲ ਦੀ ਤੁਸੀਂ ਸਭ ਤੋਂ ਵੱਡੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਕਿਸੇ ਦੇ ਵਿਚਾਰਾਂ ਜਾਂ ਭਾਵਾਂ ਨੂੰ ਸੁਣ ਕੇ ਸਮਝਣਾ। ਸੁਣਨ ਕੌਸ਼ਲ ਦਾ ਜੇਕਰ ਤੁਸੀਂ ਕਹੋ ਵੀ ਸ਼ਾਬਦਿਕ ਅਰਥ ਕੀ ਬਣਦਾ ਹੈ, ਸੁਣਨ ਕੌਸ਼ਲ ਦਾ ਸ਼ਾਬਦਿਕ ਅਰਥ ਸੁਣ ਲਵੋ ਜੀ ਧਿਆਨ ਨਾਲ, ਕਿਸੇ ਦੇ ਵਿਚਾਰਾਂ ਜਾਂ ਭਾਵਾਂ ਨੂੰ ਕੰਨਾਂ ਨਾਲ ਸੁਣ ਕੇ ਸਮਝਣਾ। ਇਹ ਹੈ ਜੀ ਸੁਣਨ ਕੌਸ਼ਲ ਦਾ ਮਤਲਬ, ਕਿ ਕਿਸੇ ਦੇ ਵਿਚਾਰਾਂ ਜਾਂ ਦੂਸਰੇ ਸ਼ਬਦਾਂ ਵਿੱਚ ਆਪਾਂ ਕਹਿ ਦਿੰਦੇ ਹਾਂ ਭਾਵਾਂ ਨੂੰ ਕੰਨਾਂ ਨਾਲ ਸੁਣ ਕੇ ਸਮਝਣਾ। ਗ੍ਰਹਿਣ ਕਰਨ ਤੋਂ ਭਾਵ ਸਮਝਣਾ, ਸੁਣ ਕੇ ਸਮਝਣਾ। ਕਿਉਂਕਿ ਗ੍ਰਹਿਣ ਤਾਂ ਹੀ ਹੋਵੇਗਾ, ਸੁਣਿਆ ਹੋਇਆ ਉਸ ਨੂੰ ਪ੍ਰਾਪਤ ਫੇਰ ਹੀ ਕਰ ਸਕਦਾ ਬੱਚਾ ਜੇਕਰ ਸੁਣੀ ਹੋਈ ਗੱਲ ਨੂੰ ਸਮਝੇਗਾ। ਸੋ ਇਹਦੇ ਵਿੱਚ ਸੁਣਨ ਕੌਸ਼ਲ ਦੇ ਵਿੱਚ ਤੁਸੀਂ ਸਭ ਤੋਂ ਇੰਪੋਰਟੈਂਟ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਬੱਚਾ ਕੰਨਾਂ ਦੇ ਨਾਲ ਸਿਰਫ ਸੁਣਦਾ ਹੀ ਨਹੀਂ ਹੈ, ਨਾਲ ਨਾਲ ਵਿਚਾਰਾਂ ਜਾਂ ਭਾਵਾਂ ਨੂੰ ਸਮਝਦਾ ਵੀ ਹੈ। ਸੁਣ ਕੇ ਸਮਝਣਾ ਜਾਂ ਸੁਣਨਾ ਅਤੇ ਸਮਝਣਾ। ਦੇਖੋ ਜੀ ਪ੍ਰਸ਼ਨ ਇਹ ਆ ਚੁੱਕਿਆ ਕਈ ਵਾਰੀ ਕਿ ਸੁਣਨ ਕੌਸ਼ਲ ਦਾ ਕੀ ਭਾਵ ਹੈ। ਸੁਣਨ ਕੌਸ਼ਲ ਦਾ ਕੀ ਭਾਵ ਹੈ ਵੀ ਸੁਣਨਾ ਹੈ ਜਾਂ ਸੁਣਨਾ ਅਤੇ ਸਮਝਣਾ ਹੈ। ਸੁਣਨ ਕੌਸ਼ਲ ਦਾ ਭਾਵ ਸਿਰਫ ਸੁਣਨਾ ਨਹੀਂ ਹੈ, ਸੁਣ ਕੇ ਸਮਝਣਾ ਜਾਂ ਦੂਸਰੇ ਸ਼ਬਦਾਂ ਦੇ ਵਿੱਚ ਸੁਣਨਾ ਅਤੇ ਸਮਝਣਾ। ਦੋਨੋਂ ਕਿਰਿਆਵਾਂ ਨਾਲ ਨਾਲ ਚੱਲਦੀਆਂ ਹਨ। ਜਿੰਨਾ ਚਿਰ ਦੋਨੋਂ ਕਿਰਿਆਵਾਂ ਨਾਲ ਨਾਲ ਨਹੀਂ ਚੱਲਦੀਆਂ, ਇੱਕ ਦੂਜੇ ਦੀਆਂ ਪੂਰਕ ਹਨ ਦੋਨੋਂ ਕਿਰਿਆਵਾਂ, ਜਿੰਨਾ ਚਿਰ ਨਾਲ ਨਾਲ ਨਹੀਂ ਚੱਲਦੀਆਂ ਉਹਨਾਂ ਚਿਰ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਨਹੀਂ ਹੋ ਰਿਹਾ। ਇਹ ਗੱਲ ਤੁਸੀਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣੀ ਹੈ। ਕਿਉਂਕਿ ਜਦੋਂ ਬੱਚਾ ਆਪਣੇ ਬੋਲਣ ਕੌਸ਼ਲ ਦਾ ਵਿਕਾਸ ਕਰੇਗਾ, ਬੋਲਣ ਕੌਸ਼ਲ ਦਾ ਵਿਕਾਸ ਤਾਂ ਹੀ ਹੋਵੇਗਾ ਜੇਕਰ ਸੁਣੇ ਹੋਏ ਵਿਚਾਰਾਂ ਨੂੰ ਸਮਝਿਆ ਹੋਵੇਗਾ। ਤਾਂ ਜੇਕਰ ਉਸ ਚੀਜ਼ ਨੂੰ, ਸੁਣੀ ਹੋਈ ਗੱਲ ਨੂੰ ਅੰਡਰਸਟੈਂਡ ਨਹੀਂ ਕੀਤਾ, ਉਸ ਨੂੰ ਪ੍ਰਾਪਤ ਨਹੀਂ ਕੀਤਾ ਬੱਚੇ ਨੇ ਉਹਨਾਂ ਵਿਚਾਰਾਂ ਨੂੰ, ਤਾਂ ਸਮਝ ਲਿਓ ਕਿ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਨਹੀਂ ਹੋਵੇਗਾ। ਸੁਣਨ ਕੌਸ਼ਲ ਹੀ ਤਾਂ ਬਾਕੀ 3 ਕੌਸ਼ਲਾਂ ਦਾ ਆਧਾਰ ਹੈ। ਇਹ ਸੁਣਨ ਕੌਸ਼ਲ ਹੈ ਜਿਹੜਾ ਇਹ ਆਧਾਰਸ਼ਿਲਾ ਹੈ 3 ਕੌਸ਼ਲਾਂ ਦੀ। ਅਗਰ ਬੱਚੇ ਦਾ ਸੁਣਨ ਕੌਸ਼ਲ ਵਿਕਸਿਤ ਨਹੀਂ ਹੈ ਤਾਂ ਬੋਲਣ ਕੌਸ਼ਲ ਵੀ ਨਹੀਂ ਹੈ, ਫਿਰ ਪੜ੍ਹਨ ਕੌਸ਼ਲ ਵੀ ਨਹੀਂ ਹੈ, ਫਿਰ ਲਿਖਣ ਕੌਸ਼ਲ ਵੀ ਨਹੀਂ ਹੈ। ਸੋ ਇਸ ਕਰਕੇ ਸੁਣਨ ਕੌਸ਼ਲ ਤੋਂ ਮਤਲਬ ਸੁਣ ਕੇ ਸਮਝਣਾ ਕਿਉਂ ਹੈ, ਕਿਉਂਕਿ ਜਿੰਨਾ ਚਿਰ ਬੱਚਾ ਸੁਣ ਕੇ ਭਾਵਾਂ ਨੂੰ ਸਮਝੇਗਾ ਨਹੀਂ, ਉਸ ਗੱਲ ਨੂੰ ਪ੍ਰਾਪਤ ਨਹੀਂ ਕਰੇਗਾ, ਉਹਨਾਂ ਟਾਈਮ ਉਸ ਦੇ ਬੋਲਣ ਕੌਸ਼ਲ ਦਾ ਵਿਕਾਸ ਅਸੀਂ ਕਹਿ ਨਹੀਂ ਸਕਦੇ ਵੀ ਹੋ ਗਿਆ। ਇਹ ਹੈ ਜੀ ਸਾਡਾ ਸੁਣਨ ਕੌਸ਼ਲ। ਦੂਸਰੀ ਗੱਲ ਹੈ ਜੀ ਸਾਡਾ ਪੜ੍ਹਨ ਕੌਸ਼ਲ ਕੀ ਹੈ, ਬੋਲਣ ਕੌਸ਼ਲ। ਬੋਲਣ ਕੌਸ਼ਲ ਜਿਹਨੂੰ ਦੂਸਰੇ ਸ਼ਬਦਾਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਹੈ ਪ੍ਰਗਟਾ ਕੌਸ਼ਲ ਵੀ ਕਿਹਾ ਜਾਂਦਾ ਹੈ ਨਾ, ਆਪਣੇ ਆਪ ਨੂੰ ਪ੍ਰਗਟ ਕਰਨਾ ਹੈ ਨਾ, ਬੋਲਣਾ, ਪ੍ਰਗਟਾ ਕੌਸ਼ਲ। ਅਸੀਂ ਆਪਣੀ ਜੀਭ ਨਾਲ ਬੋਲਦੇ ਹਾਂ, ਸੋ ਬੋਲਣ ਕੌਸ਼ਲ ਦਾ ਸੰਬੰਧ ਸਾਡੀ ਜੀਭ ਨਾਲ ਹੈ ਜੀ। ਬੋਲਣ ਕੌਸ਼ਲ ਜਾਂ ਪ੍ਰਗਟਾ ਕੌਸ਼ਲ ਦੇ ਵਿੱਚ ਕੀ ਹੁੰਦਾ ਹੈ ਕਿ ਸੁਣ ਕੇ ਸਮਝੇ ਹੋਏ ਭਾਵਾਂ ਨੂੰ ਪ੍ਰਗਟ ਕਰਨਾ। ਸੁਣ ਕੇ ਜੋ ਸਮਝੇ ਹੋਏ, ਸੁਣਨ ਤੋਂ ਬਾਅਦ ਜਿਹੜੇ ਸਮਝ ਲਏ ਅਸੀਂ ਭਾਵ, ਜਿਨ੍ਹਾਂ ਨੂੰ ਅਸੀਂ ਉਸ ਨੂੰ ਪ੍ਰਤੀਕਿਰਿਆ ਰੂਪ ਦੇ ਵਿੱਚ ਜਦੋਂ ਪ੍ਰਗਟ ਕਰਦੇ ਹਾਂ, ਉਦੋਂ ਸਾਡੇ ਬੋਲਣ ਕੌਸ਼ਲ ਜਾਂ ਪ੍ਰਗਟਾ ਕੌਸ਼ਲ ਦਾ ਵਿਕਾਸ ਹੁੰਦਾ ਹੈ ਨਾ। ਭਾਵ ਕੀ ਹੈ, ਆਪਣੇ ਵਿਚਾਰਾਂ ਜਾਂ ਭਾਵਾਂ ਨੂੰ ਪ੍ਰਗਟ ਕਰਨਾ।
ਵਿਚਾਰਾਂ ਜਾਂ ਭਾਵਾਂ ਨੂੰ ਪ੍ਰਗਟ ਕਰਨਾ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਜੀ। ਇਹ ਚਾਰੋਂ ਦੇ ਚਾਰੋਂ ਕੌਸ਼ਲ, ਸੁਣਨ ਕੌਸ਼ਲ ਦੇ ਨਾਲ ਹੀ ਬੱਚੇ ਦਾ ਬੋਲਣ ਕੌਸ਼ਲ ਵਿਕਾਸ ਹੋਵੇਗਾ। ਦੋਨੋਂ ਕਿਰਿਆਵਾਂ ਨਾਲੋਂ ਨਾਲ ਚੱਲਣਗੀਆਂ ਜੀ। ਉਸ ਤੋਂ ਬਾਅਦ ਬਸ ਕ੍ਰਮ ਇਸ ਦਾ ਧਿਆਨ ਵਿੱਚ ਰੱਖਣਾ ਹੈ ਤੁਸੀਂ। ਸਭ ਤੋਂ ਪਹਿਲਾਂ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਹੁੰਦਾ ਹੈ, ਉਸ ਤੋਂ ਬਾਅਦ ਬੱਚੇ ਦੇ ਬੋਲਣ ਕੌਸ਼ਲ ਦਾ ਵਿਕਾਸ ਹੁੰਦਾ ਹੈ, ਫਿਰ ਬੱਚੇ ਦੇ ਪੜ੍ਹਨ ਕੌਸ਼ਲ ਦਾ, ਅਤੇ ਸਭ ਤੋਂ ਲਾਸਟ ਦੇ ਵਿੱਚ ਲਿਖਤ ਜਾਂ ਲਿਖਣ ਕੌਸ਼ਲ ਦਾ ਵਿਕਾਸ ਹੁੰਦਾ ਹੈ। 3 ਨੰਬਰ 'ਤੇ ਹੈ ਜੀ ਪੜ੍ਹਨ ਕੌਸ਼ਲ। ਪੜ੍ਹਨ ਕੌਸ਼ਲ ਜਾਂ ਇੱਕ ਨਾਮ ਤੁਸੀਂ ਹੋਰ ਸੁਣਿਆ ਹੋਣਾ ਵਾਚਨ ਕੌਸ਼ਲ ਜਿਹਨੂੰ ਕਹਿ ਦਿੰਦੇ ਆ, ਹੈ ਨਾ। ਵਾਚਨ ਕੌਸ਼ਲ, ਹੈ ਨਾ। ਇਹਦਾ ਮਤਲਬ ਕੀ ਹੈ ਪੜ੍ਹਨ ਕੌਸ਼ਲ ਦਾ? ਜੇ ਤੁਸੀਂ ਕਹੋ ਸਰ ਸ਼ਾਬਦਿਕ ਅਰਥ ਕੀ ਹੈ, ਸ਼ਾਬਦਿਕ ਅਰਥ ਹੈ ਲਿਪੀਬੱਧ ਸਮੱਗਰੀ ਨੂੰ ਪੜ੍ਹ ਕੇ ਵਿਚਾਰਾਂ ਨੂੰ ਗ੍ਰਹਿਣ ਕਰਨਾ। ਸੋ ਲਿਪੀਬੱਧ ਸਮੱਗਰੀ ਜੋ ਸਾਡੇ ਸਾਹਮਣੇ ਹੈ ਲਿਖਤ ਰੂਪ ਦੇ ਵਿੱਚ, ਲਿਪੀਬੱਧ ਸਮੱਗਰੀ ਨੂੰ ਅਸੀਂ ਜਦੋਂ ਪੜ੍ਹਦੇ ਹਾਂ, ਲਿਪੀਬੱਧ ਸਮੱਗਰੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਕਿਸੇ ਦੇ ਵਿਚਾਰਾਂ ਨੂੰ ਗ੍ਰਹਿਣ ਕਰ ਰਹੇ ਹੁੰਦੇ ਹਾਂ। ਸੋ ਇਹਨੂੰ ਕਿਹਾ ਜਾਂਦਾ ਪੜ੍ਹਨ ਕੌਸ਼ਲ ਜਾਂ ਸਾਡਾ ਵਾਚਨ ਕੌਸ਼ਲ। ਹੁਣ ਸਭ ਤੋਂ ਲਾਸਟ ਦੇ ਵਿੱਚ ਹੈ ਜੀ ਸਾਡਾ ਲਿਖਣ ਕੌਸ਼ਲ। ਲਿਖਣ ਕੌਸ਼ਲ ਦਾ ਮਤਲਬ ਹੈ ਕਿ ਲਿਖ ਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ। ਇਹ ਹੈ ਜੀ ਸਾਡਾ ਲਿਖਣ ਕੌਸ਼ਲ, ਕਿ ਲਿਖ ਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ। ਸੁਣਨ ਕੌਸ਼ਲ ਦੇ ਵਿੱਚ ਅਸੀਂ ਕਿਸੇ ਦੇ ਵਿਚਾਰਾਂ ਨੂੰ ਗ੍ਰਹਿਣ ਕਰਦੇ ਹਾਂ, ਬੋਲਣ ਕੌਸ਼ਲ ਦੇ ਵਿੱਚ ਅਸੀਂ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਾਂ, ਪੜ੍ਹਨ ਕੌਸ਼ਲ ਦੇ ਵਿੱਚ ਫਿਰ ਅਸੀਂ ਕਿਸੇ ਦੇ ਵਿਚਾਰਾਂ ਨੂੰ ਗ੍ਰਹਿਣ ਕਰਦੇ ਹਾਂ, ਅਤੇ ਲਿਖਣ ਕੌਸ਼ਲ ਦੇ ਵਿੱਚ ਫਿਰ ਅਸੀਂ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਾਂ। ਇਹ ਹੈ ਜੀ ਸਾਡੇ ਚਾਰੋਂ ਦੇ ਚਾਰ ਕੌਸ਼ਲ। ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜੀ ਸਾਡੇ ਸੁਣਨ ਕੌਸ਼ਲ ਦੀ। ਹਾਂਜੀ ਦੇਖੋ ਜੀ, ਆਪਾਂ ਗੱਲ ਕਰੀਏ ਜੀ ਸੁਣਨ ਕੌਸ਼ਲ ਦੀ। ਸੁਣਨ ਕੌਸ਼ਲ ਦੇ ਵਿੱਚ ਆਪਾਂ ਸਭ ਤੋਂ ਇੰਪੋਰਟੈਂਟ ਇੱਕ ਗੱਲ ਕੀਤੀ ਹੈ ਕਿ ਵਿਚਾਰਾਂ ਅਤੇ ਭਾਵਾਂ ਨੂੰ ਕੰਨਾਂ ਨਾਲ ਸੁਣ ਕੇ ਸਮਝਣਾ। ਸੁਣਨਾ ਅਤੇ ਸਮਝਣਾ ਦੋਨੋਂ ਕਿਰਿਆਵਾਂ ਨਾਲ ਨਾਲ ਚੱਲਦੀਆਂ ਹਨ ਜੀ। ਦੂਸਰੀ ਗੱਲ ਕੀ ਹੈ, ਧੁਨੀਆਂ ਸ਼ਬਦਾਂ ਅਤੇ ਭਾਵਾਂ ਨੂੰ ਕੰਨਾਂ ਨਾਲ ਸੁਣ ਕੇ ਗ੍ਰਹਿਣ ਕਰਨਾ। ਸੋ ਇੱਕੋ ਹੀ ਗੱਲ ਹੈ, ਉਸ ਨੂੰ ਇਲੈਬੋਰੇਟ ਕਰਕੇ ਲਿਖਿਆ ਗਿਆ ਹੈ ਜੀ। ਸੁਣਨ ਕੌਸ਼ਲ ਦੇ ਵਿੱਚ ਸਾਨੂੰ ਪਤਾ ਹੈ ਕਿ ਸਭ ਤੋਂ ਪਹਿਲਾ ਜਿਹੜਾ ਕੌਸ਼ਲ ਹੈ ਉਹ ਹੈ ਜੀ ਸਾਡਾ ਸੁਣਨ ਕੌਸ਼ਲ। ਬੱਚੇ ਦੇ ਸਭ ਤੋਂ ਪਹਿਲਾਂ ਕਿਹੜੇ ਕੌਸ਼ਲ ਦਾ ਵਿਕਾਸ ਹੁੰਦਾ ਹੈ? ਉਹ ਹੈਗਾ ਜੀ ਸੁਣਨ ਕੌਸ਼ਲ ਦਾ। ਭਾਸ਼ਾ ਦੇ ਵਿੱਚ ਭਾਸ਼ਾ ਜਦੋਂ ਗ੍ਰਹਿਣ ਕਰਦਾ ਹੈ ਬੱਚਾ, ਉਦੋਂ ਸਭ ਤੋਂ ਪਹਿਲਾਂ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਹੁੰਦਾ ਹੈ। ਦੂਜੇ ਕੌਸ਼ਲਾਂ ਨੂੰ ਸਿੱਖਣ ਦੀ ਆਧਾਰਸ਼ਿਲਾ, ਦੂਸਰੇ ਕੌਸ਼ਲਾਂ ਨੂੰ ਸਿੱਖਣ ਦਾ ਆਧਾਰ ਹੈ ਜੀ ਸੁਣਨ ਕੌਸ਼ਲ ਸਾਡਾ। ਜਿੰਨਾ ਚਿਰ ਸਾਡੇ ਸੁਣਨ ਕੌਸ਼ਲ ਦਾ, ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਨਹੀਂ ਹੋਇਆ, ਉਹਨਾਂ ਟਾਈਮ ਦੂਸਰੇ ਕੌਸ਼ਲਾਂ ਦਾ ਵਿਕਾਸ ਨਹੀਂ ਹੋ ਸਕਦਾ। ਸੋ ਭਾਸ਼ਾ ਵਿਕਾਸ ਵਿੱਚ ਸੁਣਨਾ ਅਤੇ ਸਮਝਣਾ ਪਹਿਲਾਂ ਆਉਂਦੇ ਹਨ, ਭਾਸ਼ਾ ਬਾਅਦ ਵਿੱਚ ਆਉਂਦੀ ਹੈ। ਇਹ ਗੱਲ ਬੜੀ ਇੰਪੋਰਟੈਂਟ ਹੈ। ਦੇਖੋ ਜੀ, ਆਪਾਂ ਕੌਸ਼ਲਾਂ ਦੀ ਗੱਲ ਕਿਉਂ ਕਰਦੇ ਹਾਂ? ਕਿਉਂਕਿ ਆਪਾਂ ਬੱਚੇ ਨੂੰ ਭਾਸ਼ਾ ਸਿਖਾਉਣੀ ਹੈ। ਸਭ ਤੋਂ ਪਹਿਲਾਂ ਆਪਾਂ ਕੀ ਹੈ ਸਾਡਾ, ਜਦੋਂ ਆਪਾਂ ਪਹਿਲੀ ਤੋਂ ਲੈ ਕੇ 8ਵੀਂ ਤੱਕ ਜਦੋਂ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਵਾਂਗੇ, ਕੁਝ ਤੁਹਾਡੇ ਜੋ ਪਹਿਲੀ ਤੋਂ ਲੈ ਕੇ 5ਵੀਂ ਤੱਕ ਪੜ੍ਹਾਉਣਗੇ, ਕੋਈ ਪਹਿਲੀ ਤੋਂ ਲੈ ਕੇ 8ਵੀਂ ਤੱਕ ਵਾਲੇ 'ਚ ਹੋਣਗੇ, ਹੈ ਨਾ। ਸੋ ਉਦੋਂ ਕੀ ਹੋਵੇਗਾ, ਜਦੋਂ ਤੁਸੀਂ ਬੱਚੇ ਨੂੰ ਪੜ੍ਹਾਓਗੇ ਤਾਂ ਉਦੋਂ ਆਪਣਾ ਕੀ ਮਕਸਦ ਹੈ? ਬੱਚੇ ਨੂੰ ਭਾਸ਼ਾ ਸਿਖਾਉਣੀ ਹੈ। ਭਾਸ਼ਾ ਸਿਖਾਉਣੀ ਹੈ ਨੇ ਜੀ, ਭਾਸ਼ਾ ਸਿਖਾਉਣੀ ਹੈ ਜਦੋਂ ਬੱਚੇ ਨੂੰ। ਤੁਸੀਂ ਇੱਕ ਗੱਲ ਹੁਣ ਇੱਥੇ ਧਿਆਨ ਰੱਖਿਓ ਕਿ ਜਦੋਂ ਆਪਾਂ ਭਾਸ਼ਾ ਵਿਕਾਸ ਦੀ ਗੱਲ ਕਰੀਏ, ਕਿਉਂਕਿ ਤੁਸੀਂ ਮੈਨੂੰ ਅਗਰ ਪੁੱਛਦੇ ਹੋ ਕਿ ਸਰ ਬੱਚੇ ਦਾ ਭਾਸ਼ਾ ਵਿਕਾਸ ਕਿੱਥੋਂ ਸ਼ੁਰੂ ਹੁੰਦਾ ਹੈ, ਕਿਹੜੀ ਕਿਰਿਆ ਤੋਂ ਸ਼ੁਰੂ ਹੁੰਦਾ ਹੈ, ਤਾਂ ਉਹ ਬੱਚੇ ਦਾ ਜਿਹੜਾ ਭਾਸ਼ਾ ਦਾ ਵਿਕਾਸ ਹੈ ਉਹ ਸਮਝਣਾ, ਸੁਣਨਾ ਅਤੇ ਸਮਝਣਾ, ਇਸ ਗੱਲ ਤੋਂ ਸ਼ੁਰੂ ਹੋ ਜਾਂਦਾ ਹੈ। ਬੱਚੇ ਦਾ ਭਾਸ਼ਾ ਵਿਕਾਸ ਸੁਣਨਾ ਅਤੇ ਸਮਝਣਾ ਦੋਨੋਂ, ਭਾਸ਼ਾ ਦਾ ਵਿਕਾਸ ਸ਼ੁਰੂ ਹੋ ਗਿਆ, ਪਰ ਭਾਸ਼ਾ ਬਾਅਦ ਵਿੱਚ ਆਉਂਦੀ ਹੈ। ਪਰ ਬੱਚੇ ਨੇ ਭਾਸ਼ਾ ਸਿੱਖੀ ਹੈ ਕਿ ਨਹੀਂ, ਇਹਦਾ ਮਤਲਬ ਇਹ ਹੈ ਵੀ ਭਾਸ਼ਾ ਬਾਅਦ ਵਿੱਚ ਆਉਂਦੀ ਹੈ। ਇਸ ਗੱਲ ਦਾ ਸਰ ਕਿਵੇਂ ਪਤਾ ਲੱਗੂਗਾ ਕਿ ਬੱਚੇ ਨੇ ਭਾਸ਼ਾ ਸਿੱਖੀ ਹੈ ਕਿ ਨਹੀਂ? ਕਿਉਂਕਿ ਆਪਾਂ ਇੱਥੇ ਸੁਣਨ ਕੌਸ਼ਲ ਦਾ ਜਦੋਂ ਬੱਚੇ ਦਾ ਵਿਕਾਸ ਕਿੰਨਾ ਵੀ ਹੋ ਗਿਆ ਹੋਵੇ, ਭਾਵੇਂ ਤੁਸੀਂ ਦਾਅਵਾ ਨਹੀਂ ਕਰ ਸਕਦੇ ਇਸ ਗੱਲ ਦਾ, ਕਿਉਂਕਿ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਬੱਚੇ ਦੇ ਅੰਦਰ ਭਾਸ਼ਾ ਦਾ ਵਿਕਾਸ ਕਿੰਨਾ ਹੋ ਗਿਆ, ਬੱਚੇ ਨੇ ਕਿੰਨੀ ਭਾਸ਼ਾ ਸਿੱਖ ਲਈ। ਇਸ ਗੱਲ ਦਾ ਕਦੋਂ ਪਤਾ ਲੱਗੇਗਾ? ਜਦੋਂ ਬੱਚਾ ਆਪਣੇ ਆਪ ਨੂੰ ਪ੍ਰਗਟ ਕਰੇਗਾ, ਜਦੋਂ ਦੂਸਰੇ ਕੌਸ਼ਲ ਦਾ ਵਿਕਾਸ ਹੋਵੇਗਾ ਨਾਲ ਹੀ। ਸੁਣਨ ਕੌਸ਼ਲ ਦੇ ਨਾਲ ਜਦੋਂ ਬੱਚੇ ਦੇ ਬੋਲਣ ਕੌਸ਼ਲ ਦਾ, ਪ੍ਰਗਟਾ ਕੌਸ਼ਲ ਦਾ ਵਿਕਾਸ ਹੋਵੇਗਾ, ਉਦੋਂ ਇਹ ਭਾਸ਼ਾ ਬਾਅਦ ਵਿੱਚ ਆਉਂਦੀ ਹੈ। ਸੁਣਨ ਕੌਸ਼ਲ ਦੇ ਵਿੱਚ ਇਹ ਲਾਈਨ, ਇਹ ਸਤਰ ਲਿਖਣ ਦਾ ਕਾਰਨ ਕੀ ਹੈ, ਇਹ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਭਾਸ਼ਾ ਵਿਕਾਸ ਦੇ ਵਿੱਚ ਤਾਂ ਸੁਣਨਾ ਅਤੇ ਸਮਝਣਾ ਪਹਿਲਾਂ ਆ ਰਹੇ ਹੈ। ਠੀਕ ਹੈ ਜੀ, ਭਾਸ਼ਾ ਦਾ ਵਿਕਾਸ ਹੋ ਰਿਹਾ ਹੈ,
ਪਰ ਭਾਸ਼ਾ ਜਿਹੜੀ ਸਾਨੂੰ ਕਿਵੇਂ ਪਤਾ ਲੱਗੇ, ਇਹਦਾ ਮਤਲਬ ਹੈ ਭਾਸ਼ਾ ਬਾਅਦ ਵਿੱਚ ਆਉਂਦੀ ਹੈ। ਕਿ ਸਾਨੂੰ ਕਿਵੇਂ ਪਤਾ ਲੱਗੂਗਾ, ਇੱਕ ਅਧਿਆਪਕ ਨੂੰ ਕਿਵੇਂ ਪਤਾ ਲੱਗੇਗਾ ਕਿ ਉਸ ਦਾ ਜੋ ਉਸ ਦਾ ਸਟੂਡੈਂਟ ਹੈ ਉਹਨੇ ਭਾਸ਼ਾ ਸਿੱਖ ਲਈ ਹੈ ਕਿ ਨਹੀਂ, ਕਿੰਨੀ ਸਿੱਖੀ ਹੈ, ਕਿੰਨੀ ਸਹੀ ਸਿੱਖੀ ਹੈ, ਕਿੰਨੀ ਗਲਤ ਸਿੱਖੀ ਹੈ। ਇਸ ਚੀਜ਼ ਦਾ ਮੁਲਾਂਕਣ ਅਧਿਆਪਕ ਕਦੋਂ ਕਰੇਗਾ, ਜਦੋਂ ਬੱਚਾ ਆਪਣੇ ਆਪ ਨੂੰ ਪ੍ਰਗਟ ਕਰੇਗਾ, ਆਪਣੇ ਵਿਚਾਰਾਂ ਨੂੰ ਬੋਲ ਕੇ ਜਦੋਂ ਦੱਸੇਗਾ, ਉਦੋਂ ਸਮਝੋ ਕਿ ਭਾਸ਼ਾ ਬਾਅਦ ਵਿੱਚ ਆਉਂਦੀ ਹੈ। ਭਾਵ ਕੀ ਹੈ, ਭਾਸ਼ਾ ਦਾ ਸੰਬੰਧ ਹੈਗਾ ਜੀ ਮੌਖਿਕ ਰੂਪ ਨਾਲ। ਅਤੇ ਮੌਖਿਕ ਤੋਂ ਮਤਲਬ ਕੀ ਹੁੰਦਾ, ਬੋਲਣਾ। ਮੌਖਿਕ ਦਾ ਮਤਲਬ ਇਹੀ ਹੈ ਨਾ ਕਿ ਬੋਲਣਾ। ਜਦੋਂ ਭਾਸ਼ਾ ਦੇ ਮੌਖਿਕ ਰੂਪ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਭਾਸ਼ਾ ਜਿਹੜੀ ਹੈ ਉਹ ਸਵੈ ਪ੍ਰਗਟਾਵੇ ਦਾ ਉੱਤਮ ਸਾਧਨ ਹੈ। ਆਪਣੇ ਆਪ ਨੂੰ ਪ੍ਰਗਟ ਕਰਨ ਦਾ ਸਭ ਤੋਂ ਉੱਤਮ ਸਾਧਨ ਕੀ ਹੈ, ਸਾਡੀ ਭਾਸ਼ਾ ਹੈ। ਸੋ ਇਹਦੇ ਵਿੱਚ ਭਾਸ਼ਾ ਬਾਅਦ ਵਿੱਚ ਆਉਂਦੀ ਹੈ ਦਾ ਕਾਰਨ ਕੀ ਹੈ ਕਿ ਭਾਸ਼ਾ ਦੇ ਵਿਕਾਸ ਦੀ ਜਿਹੜੀ ਪਹਿਲੀ ਅਵਸਥਾ, ਪਹਿਲੀ ਸਟੈਪ, ਪਹਿਲੀ ਸਟੇਜ ਹੈ ਜਿਹੜੀ, ਉਹ ਹੈਗੀ ਹੈ ਜੀ ਸੁਣਨਾ ਅਤੇ ਸਮਝਣਾ। ਠੀਕ ਹੈ ਜੀ। ਪਰ ਭਾਸ਼ਾ ਦਾ ਸੰਬੰਧ ਹੈਗਾ ਜੀ ਉਹ ਇਸ ਦੇ ਮੌਖਿਕ ਕੌਸ਼ਲ ਨਾਲ ਹੈ। ਮੌਖਿਕ ਕੌਸ਼ਲ ਨਾਲ ਨਹੀਂ ਹੈ, ਮੌਖਿਕ ਰੂਪ ਨਾਲ ਹੈ ਭਾਸ਼ਾ ਦਾ ਸੰਬੰਧ। ਕਿਉਂਕਿ ਸਭ ਤੋਂ ਪਹਿਲਾਂ ਬੱਚੇ ਦੇ ਭਾਸ਼ਾ ਦੇ ਮੌਖਿਕ ਰੂਪ ਦਾ ਵਿਕਾਸ ਹੋਵੇਗਾ ਬੱਚੇ ਦੇ ਅੰਦਰ। ਸੋ ਮੌਖਿਕ ਰੂਪ ਦਾ ਵਿਕਾਸ ਕਦੋਂ ਹੋਵੇਗਾ, ਜਦੋਂ ਸੁਣਨਾ ਅਤੇ ਬੋਲਣਾ ਦੋਨੋਂ ਕੌਸ਼ਲਾਂ ਦਾ ਵਿਕਾਸ ਹੋਵੇਗਾ। ਇਸੇ ਕਰਕੇ ਹੀ ਜਿਹੜੀ ਆਹ ਲਾਈਨ ਲਿਖੀ ਹੋਈ ਹੈ ਕਿ ਭਾਸ਼ਾ ਬਾਅਦ ਵਿੱਚ ਆਉਂਦੀ ਹੈ। ਕਿਉਂਕਿ ਭਾਸ਼ਾ ਦਾ ਜਿਹੜਾ ਸੰਬੰਧ ਹੈ ਉਹ ਪ੍ਰਗਟਾ ਕੌਸ਼ਲ ਦੇ ਨਾਲ ਜੁੜ ਜਾਂਦਾ ਹੈ। ਅੱਗੇ ਜਾ ਕੇ ਬੋਲਣ ਕੌਸ਼ਲ ਦੇ ਨਾਲ, ਜਦੋਂ ਆਪਾਂ ਬੋਲਣ ਕੌਸ਼ਲ ਦੀ ਗੱਲ ਕਰਦੇ ਹਾਂ ਫਿਰ ਬੱਚੇ ਦੇ ਸੁਣਨ ਕੌਸ਼ਲ ਨੂੰ ਆਪਾਂ ਨਾਲ ਲੈ ਲੈਂਦੇ ਹਾਂ। ਸੁਣਨਾ ਅਤੇ ਬੋਲਣਾ ਦੋਨੋਂ ਕਿਰਿਆਵਾਂ ਅਗਰ ਨਾਲ ਚੱਲ ਰਹੀਆਂ ਨੇ ਤਾਂ ਫਿਰ ਸਮਝੋ ਇਕਸਾਰ ਹੈ। ਅਗਰ ਦੋਨੋਂ, ਬੱਚਾ ਜੋ ਕੁਝ ਵੀ ਸੁਣ ਕੇ ਸਮਝ ਰਿਹਾ ਹੈ ਉਸ ਕਿਰਿਆ ਨੂੰ ਪ੍ਰਤੀਕਿਰਿਆ ਦੇ ਰੂਪ ਵਿੱਚ ਜਦੋਂ ਪ੍ਰਗਟ ਕਰਦਾ ਹੈ, ਉਦੋਂ ਆਪਾਂ ਕਹਿ ਦਿੰਦੇ ਹਾਂ ਕਿ ਬੱਚੇ ਦੇ ਸੁਣਨ ਕੌਸ਼ਲ ਦਾ ਅਤੇ ਪ੍ਰਗਟਾ ਕੌਸ਼ਲ ਭਾਵ ਬੋਲਣ ਕੌਸ਼ਲ ਦਾ ਦੋਨਾਂ ਦਾ ਵਿਕਾਸ ਨਾਲ ਹੋ ਰਿਹਾ ਹੈ। ਇਹਨੂੰ ਕਿਹਾ ਜਾਂਦਾ ਹੈ ਕਿ ਭਾਸ਼ਾ ਵਿਕਾਸ ਦੇ ਵਿੱਚ ਸੁਣਨਾ ਅਤੇ ਸਮਝਣਾ ਪਹਿਲਾਂ ਆਉਂਦੇ ਹਨ ਅਤੇ ਭਾਸ਼ਾ ਬਾਅਦ ਵਿੱਚ ਆਉਂਦੀ ਹੈ। ਇੰਪੋਰਟੈਂਟ ਲਾਈਨ ਹੈ ਜੀ, ਇਸ ਨੂੰ ਯਾਦ ਰੱਖਿਓ ਜੀ ਤੁਸੀਂ। ਹੁਣ ਹੈ ਜੀ ਪ੍ਰਭਾਵਸ਼ਾਲੀ ਸੁਣਨ ਦੀਆਂ ਸ਼ਰਤਾਂ। ਦੇਖੋ ਜੀ, ਇੱਕ ਹੁੰਦਾ ਹੈ ਜੀ ਸਿੱਧਾ ਸੁਣਨਾ, ਇੱਕ ਹੁੰਦਾ ਪ੍ਰਭਾਵਸ਼ਾਲੀ ਸੁਣਨਾ। ਜਦੋਂ ਬੱਚੇ ਦੇ ਭਾਸ਼ਾ ਵਿਕਾਸ ਦੀ ਗੱਲ ਕਰੀਏ ਆਪਾਂ, ਉਦੋਂ ਬੱਚੇ ਲਈ ਪ੍ਰਭਾਵਸ਼ਾਲੀ ਸੁਣਨਾ ਬਹੁਤ ਜ਼ਰੂਰੀ ਹੈ। ਵੀ ਜਿਹੜਾ ਮਤਲਬ ਪੂਰਾ ਇਫੈਕਟਿਵ ਲਿਸਨਿੰਗ ਜਿਹੜੀ ਹੋਵੇਗੀ, ਅਗਰ ਬੱਚੇ ਨੇ ਪੂਰਾ ਪ੍ਰਭਾਵਸ਼ਾਲੀ ਤਰੀਕੇ ਨਾਲ ਵਿਚਾਰਾਂ ਨੂੰ ਗ੍ਰਹਿਣ ਕਰਨ ਵਾਸਤੇ, ਵਿਚਾਰਾਂ ਨੂੰ ਸਮਝਣ ਵਾਸਤੇ ਕੀ ਹੋਵੇਗਾ ਕਿ ਪ੍ਰਭਾਵਸ਼ਾਲੀ ਸੁਣਨਾ ਬਹੁਤ ਜ਼ਰੂਰੀ ਹੈ। ਅਤੇ ਪ੍ਰਭਾਵਸ਼ਾਲੀ ਸੁਣਨ ਦੀਆਂ ਕੁਝ ਸ਼ਰਤਾਂ ਨੇ, ਕੁਝ ਕੰਡੀਸ਼ਨ ਨੇ। ਕਿਹੜੀਆਂ ਨੇ? ਪਹਿਲੀ ਕੰਡੀਸ਼ਨ ਕੀ ਹੈ ਕਿ ਜੋ ਵੀ ਸੁਣਿਆ ਜਾਵੇ, ਜੋ ਵੀ ਬੱਚਾ ਸੁਣੇ ਉਸ ਨੂੰ ਸਮਝੇ। ਪਹਿਲੀ ਕੰਡੀਸ਼ਨ ਹੈ ਉਸ ਨੂੰ ਸਮਝੇ। ਠੀਕ ਹੈ ਜੀ। ਜਦੋਂ ਬੱਚਾ ਸੁਣਨ ਵੇਲੇ, ਸੁਣਨ ਕੌਸ਼ਲ ਦੇ ਦੌਰਾਨ ਜਦੋਂ ਬੱਚਾ ਸਮਝਣ ਦੀ ਕੋਸ਼ਿਸ਼ ਕਰੇਗਾ ਭਾਵਾਂ ਨੂੰ, ਤਾਂ ਉਦੋਂ ਉਹ ਬੱਚਾ ਪ੍ਰਭਾਵਸ਼ਾਲੀ ਸੁਣ ਰਿਹਾ ਹੋਵੇਗਾ, ਪ੍ਰਭਾਵਸ਼ਾਲੀ ਤਰੀਕੇ ਦੇ ਨਾਲ। ਅਗਰ ਬੱਚਾ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਨਹੀਂ ਸੁਣ ਰਿਹਾ ਤਾਂ ਉਸ ਦੇ ਸੁਣਨ ਕੌਸ਼ਲ ਦਾ ਵਿਕਾਸ ਨਹੀਂ ਹੋਵੇਗਾ ਜਾਂ ਘੱਟ ਹੋਵੇਗਾ। ਕਿਉਂਕਿ ਉਸ ਵਾਸਤੇ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਨੇ। ਉਸ ਨੇ ਸੁਣਨਾ ਵੀ ਹੈ ਅਤੇ ਨਾਲ ਉਸ ਦੇ ਭਾਵ ਅਰਥ ਨੂੰ ਵੀ ਗ੍ਰਹਿਣ ਕਰਨਾ ਹੈ। ਦੋਨੋਂ ਕਿਰਿਆਵਾਂ ਕਰਨ ਵਾਸਤੇ ਪ੍ਰਭਾਵਸ਼ਾਲੀ ਸੁਣਨਾ ਪਵੇਗਾ। ਦੂਸਰੀ ਗੱਲ, ਇੰਪੋਰਟੈਂਟ ਗੱਲ ਕੀ ਹੈ? ਪ੍ਰਭਾਵਸ਼ਾਲੀ ਸੁਣਨ ਦੀ ਸ਼ਰਤ ਇੱਕ ਹੋਊਗੀ। ਦੂਸਰੀ ਗੱਲ ਦੇਖੋ ਜੀ, ਬੱਚੇ ਲਈ ਸਭ ਤੋਂ ਜ਼ਿਆਦਾ ਜੇ ਕਿਸੇ ਚੀਜ਼ ਦਾ ਅਨੁਕਰਨ ਕਰਦਾ ਹੈ ਕਲਾਸ ਦੇ ਵਿੱਚ, ਰਸਮੀ ਸਿੱਖਿਆ ਦੇ ਦੌਰਾਨ, ਸਕੂਲ ਦੇ ਵਿੱਚ, ਉਦੋਂ ਬੱਚਾ ਆਪਣੇ ਅਧਿਆਪਕ ਨੂੰ ਸਭ ਤੋਂ ਵੱਧ ਫੋਲੋ ਕਰਦਾ ਹੈ। ਸਭ ਤੋਂ ਵੱਧ ਅਨੁਕਰਨ ਬੱਚਾ ਅਧਿਆਪਕ ਦਾ ਕਰਦਾ ਹੈ। ਉਦੋਂ ਅਧਿਆਪਕ ਨੂੰ ਕੀ ਚਾਹੀਦਾ ਹੈ ਕਿ ਬੱਚਾ ਪ੍ਰਭਾਵਸ਼ਾਲੀ ਸੁਣੇ, ਬੱਚਾ ਸੁਣ ਕੇ ਵਿਚਾਰਾਂ ਨੂੰ ਸਮਝੇ। ਉਹਦੇ ਵਾਸਤੇ ਅਧਿਆਪਕ ਕੀ ਕੋਸ਼ਿਸ਼ ਕਰੇ। ਹੁਣ ਤੁਸੀਂ ਅਧਿਆਪਕ ਹੋ ਅਤੇ ਤੁਸੀਂ ਕੀ ਕਰਨਾ ਹੈ ਜੀ, ਭਾਸ਼ਾ ਦੇ ਸ਼ੁੱਧ ਰੂਪ ਨੂੰ ਵਰਤਣਾ ਹੈ। ਸ਼ੁੱਧ ਰੂਪ ਦਾ ਮਤਲਬ ਟਕਸਾਲੀ ਰੂਪ ਜਿਹਨੂੰ ਕਹਿ ਦਿੰਦੇ ਹਾਂ, ਜਿਹਨੂੰ ਭਾਸ਼ਾ ਦੇ ਮਿਆਰੀ ਰੂਪ ਦੀ ਗੱਲ ਕਰ ਦਿੰਦੇ ਹਾਂ ਆਪਾਂ। ਟਕਸਾਲੀ ਜਾਂ ਮਿਆਰੀ ਰੂਪ ਦੀ ਵਰਤੋਂ ਕਰਨੀ ਹੈ ਤੁਸੀਂ ਕਲਾਸ ਦੇ ਵਿੱਚ, ਹੈ ਨਾ। ਜੋ ਤੁਹਾਡੀ ਬੋਲ ਚਾਲ ਦੀ ਘਰ ਦੇ ਵਿੱਚ ਬੋਲੀ ਹੈ ਉਸ ਨੂੰ ਥੋੜ੍ਹਾ ਜਿਹਾ ਅਵੋਇਡ ਕਰਨਾ ਹੈ ਤੁਸੀਂ। ਉਹਦੇ ਵਿੱਚ ਕੀ ਹੈ ਕਿ ਬੱਚੇ ਨੂੰ ਦੇਖੋ ਜੀ, ਬੱਚਾ ਜੋ ਵੀ ਸੁਣੇਗਾ ਉਸ ਨੂੰ ਸਮਝੇਗਾ ਅਤੇ ਉਸ ਨੂੰ ਹੀ ਅੱਗੇ ਪ੍ਰਗਟ ਕਰੇਗਾ।
ਇਸੇ ਕਰਕੇ ਬੋਲਣ ਦੇ ਵਿੱਚ, ਜੇਕਰ ਬੱਚੇ ਦੇ ਬੋਲਣ ਦੇ ਵਿੱਚ ਸ਼ੁੱਧਤਾ ਲਿਆਉਣੀ ਹੈ ਅਸੀਂ, ਤਾਂ ਅਧਿਆਪਕ ਕੀ ਕਰੇਗਾ? ਅਧਿਆਪਕ ਭਾਸ਼ਾ ਦੇ ਸ਼ੁੱਧ ਰੂਪ ਨੂੰ ਬੱਚਿਆਂ ਦੇ ਸਾਹਮਣੇ ਪ੍ਰਦਰਸ਼ਿਤ ਕਰੇਗਾ। ਜਦੋਂ ਵੀ ਅਧਿਆਪਕ ਜਮਾਤ ਦੇ ਵਿੱਚ ਕਮਿਊਨੀਕੇਸ਼ਨ ਕਰੇਗਾ ਬੱਚਿਆਂ ਦੇ ਨਾਲ, ਜਦੋਂ ਵੀ ਬੱਚਿਆਂ ਨੂੰ ਪਾਠ ਪੜ੍ਹਾਏਗਾ, ਉਦੋਂ ਅਧਿਆਪਕ ਦਾ ਇਹ ਪਹਿਲਾ ਫਰਜ਼ ਹੈ ਕਿ ਉਹ ਭਾਸ਼ਾ ਦੇ ਸ਼ੁੱਧ ਰੂਪ ਨੂੰ ਵਰਤੇ, ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਕਲਾਸ ਦੇ ਵਿੱਚ ਉਸ ਦੀ ਵਰਤੋਂ ਕਰੇ। ਇਸ ਕਰਕੇ ਇਹ ਜ਼ਰੂਰੀ ਹੈ ਜੀ ਭਾਸ਼ਾ ਦੇ ਸ਼ੁੱਧ ਰੂਪ ਨੂੰ ਵਰਤਣਾ। ਤੀਸਰੀ ਗੱਲ ਕੀ ਹੈ ਜੀ? ਤੀਸਰੀ ਗੱਲ ਹੈ ਜੀ, ਦੇਖੋ ਜੀ, ਆਪਾਂ ਸੁਣਨ ਦੀ ਗੱਲ ਕੀਤੀ ਸੀ। ਸੁਣਦੇ ਅਸੀਂ ਕਿਸ ਚੀਜ਼ ਨਾਲ ਹੈ? ਕਿਹਨਾਂ ਯੰਤਰਾਂ ਦੇ ਨਾਲ ਅਸੀਂ ਸੁਣਦੇ ਹਾਂ ਜੀ? ਕੰਨਾਂ ਨਾਲ। ਤੀਸਰੀ ਪ੍ਰਭਾਵਸ਼ਾਲੀ ਸੁਣਨ ਦੀ ਸ਼ਰਤ ਕੀ ਹੈ? ਕਿ ਬੱਚੇ ਦੇ ਜਿਹੜੇ ਕੰਨ ਹੈ ਉਹ ਬੇਨੁਕਸ ਹੋਣੇ ਚਾਹੀਦੇ ਹਨ। ਕੰਨ ਯੰਤਰ ਜਿਹੜੇ ਨੇ ਬੱਚੇ ਦੇ ਕੰਨ ਯੰਤਰ ਉਹ ਬੇਨੁਕਸ ਹੋਣੇ ਚਾਹੀਦੇ ਹਨ। ਬੇਨੁਕਸ ਦਾ ਮਤਲਬ ਹੈ ਕਿ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਕੰਨਾਂ ਦੇ ਵਿੱਚ ਬੱਚੇ ਨੂੰ ਸਪਸ਼ਟ ਅਤੇ ਸਾਫ਼ ਸੁਣਨਾ ਚਾਹੀਦਾ ਹੈ। ਉਹਦੇ ਵਾਸਤੇ ਕੀ ਹੋਣਾ ਚਾਹੀਦਾ? ਕਿ ਬੱਚੇ ਦੇ ਕੰਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਉਸ ਦਾ ਮਤਲਬ ਜੇਕਰ ਪ੍ਰੋਬਲਮ ਹੈ ਤਾਂ ਉਸ ਦਾ ਡਾਕਟਰੀ ਇਲਾਜ ਹੋਣਾ ਚਾਹੀਦਾ ਪ੍ਰੋਪਰ, ਤਾਂ ਜੋ ਬੱਚਾ ਸਹੀ ਤਰੀਕੇ ਨਾਲ ਵਿਚਾਰਾਂ ਨੂੰ ਸੁਣ ਕੇ ਸਮਝ ਸਕੇ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸੁਣਨਾ ਬੜੀ ਇੰਪੋਰਟੈਂਟ ਗੱਲ ਹੈ ਜੀ। ਦੇਖੋ ਜੀ, ਅਗਰ ਤੁਸੀਂ ਆਪਣਾ ਅਗਰ ਅਨੁਮਾਨ ਲਾਉਣਾ ਹੈ ਕਿ ਅਸੀਂ ਕਿੰਨੇ ਕੁ ਸਕਸੈਸਫੁਲ ਹਾਂ, ਜੇਕਰ ਤੁਸੀਂ ਕਿਸੇ ਦੀ ਗੱਲ ਨੂੰ ਅੱਜ ਵੀ ਧਿਆਨ ਨਾਲ ਸੁਣਦੇ ਹੋ, ਚਾਹੇ ਉਹ ਛੋਟਾ ਬੱਚਾ ਹੈ ਚਾਹੇ ਉਹ ਬਜ਼ੁਰਗ ਹੈ, ਦੋਨਾਂ ਤਰੀਕਿਆਂ ਦੇ ਨਾਲ ਅਗਰ ਤੁਸੀਂ ਕਿਸੇ ਨੂੰ ਵਧੀਆ ਸੁਣ ਸਕਦੇ ਹੋ, ਤਾਂ ਇਹਦਾ ਮਤਲਬ ਕੀ ਹੈ? ਕਿ ਤੁਹਾਡੇ ਵਰਗਾ ਸਹਿਣਸ਼ੀਲ ਬੰਦਾ ਦੁਨੀਆ ਦੇ ਉੱਪਰ ਨਹੀਂ ਹੈ। ਸੋ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ, ਜਦੋਂ ਮੈਂ ਆਪਣੀ ਸਕਸੈਸ ਦੀ ਗੱਲ ਕਿਸੇ ਨਾਲ ਸਾਂਝੀ ਕਰਦਾ, ਤਾਂ ਹੁਣ ਤੁਹਾਨੂੰ ਤੇ ਸਾਰਿਆਂ ਨੂੰ ਲਗਭਗ ਪਤਾ ਹੈ ਕਿ ਮੈਂ ਤੇ ਸੰਤਵੀਰ ਜੀ ਅਸੀਂ ਕਾਫੀ ਅੱਛੇ ਮਿੱਤਰ ਹੈ। ਅਸੀਂ ਮਤਲਬ ਇੱਕ ਦੂਜੇ ਨਾਲ ਕਾਫੀ ਸਾਡੀ ਸਾਂਝੀ ਵਾਰਤਾ ਹੈ ਜਿਹੜੀ ਉਹ ਬਹੁਤ ਤਕੜੀ ਸਾਂਝੀ ਵਾਰਤਾ ਹੈ ਸਾਡਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ ਪਿਆਰ ਹੈ। ਪਰ ਮੈਂ ਅਸੀਂ ਇੱਕ ਦੂਜੇ ਦੇ ਮਿੱਤਰ ਹੋਣ ਦੇ ਨਾਲ ਨਾਲ ਮੈਂ ਸੰਤਵੀਰ ਜੀ ਦਾ ਸਟੂਡੈਂਟ ਵੀ ਹਾਂ। ਸੋ ਕੀ ਹੈ ਕਿ ਸੰਤਵੀਰ ਜੀ ਜਦੋਂ ਮੈਂ ਉਹਨਾਂ ਕੋਲ ਪੜ੍ਹਦਾ ਹੁੰਦਾ ਸੀ, ਤਾਂ ਉਦੋਂ ਉਹ ਗੱਲ ਜਿਹੜੀ ਉਹਨਾਂ ਨੇ ਦੱਸ ਦੇਣੀ, ਤਾਂ ਮੈਂ ਉਸ ਨੂੰ ਕਲੀਅਰ ਕਰ ਦੇਣਾ ਕਿ ਅਗਰ ਸੰਤਵੀਰ ਜੀ ਨੇ ਇਹ ਗੱਲ ਮੰਨ ਲਓ ਰਫ ਪਰਚੀ ਦੇ ਉੱਪਰ ਮੈਨੂੰ ਲਿਖ ਕੇ ਦਿੱਤੀ ਹੈ, ਤਾਂ ਉਹ ਪਰਚੀ ਅੱਜ ਵੀ ਮੇਰੇ ਕੋਲ ਸਾਂਭੀ ਪਈ ਹੈ। ਅਤੇ ਮੇਰਾ ਜਿਹੜਾ ਜੋ ਐਗਜ਼ਾਮ ਦੀ ਦ੍ਰਿਸ਼ਟੀ ਤੋਂ ਜੋ ਵੀ ਕੁਐਸਚਨ ਆਨਸਰ ਜੋ ਸੰਤਵੀਰ ਜੀ ਨੇ ਦੱਸੇ ਸੀ, ਅਤੇ ਉਹੋ ਹੀ ਆਏ ਹੈ। ਸੋ ਇਹ ਮੈਨੂੰ ਇਹ ਲੱਗਦਾ ਕਿ ਕਈ ਵਾਰੀ ਦੇਖੋ ਵਿੱਚ ਆਪਣਾ ਜਿਹੜਾ ਚੈਨਲ ਹੈ ਉਹਦੇ ਉੱਪਰ ਪੰਜਾਬੀ ਤਾਂ ਚੱਲ ਹੀ ਰਹੀ ਹੈ, ਪਰ ਨਾਲ ਨਾਲ ਸੰਤਵੀਰ ਜੀ ਸੇਵਾਵਾਂ ਦੇ ਰਹੇ ਨੇ, ਅਤੇ ਉਹਨਾਂ ਦੇ ਵਾਸਤੇ ਮੈਂ ਹਰ ਸਟੂਡੈਂਟ ਦੇ ਵਾਸਤੇ ਇਹ ਗੱਲ ਇੰਪੋਰਟੈਂਟ ਸਮਝਦਾ ਹੈ ਕਿ ਕਿਉਂਕਿ ਉਹਨਾਂ ਨੇ ਜੋ ਚਾਹੇ ਕਲਾਸ ਦੇ ਵਿੱਚ ਪੜ੍ਹਾਉਂਦੇ ਉਹ ਬੱਚਿਆਂ ਨੂੰ, ਚਾਹੇ ਮੰਨ ਲਓ ਜਿਵੇਂ YouTube 'ਤੇ ਪੜ੍ਹਾ ਰਹੇ ਆ, ਚਾਹੇ ਉਹ ਮੈਨੂੰ ਪੜ੍ਹਾ ਰਹੇ ਆ, ਉਹਨਾਂ ਦਾ ਨਜ਼ਰੀਆ ਇੱਕੋ ਹੀ ਰਹਿੰਦਾ ਹੈ ਕਿ ਬੱਚੇ ਨੂੰ ਇੰਪੋਰਟੈਂਟ ਗੱਲ ਹੈ ਜਿਹੜੀ ਇੱਕ ਟੌਪਿਕ ਦੇ ਵਿੱਚ 10 ਤੋਂ 20 ਗੱਲਾਂ ਇੰਪੋਰਟੈਂਟ ਹੁੰਦੀਆਂ ਨੇ, ਉਹ ਸਾਰੀਆਂ ਬੱਚੇ ਨੂੰ ਦੱਸ ਕੇ ਜਾਣੀਆਂ। ਉਹ ਅਗਰ 10 ਜਾਂ 20 ਗੱਲਾਂ ਬੱਚੇ ਨੂੰ ਸਮਝ ਆ ਗਈਆਂ, ਤਾਂ ਸਮਝੋ ਉਸ ਟੌਪਿਕ ਦੇ ਵਿੱਚੋਂ ਜੋ ਵੀ ਸੀ ਉਹਦਾ ਸਾਰਾ ਕੁਝ ਕਲੀਅਰ ਹੋ ਗਿਆ। ਇੱਕ ਬਹੁਤ ਵੱਡੀ ਥਿਊਰੀ ਪੜ੍ਹਨ ਦੀ ਬਜਾਏ ਸੰਤਵੀਰ ਜੀ ਦਾ ਸਭ ਤੋਂ ਵੱਡਾ ਫੰਡਾ ਕੀ ਹੈ? ਉਹਨਾਂ ਦੀ ਸਕਸੈਸ ਦਾ, ਉਹਨਾਂ ਦੇ ਪੜ੍ਹਾਉਣ ਦੇ ਤਰੀਕੇ ਦਾ। ਇਹ ਸਭ ਤੋਂ ਵਧੀਆ ਗੱਲ ਹੈ ਕਿ ਉਹਨਾਂ ਨੇ ਜੋ ਵੀ ਲਿਖਤਾ ਬਸ ਉਹ ਕਲੀਅਰ ਲਿਖਤੀ ਗੱਲ, ਅਤੇ ਬਸ ਉਹਦੇ ਵਿੱਚੋਂ ਹੀ ਪ੍ਰਸ਼ਨ ਆਉਂਦਾ ਹੈ। ਇਹ ਮੈਂ ਬਹੁਤ ਵਾਰੀ ਇਹ ਗੱਲ ਨੋਟ ਕੀਤੀ ਹੈ। ਮੈਂ ਸੋਚਿਆ ਅੱਜ ਤੁਹਾਨੂੰ ਵੀ ਦੱਸ ਦੇਵਾਂ। ਇਹ ਸਕਸੈਸ ਦੇ ਫੰਡੇ ਹੁੰਦੇ ਆ। ਸੁਣਨ ਕੌਸ਼ਲ ਦੀ ਗੱਲ ਚੱਲੀ, ਮੈਂ ਤੁਹਾਨੂੰ ਤਾਂ ਦੱਸਿਆ ਵੀ ਸੁਣਨ ਕੌਸ਼ਲ ਸੁਣਨਾ ਕਿੰਨਾ ਜ਼ਰੂਰੀ ਹੈ ਨਾ ਅੱਜ ਦੇ ਸਮੇਂ ਦੇ ਵਿੱਚ। ਕਿਉਂਕਿ ਅੱਜ ਕਹਿੰਦੇ ਕੋਈ ਕਿਸੇ ਦੀ ਨਹੀਂ ਸੁਣਦਾ, ਵੀ ਜਿਹਨੇ ਸੁਣ ਲਿਆ। ਪ੍ਰਭਾਵਸ਼ਾਲੀ ਸੁਣਨ ਦੀ ਸ਼ਰਤ ਸਭ ਤੋਂ ਵੱਡੀ ਕੀ ਹੈ? ਕਿ ਸਾਡੇ ਕੰਨ ਬੇਨੁਕਸ ਹੋਣੇ ਚਾਹੀਦੇ ਹਨ। ਜੇਕਰ ਫਿਰ ਵੀ ਨਹੀਂ ਸੁਣਦੇ, ਤਾਂ ਫਿਰ ਇਲਾਜ ਹੈਗਾ ਹੀ ਹੈ ਜੀ, ਕੰਨਾਂ ਦੇ ਕੀੜੇ ਕੱਢ ਦਿਓ ਅਗਲੇ ਦੇ, ਫਿਰ ਕੰਨਾਂ 'ਤੇ ਲਾ ਦਿਓ। ਹੁਣ ਗੱਲ ਕਰਦੇ ਹਾਂ ਜੀ ਸੁਣਨ ਕੌਸ਼ਲ ਦੇ ਮਹੱਤਵ ਦੀ, ਕਿ ਸੁਣਨ ਕੌਸ਼ਲ ਦੀ ਇੰਪੋਰਟੈਂਸ ਕੀ ਹੈ। ਸੁਣਨ ਕੌਸ਼ਲ ਦੇ ਮਹੱਤਵ ਦੇ ਵਿੱਚ ਸਭ ਤੋਂ ਪਹਿਲੀ ਗੱਲ ਦੇਖੋ ਜੀ, ਬੱਚਾ ਧੁਨੀਆਂ ਨੂੰ ਸੁਣਦਾ ਹੈ। ਸੁਣਨ ਦੀ ਜਿਹੜੀ ਇਕਾਈ ਹੈ, ਸੁਣਨ ਕੌਸ਼ਲ ਦੀ ਜਿਹੜੀ ਇਕਾਈ ਹੈ ਉਹ ਹੈ ਜੀ ਧੁਨੀਆਂ। ਬੱਚਾ ਧੁਨੀਆਂ ਨੂੰ ਸੁਣ ਕੇ ਗ੍ਰਹਿਣ ਕਰਦਾ ਹੈ, ਅਤੇ ਕਿਉਂਕਿ ਸਾਨੂੰ ਪਤਾ ਹੀ ਹੈ ਕਿ ਧੁਨੀਆਂ ਜਿਹੜੀਆਂ ਹਨ ਉਹ ਭਾਸ਼ਾ ਵਿਕਾਸ ਦੀ ਆਧਾਰਸ਼ਿਲਾ ਹੁੰਦੀਆਂ ਹਨ। ਭਾਸ਼ਾ ਦੀ ਆਧਾਰਸ਼ਿਲਾ ਕੀ ਹਨ ਜੀ? ਧੁਨੀਆਂ ਹਨ। ਸੋ ਧੁਨੀਆਂ ਬੱਚਾ ਸਭ ਤੋਂ ਪਹਿਲਾਂ ਸੁਣਦਾ ਹੈ। ਇਹਦਾ ਮਤਲਬ ਕੀ ਹੈ ਕਿ ਹੁਣ ਬੱਚੇ ਦੀ ਭਾਸ਼ਾ ਨੂੰ ਸਿੱਖਣ ਦਾ ਜਿਹੜੀ ਆਧਾਰਸ਼ਿਲਾ ਹੈ, ਜਿਹੜਾ ਬੇਸ ਹੈ, ਉਹ ਤਿਆਰ ਹੋ ਚੁੱਕਿਆ ਹੈ। ਦੂਸਰੀ ਗੱਲ, ਬੱਚੇ ਦਾ ਭਾਸ਼ਾ ਗਿਆਨ ਹੈ ਜਿਹੜਾ ਦੇਖੋ ਜੀ ਉਹ ਇੱਕ ਸ਼ਬਦ ਤੋਂ ਸ਼ੁਰੂ ਹੁੰਦਾ ਹੈ।
ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਕਿ ਬੱਚੇ ਦਾ ਭਾਸ਼ਾ ਗਿਆਨ ਕਿੱਥੋਂ ਸ਼ੁਰੂ ਹੁੰਦਾ ਹੈ ਜੀ? ਇੱਕ ਸ਼ਬਦ ਤੋਂ ਸ਼ੁਰੂ ਹੁੰਦਾ ਹੈ ਤੇ ਉਸ ਸ਼ਬਦ ਨੂੰ ਬੱਚਾ ਸੁਣ ਕੇ ਪ੍ਰਗਟ ਕਰਦਾ ਹੈ। ਹੁਣ ਦੇਖੋ ਜੀ ਇੱਕ ਹੋਰ ਗੱਲ, ਕਵਿਤਾ ਦਾ ਰਸ ਅਤੇ ਕਹਾਣੀ ਦਾ ਆਨੰਦ ਬੱਚਾ ਸੁਣ ਕੇ ਹੀ ਗ੍ਰਹਿਣ ਕਰਦਾ ਹੈ। ਸੁਣਨ ਕੌਸ਼ਲ ਦਾ ਇੱਥੇ ਮਹੱਤਵ ਹੋਰ ਵੱਧ ਜਾਂਦਾ ਹੈ। ਆਰੰਭਿਕ ਕਲਾਸਾਂ ਦੇ ਵਿੱਚ ਤਾਂ ਸੁਣਨ ਕੌਸ਼ਲ ਦਾ ਵੇਖ ਲਓ ਤੁਸੀਂ ਕਿੰਨਾ ਮਹੱਤਵ ਹੈ ਕਿ ਜਦੋਂ ਬੱਚੇ ਨੂੰ ਆਪਾਂ ਕਵਿਤਾ ਸੁਣਾਉਣੀ ਹੈ, ਕਹਾਣੀ ਸੁਣਾਉਣੀ ਹੈ, ਤਾਂ ਉਸ ਕਵਿਤਾ ਜਾਂ ਕਹਾਣੀ ਦੇ ਭਾਵ ਨੂੰ ਜਾਂ ਅਰਥ ਨੂੰ ਬੱਚਾ ਸੁਣ ਕੇ ਹੀ ਗ੍ਰਹਿਣ ਕਰੇਗਾ। ਨਾ ਪੜ੍ਹ ਕੇ ਗ੍ਰਹਿਣ ਕਰ ਸਕਦਾ ਹੈ, ਨਾ ਬੱਚਾ ਲਿਖ ਕੇ ਗ੍ਰਹਿਣ ਕਰ ਸਕਦਾ ਹੈ। ਉਸ ਚੀਜ਼ ਨੂੰ ਕਿਸੇ ਵੀ ਤਰੀਕੇ ਨਾਲ ਗ੍ਰਹਿਣ ਨਹੀਂ ਕਰ ਸਕਦਾ। ਆਰੰਭਿਕ ਕਲਾਸਾਂ ਦੇ ਵਿੱਚ ਜਦੋਂ ਸਾਡੀਆਂ ਪ੍ਰਾਰੰਭਿਕ ਸ਼੍ਰੇਣੀਆਂ ਦੀਆਂ ਕਲਾਸਾਂ ਹਨ, ਜਿਨ੍ਹਾਂ ਨੂੰ ਆਪਾਂ ਮੁੱਢਲੀਆਂ ਜਮਾਤਾਂ ਵੀ ਕਹਿ ਦਿੰਦੇ ਹਾਂ, ਮੁੱਢਲੀਆਂ ਜਮਾਤਾਂ ਦੇ ਵਿੱਚ ਕੀ ਹੋਵੇਗਾ ਜੀ? ਬੱਚੇ ਨੂੰ ਜਦੋਂ ਅਸੀਂ ਕਵਿਤਾ ਪੜ੍ਹਾਉਂਦੇ ਹਾਂ ਜਾਂ ਕਹਾਣੀ ਪੜ੍ਹਾਉਂਦੇ ਹਾਂ ਤਾਂ ਅਧਿਆਪਕ ਦਾ ਪਹਿਲਾ ਫਰਜ਼ ਕੀ ਹੈ ਕਿ ਉਹ ਬੱਚੇ ਨੂੰ ਸਿਰਫ ਕਹਾਣੀ ਜਾਂ ਕਵਿਤਾ ਨੂੰ ਸੁਣਾਵੇ, ਬੱਚੇ ਨੂੰ ਸੁਣਨ ਲਈ ਪ੍ਰੇਰਿਤ ਕਰੇ, ਉਸ ਦਾ ਇੰਟਰਸਟ, ਰੁਚੀ ਨੂੰ, ਉਸ ਦੀ ਨੂੰ ਮਤਲਬ ਇੰਨੀ ਕੁ ਵਧਾ ਦੇਵੇ, ਬੱਚੇ ਨੂੰ ਕਲਾਸ ਦੇ ਵਿੱਚ ਇੰਨਾ ਕੁ ਕਿਰਿਆਸ਼ੀਲ ਕਰ ਦੇਵੇ ਕਿ ਬੱਚਾ ਸੁਣਨ ਲਈ ਆਪਣੇ ਆਪ ਮਜਬੂਰ ਹੋ ਜਾਵੇ। ਇਹਨੂੰ ਕਿਹਾ ਜਾਂਦਾ ਹੈ ਜੀ ਸੁਣਨ ਕੌਸ਼ਲ ਦੇ ਮਹੱਤਵ ਦੇ ਵਿੱਚ ਜਦੋਂ ਗੱਲ ਕਰੀਏ ਆਪਾਂ ਕਿ ਬੱਚਾ ਕਵਿਤਾ ਦਾ ਰਸ ਅਤੇ ਕਹਾਣੀ ਦਾ ਆਨੰਦ ਸੁਣ ਕੇ ਗ੍ਰਹਿਣ ਕਰਦਾ ਹੈ। ਕਿਉਂਕਿ ਕਹਾਣੀ ਸੁਣਨਾ ਬੱਚੇ ਦੀ ਜਨਮਜਾਤ ਪ੍ਰਵਿਰਤੀ ਹੈ, ਉਸ ਦੀ ਜਮਾਂਦਰੂ ਪ੍ਰਵਿਰਤੀ ਹੈ ਬੱਚੇ ਦੀ। ਬੱਚਾ ਛੋਟਾ ਹੁੰਦਾ ਹੀ ਕਹਾਣੀਆਂ ਸੁਣ ਕੇ ਕਿੰਨਾ ਇੰਟਰਸਟ ਆਉਂਦਾ ਜਦੋਂ ਕਿਸੇ ਬੱਚੇ ਨੂੰ ਪਰੀ ਦੀ ਕਹਾਣੀ ਸੁਣਾਈ ਜਾਂਦੀ ਹੈ, ਜਿਵੇਂ ਕਿ ਇੱਕ ਰਾਜਾ, ਇੱਕ ਰਾਣੀ ਹੈ, ਇੱਕ ਰਾਜਕੁਮਾਰੀ ਹੈ, ਜਿਵੇਂ ਇੱਕ ਰਾਜਕੁਮਾਰ, ਇਸ ਤਰ੍ਹਾਂ ਦੀਆਂ ਕਹਾਣੀਆਂ ਦੇ ਵਿੱਚ ਬੱਚਾ ਜਾਂ ਪਰਾ ਸਰੀਰਕ, ਪਰਾ ਭੌਤਿਕ ਘਟਨਾਵਾਂ ਜਿਹੜੀਆਂ ਉਹਨਾਂ ਦੇ ਵਿੱਚ ਬੱਚਾ ਕਿੰਨਾ ਇੰਟਰਸਟ ਲੈਂਦਾ ਹੈ ਨਾ। ਪਰਾ ਭੌਤਿਕ ਜਾਂ ਪਰਾ ਸਰੀਰਕ ਘਟਨਾਵਾਂ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਪਸ਼ੂ ਪੰਛੀ ਬੋਲਦੇ ਹੁੰਦੇ ਆ। ਉਹਨਾਂ ਦੇ ਵਿੱਚ ਕਿੰਨਾ ਹੁੰਦਾ ਵੀ ਇੱਕ ਰਾਜਾ ਹੈ ਜੀ, ਉਹਦੇ ਕੋਲ ਇੱਕ ਤੋਤਾ ਸੀ ਜੀ, ਤੋਤਾ ਬੋਲਦਾ ਸੀ ਜੀ, ਅਤੇ ਬੱਚਾ ਕਿੰਨੇ ਇੰਟਰਸਟ ਨਾਲ ਸੁਣਦਾ ਉਸ ਚੀਜ਼ ਨੂੰ। ਕਵਿਤਾ ਦਾ ਰਸ ਜਾਂ ਕਹਾਣੀ ਦਾ ਜਿਹੜਾ ਆਨੰਦ ਹੈ ਉਸ ਚੀਜ਼ ਨੂੰ ਬੱਚਾ ਸੁਣ ਕੇ ਹੀ ਗ੍ਰਹਿਣ ਕਰੇਗਾ। ਹੋਰ ਦੇਖੋ ਜੀ ਸੁਣਨ ਕੌਸ਼ਲ ਦਾ ਕੀ ਮਹੱਤਵ ਹੈ। ਅਸੀਂ ਸਾਡੀਆਂ ਸਿੱਖਿਆ ਵਿਧੀਆਂ ਦੀ ਗੱਲ ਕੀਤੀ ਸੀ ਨਾ, ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਸੁਣਨ ਕੌਸ਼ਲ ਦਾ ਬਹੁਤ ਵੱਡਾ ਮਹੱਤਵ ਹੈ। ਕਿਉਂਕਿ ਸੁਣਨ ਕੌਸ਼ਲ ਸਿੱਖਿਆ ਵਿਧੀਆਂ ਦੇ ਕੁਸ਼ਲ ਪ੍ਰਯੋਗ ਵਿੱਚ ਸਹਾਇਕ ਹੁੰਦਾ ਹੈ। ਅਗਰ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਹੋ ਚੁੱਕਿਆ ਹੈ, ਸੁਣਨ ਕੌਸ਼ਲ ਦੀ ਇੰਪੋਰਟੈਂਸ ਵੇਖ ਲਓ ਕਿੰਨੀ ਜ਼ਿਆਦਾ ਹੈ, ਇਹਦਾ ਮਹੱਤਵ ਦੇਖੋ ਕਿੰਨਾ ਜ਼ਿਆਦਾ ਹੈ ਕਿ ਸੁਣਨ ਕੌਸ਼ਲ ਹੈ ਜਿਹੜਾ, ਜਦੋਂ ਆਪਾਂ ਕਲਾਸ ਦੇ ਵਿੱਚ ਸਿੱਖਿਆ ਵਿਧੀਆਂ ਦੀ ਵਰਤੋਂ ਕਰਦੇ ਹਾਂ, ਮੰਨ ਲਓ ਮਾਂਟੇਸਰੀ ਵਿਧੀ ਦੀ ਗੱਲ ਕਰੀਏ, ਜੇਕਰ ਆਪਾਂ ਪ੍ਰੋਜੈਕਟ ਵਿਧੀ ਦੀ ਗੱਲ ਕਰੀਏ, ਜਾਂ ਆਪਾਂ KG ਜਿਹੜੀ ਕਿੰਡਰਗਾਰਟਨ ਵਿਧੀ ਆ ਉਹਦੀ ਗੱਲ ਕਰੀਏ, ਤਾਂ ਉਹਦੇ ਵਿੱਚ ਜੇਕਰ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਪ੍ਰੋਪਰ ਤਰੀਕੇ ਨਾਲ ਹੋ ਚੁੱਕਿਆ ਹੈ ਤਾਂ ਉਦੋਂ ਅਸੀਂ ਕਲਾਸ ਦੇ ਵਿੱਚ ਸਿੱਖਿਆ ਵਿਧੀਆਂ ਦਾ ਕੁਸ਼ਲ ਪ੍ਰਯੋਗ ਕਰ ਸਕਦੇ ਹਾਂ। ਜਿਹੜੀਆਂ ਸਿੱਖਿਆ ਵਿਧੀਆਂ ਹੈ ਉਹਨਾਂ ਦੀ ਸਫਲਤਾ ਇਸ ਗੱਲ ਉੱਪਰ ਨਿਰਭਰ ਕਰਦੀ ਹੈ ਕਿ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਕਿੰਨਾ ਕੁ ਹੋਇਆ ਹੈ। ਅਗਰ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਇੱਕਦਮ ਸਪਸ਼ਟ, ਸਹੀ ਅਤੇ ਸ਼ਾਨਦਾਰ ਹੋਇਆ ਵਾ, ਬੱਚਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਵਿਚਾਰਾਂ ਨੂੰ ਸੁਣ ਕੇ ਆਪਣੇ ਵਿੱਚ ਉਹ ਕਿਸੇ ਦੇ ਵਿਚਾਰਾਂ ਨੂੰ ਸੁਣ ਕੇ ਸਮਝ ਰਿਹਾ ਹੈ ਅਤੇ ਪ੍ਰਗਟ ਕਰ ਰਿਹਾ ਹੈ, ਤਾਂ ਉਸ ਰੂਪ ਦੇ ਵਿੱਚ, ਉਸ ਆਧਾਰ 'ਤੇ, ਉਸ ਕਿਰਿਆ ਦੇ ਆਧਾਰ 'ਤੇ ਅਸੀਂ ਕਲਾਸ ਦੇ ਵਿੱਚ ਸਿੱਖਿਆ ਵਿਧੀਆਂ ਦੀ ਕੁਸ਼ਲ ਵਰਤੋਂ ਕਰ ਸਕਦੇ ਹਾਂ। ਸਿੱਖਿਆ ਵਿਧੀਆਂ ਕਿੰਨੀਆਂ ਕੁ ਸਕਸੈਸ ਹੋਈਆਂ, ਕਿੰਨੀਆਂ ਕੁ ਸਫਲ ਸਿੱਧ ਹੋਈਆਂ ਕਲਾਸ ਦੇ ਵਿੱਚ, ਇਸ ਦਾ ਆਧਾਰ ਸਾਡਾ ਸੁਣਨ ਕੌਸ਼ਲ ਹੀ ਬਣਦਾ ਹੈ। ਇਹ ਹੈ ਜੀ ਸਾਡੇ ਸੁਣਨ ਕੌਸ਼ਲ ਦਾ ਮਹੱਤਵ, ਜਿਹਦੇ ਵਿੱਚ 4 ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਆਪਾਂ ਹੁਣ ਗੱਲ ਕਰੀਏ ਜੀ ਸੁਣਨ ਕੌਸ਼ਲ ਦੇ ਉਦੇਸ਼ਾਂ ਦੀ। ਦੇਖੋ ਜੀ ਜਿਹੜੀ ਸੁਣਨ ਦੀ ਕਿਰਿਆ ਹੈ ਨਾ, ਸੁਣਨ ਦੀ ਸ਼ਕਤੀ ਹੈ, ਇਹ ਸਾਨੂੰ ਪਰਮਾਤਮਾ ਨੇ ਕੁਦਰਤੀ ਦਿੱਤੀ ਹੈ ਜੀ, ਪਰ ਇਸ ਦਾ ਵਿਕਾਸ ਬਹੁਤ ਜ਼ਰੂਰੀ ਹੈ ਜੀ। ਸੁਣਨ ਦੀ ਜਿਹੜੀ ਕੁਦਰਤੀ ਯੋਗਤਾ ਹੈ ਉਸ ਨੂੰ ਵਿਕਾਸ ਵੱਲ ਤੋਰਨਾ ਬਹੁਤ ਜ਼ਰੂਰੀ ਹੈ। ਯੋਗਤਾ ਇੱਕ ਚੀਜ਼ ਹੈ, ਉਸ ਯੋਗਤਾ ਨੂੰ ਵਿਕਸਿਤ ਕਰ ਲੈਣਾ ਇਹ ਇੱਕ ਅਲੱਗ ਚੀਜ਼ ਹੈ। ਜਦੋਂ ਆਪਾਂ ਭਾਸ਼ਾ ਦੇ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਉਦੋਂ ਬੱਚੇ ਦੀ ਕੁਦਰਤੀ ਯੋਗਤਾ ਨੂੰ, ਸੁਣਨ ਕੌਸ਼ਲ ਦੀ ਜਿਹੜੀ ਸੁਣਨ ਦੀ ਕੁਦਰਤੀ ਯੋਗਤਾ ਉਸ ਨੂੰ ਪਰਮਾਤਮਾ ਨੇ ਬਖਸ਼ੀ ਹੈ ਸਾਨੂੰ, ਆਪਾਂ ਉਸ ਨੂੰ ਜਦੋਂ ਵਿਕਾਸ ਦੀ ਕਿਰਿਆ ਵੱਲ ਲੈ ਕੇ ਜਾਂਦੇ ਹਾਂ ਉਦੋਂ ਆਪਾਂ ਕਹਿੰਦੇ ਹਾਂ ਜੀ ਹੁਣ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਹੋ ਰਿਹਾ ਹੈ। ਸੋ ਇਹਦੇ ਵਿੱਚ ਜਿਹੜੀ ਗੱਲ ਇੰਪੋਰਟੈਂਟ ਹੈ ਕਿ ਸੁਣਨ ਦੀ ਜਿਹੜੀ ਯੋਗਤਾ ਹੈ ਉਹ ਇੱਕ ਕੁਦਰਤੀ ਯੋਗਤਾ ਹੈ ਜੀ, ਬਾਏ ਨੇਚਰ ਹੈ ਜੀ। ਸੋ ਕੁਦਰਤੀ ਯੋਗਤਾ ਨੂੰ ਵਿਕਾਸ ਵੱਲ ਲੈ ਜਾਣਾ, ਵਿਕਾਸ ਵੱਲ ਲੈ ਜਾਣਾ ਹੈ ਨਾ, ਕਿਉਂਕਿ ਪ੍ਰਭਾਵਸ਼ਾਲੀ ਸੁਣਨਾ ਹੈ ਬੱਚੇ ਨੇ। ਅਗਰ ਬੱਚੇ ਨੂੰ ਪ੍ਰਭਾਵਸ਼ਾਲੀ ਸੁਣਾਉਣਾ ਹੈ, ਅਗਰ ਆਪਾਂ ਚਾਹੁੰਦੇ ਹਾਂ ਕਿ ਬੱਚੇ ਦਾ ਜਿਹੜਾ ਭਾਸ਼ਾ ਦਾ ਜਿਹੜਾ ਵਿਕਾਸ ਹੈ ਉਹ ਇੱਕ ਪ੍ਰਭਾਵਸ਼ਾਲੀ ਤਰੀਕੇ ਨਾਲ ਹੋਵੇ, ਤਾਂ ਉਹਦੇ ਵਾਸਤੇ ਉਸ ਬੱਚੇ ਦੀ ਸੁਣਨ ਦੀ ਜਿਹੜੀ ਕੁਦਰਤੀ ਯੋਗਤਾ ਹੈ ਉਸ ਨੂੰ ਵਿਕਾਸ ਵੱਲ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ।
ਇਹ ਹੈ ਜੀ ਸਾਡਾ ਇੱਕ ਸੁਣਨ ਕੌਸ਼ਲ ਦਾ ਉਦੇਸ਼। ਇਹਦੇ ਵਿੱਚ ਕੀ ਹੁੰਦਾ ਹੈ ਜੀ ਕਿ ਬੱਚਾ ਆਪਣੀ ਜਿਹੜੇ ਕੁਦਰਤੀ ਜਿਹੜੀ ਸੁਣਨ ਦੀ ਸ਼ਕਤੀ ਹੈ ਉਸ ਨੂੰ ਆਪਣੇ ਆਪ ਵਿਕਾਸ ਵੱਲ ਲੈ ਕੇ ਜਾਂਦਾ ਹੈ ਜੀ। ਜਿਵੇਂ ਜਿਵੇਂ ਅਧਿਆਪਕ ਦਾ ਅਨੁਸਰਨ ਕਰਦਾ ਹੈ, ਜਦੋਂ ਛੋਟਾ ਹੁੰਦਾ ਬੱਚਾ ਆਪਣੀ ਮਾਂ ਬੋਲੀ ਨੂੰ ਸਿੱਖਦਾ ਹੈ, ਉਦੋਂ ਬੱਚਾ ਕੀ ਕਰਦਾ ਹੈ ਜੀ, ਬੱਚਾ ਜਿਵੇਂ ਜਿਵੇਂ ਮਾਂ ਬੋਲਦੀ ਹੈ ਬੱਚਾ ਉਵੇਂ ਸੁਣ ਕੇ ਉਸ ਚੀਜ਼ ਨੂੰ ਗ੍ਰਹਿਣ ਕਰਦਾ ਹੈ ਜੀ। ਇਹਦੇ ਵਿੱਚ ਇੱਕ ਹੋਰ ਗੱਲ ਇੰਪੋਰਟੈਂਟ ਹੈ ਕਿ ਆਪਣੇ ਕੰਨਾਂ ਦੀ ਕੁਸ਼ਲਤਾਪੂਰਵਕ ਵਰਤੋਂ ਕਰਨੀ। ਸੁਣਨ ਕੌਸ਼ਲ ਦਾ ਇੱਕ ਹੋਰ ਉਦੇਸ਼ ਹੋਰ ਥੋੜ੍ਹਾ ਜਿਹਾ ਗੱਲ ਧਿਆਨ ਦੇ ਵਿੱਚ ਰੱਖਣੀ ਹੈ। ਆਪਣੇ ਕੰਨਾਂ ਦੀ ਕੁਸ਼ਲਤਾਪੂਰਵਕ ਵਰਤੋਂ ਕਰਨੀ, ਆਪਣੇ ਕੰਨਾਂ ਦੀ ਕੁਸ਼ਲਤਾਪੂਰਵਕ ਵਰਤੋਂ, ਕੁਸ਼ਲਤਾਪੂਰਵਕ ਵਰਤੋਂ ਜਿਹੜੀ ਆਪਣੇ ਵਾਲੀ ਕਿਤਾਬ ਹੈ ਨਾ ਦੋਸਤੋ, ਉਹਦੇ ਵਿੱਚ ਇਹ ਸਾਰੀਆਂ ਗੱਲਾਂ ਐਡ ਕੀਤੀਆਂ ਵੀ ਹੈ। ਇਹ ਸਾਰੀਆਂ ਇੰਪੋਰਟੈਂਟ ਗੱਲਾਂ ਹੈ। ਕੁਦਰਤੀ ਯੋਗਤਾ ਨੂੰ ਵਿਕਾਸ ਵੱਲ ਲੈ ਕੇ ਜਾਣਾ ਅਤੇ ਆਪਣੇ ਕੰਨਾਂ ਦੀ ਕੁਸ਼ਲਤਾਪੂਰਵਕ ਵਰਤੋਂ ਕਰਨੀ ਸਿਖਾਉਣੀ ਬੱਚੇ ਨੂੰ। ਇਹ ਹੈ ਜੀ ਸੁਣਨ ਕੌਸ਼ਲ ਦੇ ਉਦੇਸ਼ ਹਨ ਜੀ। ਹੁਣ ਦੇਖੋ ਜੀ ਪਹਿਲਾ ਦੂਸਰਾ ਹੋ ਗਿਆ ਜੀ। ਇੱਕ ਹੋਰ ਉਦੇਸ਼ ਕੀ ਹੈ ਕਿ ਧਿਆਨਪੂਰਵਕ ਸੁਣਨ ਪ੍ਰਤੀ ਰੁਚੀ ਉਤਪੰਨ ਕਰਨਾ। ਦੇਖੋ ਜੀ ਬੱਚੇ ਦੀ ਸੁਣਨ ਪ੍ਰਤੀ ਰੁਚੀ ਹੋਣੀ ਚਾਹੀਦੀ ਹੈ। ਕਿਉਂਕਿ ਉਸ ਨੂੰ ਧਿਆਨਪੂਰਵਕ ਸੁਣਨ ਦੀ ਆਦਤ ਪੈਣੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਹੈ ਜੀ। ਬੱਚਾ ਕੀ ਕਰਦਾ ਹੈ, ਜਦੋਂ ਅਧਿਆਪਕ ਬੱਚੇ ਨੂੰ ਜਮਾਤ ਦੇ ਵਿੱਚ ਪੜ੍ਹਾਉਂਦਾ ਹੈ ਤਾਂ ਉਦੋਂ ਜਦੋਂ ਆਰੰਭਿਕ ਸ਼੍ਰੇਣੀਆਂ ਦੇ ਵਿੱਚ ਕੀ ਕਰਦਾ ਅਧਿਆਪਕ, ਬੱਚੇ ਨੂੰ ਕਹਾਣੀਆਂ ਸੁਣਾਉਂਦਾ ਹੈ ਉਹਦਾ ਇੰਟਰਸਟ ਪੈਦਾ ਕਰਨ ਵਾਸਤੇ। ਕਿਉਂਕਿ ਕਹਾਣੀ ਦੇ ਵਿੱਚ ਬੱਚੇ ਦਾ ਇੱਕ ਜਮਾਂਦਰੂ ਇੰਟਰਸਟ ਹੈ। ਬੱਚਾ ਛੋਟੇ ਜਨਮ ਤੋਂ ਹੀ ਬੱਚਾ ਕਹਾਣੀਆਂ ਦੇ ਵਿੱਚ ਰੁਚੀ ਲੈਂਦਾ ਹੀ ਲੈਂਦਾ ਹੈ। ਉਦੋਂ ਅਧਿਆਪਕ ਕੀ ਕਰਦਾ ਹੈ ਕਿ ਉਸ ਦੀ ਰੁਚੀ ਧਿਆਨਪੂਰਵਕ ਸੁਣਨ ਲਈ ਜਦੋਂ ਉਸ ਦੀ ਰੁਚੀ ਉਤਪੰਨ ਕਰਨੀ ਹੋਵੇ ਉਦੋਂ ਅਧਿਆਪਕ ਬੱਚੇ ਨੂੰ ਜਮਾਤ ਦੇ ਵਿੱਚ ਕਹਾਣੀ ਸੁਣਾਉਂਦਾ ਹੈ। ਸੋ ਕਹਾਣੀ ਸੁਣਾਉਣ ਦਾ ਮਤਲਬ ਕੀ ਹੈ, ਕਿਉਂਕਿ ਬੱਚੇ ਨੂੰ ਧਿਆਨਪੂਰਵਕ ਸੁਣਨ ਲਈ ਪ੍ਰੇਰਿਤ ਕਰਨਾ, ਅਰਥ ਗ੍ਰਹਿਣ ਕਰਨ ਦੀ ਯੋਗਤਾ ਦਾ ਵਿਕਾਸ ਕਰਨਾ, ਇਹ ਸੁਣਨ ਕੌਸ਼ਲ ਦੇ ਉਦੇਸ਼ ਹੈ ਜੀ। ਸਭ ਤੋਂ ਪਹਿਲਾ ਉਦੇਸ਼, ਜੇਕਰ ਬੱਚਾ ਧਿਆਨਪੂਰਵਕ ਨਾਲ ਨਹੀਂ ਸੁਣ ਰਿਹਾ ਤਾਂ ਕੀ ਹੈ, ਸੁਣਨ ਕੌਸ਼ਲ ਦਾ ਉਦੇਸ਼ ਪੂਰਾ ਨਹੀਂ ਹੋਇਆ ਹੈ। ਧਿਆਨਪੂਰਵਕ ਸੁਣਨ ਪ੍ਰਤੀ ਰੁਚੀ ਉਤਪੰਨ ਕਰਨੀ ਹੈ ਜੀ। ਤੁਸੀਂ ਛੋਟੇ ਛੋਟੇ ਜਵਾਕ ਤੁਹਾਡੀ ਕਲਾਸ ਦੇ ਵਿੱਚ ਬੈਠੇ ਹੋਣਗੇ, ਜਦੋਂ ਤੁਸੀਂ ਪੜ੍ਹਾਉਣ ਜਾਓਗੇ ਅਤੇ ਉਦੋਂ ਤੁਹਾਨੂੰ ਕੀ ਹੈ, ਸਭ ਤੋਂ ਪਹਿਲੀ ਪ੍ਰਾਇਓਰਟੀ ਕਿ ਬੱਚਾ ਧਿਆਨਪੂਰਵਕ ਸੁਣਨ ਦੀ ਚੇਸ਼ਟਾ ਕਰੇ। ਉਹਦੇ ਵਾਸਤੇ ਉਹੀ ਚੀਜ਼ ਤੁਸੀਂ ਬੱਚੇ ਨੂੰ ਸੁਣਾਉਣੀ ਹੈ, ਉਹੀ ਪੜ੍ਹਾਉਣੀ ਹੈ ਜਿਸ ਵਿੱਚ ਬੱਚਾ ਵੱਧ ਤੋਂ ਵੱਧ ਵਧੇਰੇ ਰੁਚੀ ਲੈਂਦਾ ਹੋਵੇ। ਅਰਥ ਗ੍ਰਹਿਣ ਕਰਨ ਦੀ ਯੋਗਤਾ, ਜੇਕਰ ਬੱਚਾ ਧਿਆਨਪੂਰਵਕ ਸੁਣੇਗਾ ਤਾਂ ਅਰਥ ਗ੍ਰਹਿਣ ਵੀ ਫੇਰ ਹੀ ਕਰੇਗਾ। ਹੁਣ ਇੱਕ ਹੋਰ ਗੱਲ ਹੈ ਜੀ, ਸ਼ਬਦਾਂ ਨੂੰ ਸੁਣ ਕੇ ਸ਼ੁੱਧ ਉਚਾਰਨ ਦੀ ਯੋਗਤਾ, ਇਹ ਵਿਕਾਸ ਸੁਣਨ ਕੌਸ਼ਲ ਦਾ ਇਹ ਵੀ ਇੱਕ ਉਦੇਸ਼ ਹੈ ਜੀ। ਬੱਚਾ ਸ਼ਬਦਾਂ ਨੂੰ ਸੁਣ ਕੇ ਉਸ ਦਾ ਸ਼ੁੱਧ ਉਚਾਰਨ ਕਰੇ। ਆਪਾਂ ਜਿਵੇਂ ਪਿੱਛੇ ਗੱਲ ਕੀਤੀ ਸੀ ਪ੍ਰਭਾਵਸ਼ਾਲੀ ਸੁਣਨ ਦੀਆਂ ਸ਼ਰਤਾਂ ਦੇ ਵਿੱਚ, ਉਹਦੇ ਵਿੱਚ ਕੀ ਸੀ ਕਿ ਅਧਿਆਪਕ ਭਾਸ਼ਾ ਦੇ ਸ਼ੁੱਧ ਰੂਪ ਦੀ ਵਰਤੋਂ ਕਰੇ। ਕਿਉਂਕਿ ਸ਼ੁੱਧ ਉਚਾਰਨ ਬੱਚੇ ਦਾ ਬਹੁਤ ਜ਼ਰੂਰੀ ਹੈ। ਸ਼ੁੱਧ ਉਚਾਰਨ ਦੀ ਜਿਹੜੀ ਸਿੱਖਿਆ ਹੈ ਉਹ ਬੱਚੇ ਨੂੰ ਆਰੰਭਿਕ ਸ਼੍ਰੇਣੀਆਂ ਦੇ ਵਿੱਚ ਹੀ ਸ਼ੁਰੂ ਹੋ ਜਾਣੀ ਚਾਹੀਦੀ ਹੈ। ਆਰੰਭਿਕ ਸ਼੍ਰੇਣੀਆਂ ਦੇ ਵਿੱਚ ਜੋ ਵੀ ਬੱਚੇ ਦਾ ਮਤਲਬ ਗਲਤ ਉਚਾਰਨ ਹੈ ਉਹ ਸਹੀ ਹੋ ਗਿਆ। ਉਸ ਤੋਂ ਬਾਅਦ ਵਿੱਚ ਇਹਨਾਂ ਚੀਜ਼ਾਂ ਨੂੰ ਸਹੀ ਕਰਨ ਦੇ ਵਿੱਚ ਬਹੁਤ ਜ਼ਿਆਦਾ ਕਠਿਨਾਈ ਆਉਂਦੀ ਹੈ, ਬਹੁਤ ਜ਼ਿਆਦਾ ਔਖ ਆਉਂਦੀ ਹੈ। ਇਸ ਕਰਕੇ ਜਿਹੜੀ ਉਚਾਰਨ ਦੀ ਜਿਹੜੀ ਸਿੱਖਿਆ ਹੈ ਉਹ ਆਰੰਭਿਕ ਸ਼੍ਰੇਣੀਆਂ ਦੇ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਬੱਚੇ ਦੀ। ਜਦੋਂ ਬੱਚੇ ਦਾ ਸੁਣਨ ਕੌਸ਼ਲ ਦਾ ਵਿਕਾਸ ਹੁੰਦਾ ਹੈ ਉਦੋਂ ਜਸਟ ਨਾਲ ਹੀ ਬੱਚੇ ਦੀ ਕੀ ਹੁੰਦਾ ਹੈ, ਸੁਣ ਕੇ ਸ਼ੁੱਧ ਉਚਾਰਨ ਦੀ ਯੋਗਤਾ ਦਾ ਵਿਕਾਸ ਵੀ ਹੋ ਰਿਹਾ ਹੁੰਦਾ ਹੈ। ਇਸ ਯੋਗਤਾ ਦਾ ਵਿਕਾਸ ਕਦੋਂ ਹੁੰਦਾ ਹੈ, ਇਹ ਸਾਡਾ ਉਦੇਸ਼ ਕਦੋਂ ਪੂਰਾ ਹੁੰਦਾ ਹੈ, ਜਦੋਂ ਅਧਿਆਪਕ ਭਾਸ਼ਾ ਦੇ ਸ਼ੁੱਧ ਰੂਪ ਦੀ ਵਰਤੋਂ ਕਰਦਾ ਹੈ ਬੱਚੇ ਦੇ ਸਾਹਮਣੇ। ਇੱਕ ਹੋਰ ਹੈ ਜੀ ਉਦੇਸ਼, ਆਵਾਜ਼ ਦੇ ਉਤਾਰ ਚੜ੍ਹਾਅ ਨੂੰ ਸਮਝਣ ਦੀ ਯੋਗਤਾ ਦਾ ਵਿਕਾਸ ਕਰਨਾ। ਇਹ ਹੈ ਜੀ ਸੁਣਨ ਕੌਸ਼ਲ ਦਾ ਇੱਕ ਬਹੁਤ ਹੀ ਮਹੱਤਵਪੂਰਨ ਉਦੇਸ਼। ਦੇਖੋ ਜੀ ਆਪਾਂ ਗੱਲ ਕਰਦੇ ਹਾਂ ਜੀ ਸੁਰ, ਆਪਣੀ ਇੱਕ ਅਖੰਡੀ ਧੁਨੀ ਦੀ ਆਪਾਂ ਗੱਲ ਕੀਤੀ ਸੀ ਜਿਹਦਾ ਨਾਮ ਸੀ ਸੁਰ। ਇਹ ਸੀ ਜੀ ਸੁਰ, ਟੋਨ ਕਹਿ ਦਿੰਦੇ ਹਾਂ ਆਪਾਂ ਜਿਹਨੂੰ, ਆਵਾਜ਼ ਦਾ ਉਤਾਰ ਚੜ੍ਹਾਅ ਜਿਹਨੂੰ ਕਹਿ ਦਿੰਦੇ ਹਾਂ ਉਹਨੂੰ ਕਹਿ ਦਿੰਦੇ ਹਾਂ ਟੋਨ। ਪੰਜਾਬੀ ਭਾਸ਼ਾ ਹੈ ਜਿਹੜੀ ਉਹ ਇੱਕ ਸੁਰਾਤਮਕ ਭਾਸ਼ਾ ਹੈ। ਸੁਰ ਤੋਂ ਬਿਨਾਂ ਤੁਸੀਂ ਪੰਜਾਬੀ ਭਾਸ਼ਾ ਨੂੰ ਨਹੀਂ ਬੋਲ ਸਕਦੇ, ਇਸ ਦੀ ਵਰਤੋਂ ਨਹੀਂ ਕਰ ਸਕਦੇ। ਸੋ ਉਤਾਰ ਚੜ੍ਹਾਅ ਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ ਇਹ ਸਿੱਖਦਾ ਹੈ ਕਿ ਮੈਂ ਕਿਹੜੀ ਗੱਲ ਨੂੰ ਜ਼ੋਰ ਦੇ ਕੇ ਬੋਲਣਾ ਹੈ ਅਤੇ ਕਿਹੜੀ ਗੱਲ ਨੂੰ ਨਹੀਂ। ਇਹਨੂੰ ਕਿਹਾ ਜਾਂਦਾ ਹੈ ਆਵਾਜ਼ ਦਾ ਉਤਾਰ ਚੜ੍ਹਾਅ। ਇੱਕ ਵਾਕ ਮੈਂ ਬੋਲਿਆ ਕਿ ਤੁਸੀਂ ਆ ਗਏ, ਇਹਦਾ ਮਤਲਬ ਕੀ ਹੈ ਕਿ ਮੈਂ ਇੱਕ ਸਧਾਰਨ ਜਾਣਕਾਰੀ ਦੇ ਰਿਹਾ। ਅਤੇ ਇੱਕ ਮੈਂ ਬੋਲਾਂ ਤੁਸੀਂ ਆ ਗਏ,
ਤਾਂ ਉਦੋਂ ਤੁਸੀਂ ਆਖੋਗੇ ਕਿ ਅੱਛਾ ਇਹ ਤਰੀਕਾ ਜਿਹੜਾ ਬੋਲਣ ਦਾ, ਇਹਦੇ ਵਿੱਚ ਕੀ ਹੋਇਆ। ਜਦੋਂ ਮੈਂ ਦੂਜੇ ਤਰ੍ਹਾਂ ਨਾਲ ਵਾਕ ਬੋਲਿਆ ਕਿ ਤੁਸੀਂ ਆ ਗਏ, ਇਹਦੇ ਵਿੱਚ ਮੈਂ ਇੱਕ ਥੋੜ੍ਹਾ ਜਿਹਾ ਹੈਰਾਨੀ ਦਾ ਭਾਵ ਪ੍ਰਗਟ ਕੀਤਾ ਹੈ। ਇਹਨੂੰ ਕਿਹਾ ਜਾਂਦਾ ਹੈ ਆਵਾਜ਼ ਦਾ ਉਤਰਾ ਚੜ੍ਹਾਅ ਜਾਂ ਉਤਾਰ ਚੜ੍ਹਾਅ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਉਤਾਰ ਚੜ੍ਹਾਅ ਮਤਲਬ ਆਵਾਜ਼ ਦਾ ਨੀਚੇ ਜਾਂ ਉੱਪਰ ਨੂੰ ਜਾਣਾ, ਜਿਹਨੂੰ ਸੁਰ ਲਹਿਰ ਦੇ ਰੂਪ ਵਿੱਚ ਆਪਾਂ ਸੁਰ ਜਦੋਂ ਆਪਾਂ ਪੜ੍ਹੀ ਸੀ ਅਖੰਡੀ ਧੁਨੀ, ਉਹਦੀ ਗੱਲ ਕਰਦੇ ਹਾਂ ਜੀ ਆਪਾਂ। ਇਹ ਸੁਰ ਹੈ ਜਿਹੜੀ ਕਿ ਜਦੋਂ ਮਤਲਬ ਕਿਹੜੇ ਵਾਕ ਦੇ ਵਿੱਚ ਜਾਂ ਕਿਹੜੇ ਸ਼ਬਦ ਦੇ ਉੱਪਰ ਜਾਂ ਕਿਹੜੀ ਧੁਨੀ ਦੇ ਉੱਪਰ, ਕਿਹੜੇ ਅੱਖਰ ਦੇ ਉੱਪਰ ਬੱਚੇ ਨੇ ਜ਼ਿਆਦਾ ਸਟ੍ਰੈਸ, ਜ਼ਿਆਦਾ ਬਲ ਦੇਣਾ ਹੈ, ਕਿਸ ਨੂੰ ਪੋਲਾ ਬੋਲਣਾ ਹੈ, ਕਿਸ ਨੂੰ ਠੀਕ ਠਾਕ ਜਿਹਾ ਬੋਲਣਾ ਹੈ, ਕਿਸ ਦੀ ਨੋਰਮਲ ਉਚਾਰਨ ਕਰਨਾ ਹੈ, ਕਿਸ ਦਾ ਮਤਲਬ ਕੀ ਹੈ ਕਿ ਕਿਸ ਦਾ ਉੱਚਾ ਉਚਾਰਨ ਕਰਨਾ ਹੈ, ਕਿਹੜੀ ਗੱਲ ਦਾ ਨੀਵਾਂ ਉਚਾਰਨ ਕਰਨਾ ਹੈ। ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਆਵਾਜ਼ ਦੇ ਉਤਾਰ ਚੜ੍ਹਾਅ ਦਾ ਗਿਆਨ, ਜਾਂ ਜਿਹਨੂੰ ਕਿਹਾ ਜਾਂਦਾ ਸੁਰ ਦਾ ਗਿਆਨ। ਸੁਰ ਦਾ ਗਿਆਨ ਜਿਹੜਾ ਕਦੋਂ ਹੋਵੇਗਾ, ਜਦੋਂ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਹੋਵੇਗਾ। ਜਦੋਂ ਬੱਚਾ ਚੀਜ਼ਾਂ ਨੂੰ ਸੁਣ ਰਿਹਾ ਨਾਲ ਨਾਲ ਬੱਚੇ ਦੇ ਬੱਚੇ ਨੂੰ ਸੁਰ ਦਾ ਗਿਆਨ ਵੀ ਹੋ ਰਿਹਾ ਨਾਲ ਨਾਲ। ਉਹਦੇ ਵਾਸਤੇ ਬੱਚੇ ਦਾ ਦੇਖੋ ਜੀ ਸੁਣਨ ਕੌਸ਼ਲ ਦਾ ਇੱਕ ਉਦੇਸ਼ ਹੈ, ਇਹ ਮਹੱਤਵਪੂਰਨ। ਜੇਕਰ ਬੱਚਾ ਸੁਣ ਰਿਹਾ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ, ਕੋਈ ਦਿੱਕਤ ਨਹੀਂ ਹੈ ਜੀ, ਉਸ ਦੇ ਕੰਨ ਵੀ ਬੇਨੁਕਸਾਨ ਜੀ। ਅਧਿਆਪਕ ਵੀ ਵਧੀਆ ਤਰੀਕੇ ਨਾਲ ਬੱਚੇ ਨੂੰ ਜੋ ਵੀ ਕਹਾਣੀ ਵਗੈਰਾ, ਕਵਿਤਾ ਵਗੈਰਾ ਸੁਣਾ ਰਿਹਾ, ਬੱਚਾ ਉਸ ਚੀਜ਼ ਨੂੰ, ਉਸ ਦੇ ਭਾਵ ਨੂੰ ਗ੍ਰਹਿਣ ਕਰ ਰਿਹਾ। ਪਰ ਜੇਕਰ ਆਵਾਜ਼ ਦਾ ਇਹ ਇੱਕ ਉਦੇਸ਼ ਹੈ ਕਿ ਆਵਾਜ਼ ਦਾ ਉਤਾਰ ਚੜ੍ਹਾਅ ਬੱਚੇ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ ਸੁਣਨ ਕੌਸ਼ਲ ਦੇ ਵਿੱਚ, ਇਹ ਇੱਕ ਬਹੁਤ ਹੀ ਮਹੱਤਵਪੂਰਨ ਉਦੇਸ਼ ਹੈ। ਜੇਕਰ ਆਵਾਜ਼ ਦੇ ਉਤਾਰ ਚੜ੍ਹਾਅ ਦਾ ਬੱਚੇ ਨੂੰ ਸੁਰ ਦਾ ਅਗਰ ਟੋਨ ਦਾ ਨਹੀਂ ਪਤਾ ਲੱਗਿਆ ਤਾਂ ਬੱਚੇ ਦੇ ਸੁਣਨ ਕੌਸ਼ਲ ਦਾ ਜਿਹੜਾ ਉਦੇਸ਼ ਹੈ ਉਹ ਪੂਰਾ ਨਹੀਂ ਹੋਵੇਗਾ। ਇਹ ਗੱਲ ਤੁਸੀਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣੀ ਹੈ। ਐਗਜ਼ਾਮ ਦੀ ਦ੍ਰਿਸ਼ਟੀ ਤੋਂ ਇਹ ਦੋਵੇਂ ਗੱਲਾਂ ਇੰਪੋਰਟੈਂਟ ਨੇ ਜੀ। ਸੁਣਨ ਸਮੱਗਰੀ ਦਾ ਸਾਰੰਸ਼ ਗ੍ਰਹਿਣ ਕਰਨ ਦੀ ਯੋਗਤਾ ਦਾ ਵਿਕਾਸ ਵੀ ਸੁਣਨ ਕੌਸ਼ਲ ਦੇ ਵਿੱਚ ਹੀ ਆਉਂਦਾ ਹੈ। ਸੁਣਨ ਕੌਸ਼ਲ ਦਾ ਉਦੇਸ਼ ਉਦੋਂ ਪੂਰਾ ਹੁੰਦਾ ਜਦੋਂ ਦੇਖੋ ਜੀ ਸੁਣਨ ਸਮੱਗਰੀ ਦਾ ਬੱਚਾ ਸਾਰ ਦਾ ਅੰਸ਼ ਜਾਂ ਸਾਰ ਗ੍ਰਹਿਣ ਕਰੇ। ਜਦੋਂ ਬੱਚਾ ਸਹੀ ਤਰੀਕੇ ਨਾਲ, ਉਦੋਂ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਸੁਣਨ ਕੌਸ਼ਲ ਦਾ ਉਦੇਸ਼ ਪੂਰਾ ਹੋ ਗਿਆ। ਦੇਖੋ ਜੀ ਭਾਸ਼ਾ ਸਿੱਖਣਾ ਇੱਕ ਉਦੇਸ਼ਪੂਰਨ ਪ੍ਰਕਿਰਿਆ ਹੈ। ਭਾਸ਼ਾ ਦੇ ਕੌਸ਼ਲ ਹੈ ਜਿਹੜੇ, ਇਹ ਇੱਕ ਉਦੇਸ਼ਪੂਰਨ ਪ੍ਰਕਿਰਿਆ ਹੈ। ਜਦੋਂ ਗੱਲ ਅਧਿਆਪਨ ਦੀ ਗੱਲ ਕਰਦੇ ਆ ਤਾਂ ਉਦੋਂ ਕੋਈ ਵੀ ਕਿਰਿਆ ਹੈ ਜਿਹੜੀ ਅਧਿਆਪਨ ਦੇ ਵਿੱਚ ਉਦੇਸ਼ ਰਹਿਤ ਨਹੀਂ ਹੋ ਸਕਦੀ। ਸਾਰੀਆਂ ਕਿਰਿਆਵਾਂ ਉਦੇਸ਼ਪੂਰਨ ਹੁੰਦੀਆਂ ਹਨ। ਉਦੇਸ਼ ਹੈ ਜਿਹੜਾ ਉਹ ਇੱਕ ਨਿਰਧਾਰਿਤ ਨਿਸ਼ਾਨਾ ਹੁੰਦਾ ਹੈ, ਇੱਕ ਨਿਰਧਾਰਿਤ ਏਮ, ਟੀਚਾ ਜਿਹਨੂੰ ਕਹਿ ਦਿੰਦੇ ਆ, ਉਹ ਹੁੰਦਾ ਹੈ। ਉਸ ਨੂੰ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ। ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨਾ, ਜੇਕਰ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਕਰਨਾ ਹੈ ਤਾਂ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ। ਬੱਚੇ ਦੀ ਕੁਦਰਤੀ ਯੋਗਤਾ ਤਾਂ ਹੈ, ਪਰ ਉਸ ਕੁਦਰਤੀ ਯੋਗਤਾ ਨੂੰ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਧਿਆਨਪੂਰਵਕ ਬੱਚਾ ਸੁਣਦਾ ਤਾਂ ਹੈ, ਸੁਣ ਤਾਂ ਹਰ ਕੋਈ ਲੈਂਦਾ ਹੈ, ਪਰ ਧਿਆਨਪੂਰਵਕ ਸੁਣਨਾ ਜਿਹੜਾ, ਇਹ ਬੜਾ ਜ਼ਰੂਰੀ ਹੈ ਜੀ। ਇਹ ਉਦੇਸ਼ ਹੈ ਜੀ ਇੱਕ। ਅਰਥ ਗ੍ਰਹਿਣ ਕਰਨ ਦੀ ਯੋਗਤਾ, ਸ਼ਬਦਾਂ ਨੂੰ ਸੁਣ ਕੇ ਸ਼ੁੱਧ ਉਚਾਰਨ ਜਿਹੜਾ, ਇਹ ਇੱਕ ਉਦੇਸ਼ ਹੈ ਸੁਣਨ ਕੌਸ਼ਲ ਦਾ। ਆਵਾਜ਼ ਦੇ ਉਤਾਰ ਚੜ੍ਹਾਅ, ਜਿਹਨੂੰ ਸੁਰ ਕਿਹਾ ਮੈਂ, ਸੁਰ, ਇਹ ਵੀ ਮਤਲਬ ਸੁਣਨ ਕੌਸ਼ਲ ਦਾ ਉਦੇਸ਼ ਹੈ। ਉਸ ਤੋਂ ਬਾਅਦ ਸੁਣਨ ਸਮੱਗਰੀ ਦਾ ਸਾਰੰਸ਼ ਗ੍ਰਹਿਣ ਕਰਨ ਦੀ ਯੋਗਤਾ ਦਾ ਵਿਕਾਸ, ਇਹ ਸਾਰੀਆਂ ਗੱਲਾਂ ਦਾ ਵਿਕਾਸ ਜਿਹੜਾ, ਇਹ ਸੁਣਨ ਕੌਸ਼ਲ ਦੇ ਉਦੇਸ਼ ਹਨ। ਜੇਕਰ ਇਹ ਉਦੇਸ਼ ਪੂਰੇ ਹਨ, ਪੂਰੇ ਪਰਫੈਕਟ ਆ ਬੱਚੇ ਦੇ ਵਿੱਚ, ਤਾਂ ਸਮਝੋ ਬੱਚੇ ਦਾ ਸੁਣਨ ਕੌਸ਼ਲ ਦਾ ਵਿਕਾਸ ਹੋ ਰਿਹਾ ਹੈ। ਹੁਣ ਆਪਾਂ ਗੱਲ ਕਰੀਏ ਜੀ ਸੁਣਨ ਕੌਸ਼ਲ ਦੀਆਂ ਕਿਰਿਆਵਾਂ ਜਾਂ ਅਭਿਆਸ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਸੁਣਨ ਕੌਸ਼ਲ ਦੀਆਂ ਵਿਧੀਆਂ ਕਿਹੜੀਆਂ ਨੇ। ਕਿ ਜੇਕਰ ਆਪਾਂ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਕਰਨਾ ਹੈ ਤਾਂ ਬੱਚੇ ਨੂੰ ਕਿਹੜੀਆਂ ਕਿਰਿਆਵਾਂ ਕਰਾਈਆਂ ਜਾਣ, ਕਿਹੜੀਆਂ ਪ੍ਰੈਕਟਿਸ ਕਰਵਾਈਆਂ ਜਾਣ, ਕਿਹੜੀਆਂ ਵਿਧੀਆਂ ਦੀ ਵਰਤੋਂ ਕੀਤੀ ਜਾਵੇ, ਉਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਦੇਖੋ ਸਭ ਤੋਂ ਪਹਿਲੀ ਗੱਲ ਹੈ ਆਪਸੀ ਗੱਲਬਾਤ, ਜਿਹਨੂੰ ਆਪਾਂ ਕਿਹਾ ਸੀ ਵਿਚਾਰ ਵਟਾਂਦਰਾ ਹੈ ਨਾ। ਸੋ ਅਧਿਆਪਕ ਦਾ ਦੇਖੋ ਜੀ ਆਰੰਭਿਕ ਸ਼੍ਰੇਣੀਆਂ ਦੇ ਵਿੱਚ ਸਭ ਤੋਂ ਪਹਿਲਾ ਫਰਜ਼ ਹੈ ਕਿ ਬੱਚਿਆਂ ਨੂੰ ਆਪਸ ਦੇ ਵਿੱਚ ਜਾਂ ਅਧਿਆਪਕ ਨਾਲ ਖੁਦ ਗੱਲਬਾਤ ਕਰਨ ਦੇ, ਸੰਪ੍ਰੇਖਣ, ਵਿਚਾਰ ਵਟਾਂਦਰਾ ਕਰਨ ਦੇ ਵੱਧ ਤੋਂ ਵੱਧ ਮੌਕੇ ਦਿੱਤੇ ਜਾਣੇ ਚਾਹੀਦੇ ਹਨ, ਤਾਂ ਜੋ ਬੱਚਾ ਸੁਣ ਕੇ ਦੂਜੇ ਦੇ ਭਾਵਾਂ ਨੂੰ ਗ੍ਰਹਿਣ ਵੀ ਕਰ ਸਕੇ ਅਤੇ ਆਪਣੇ ਆਪ ਨੂੰ ਪ੍ਰਗਟ ਵੀ ਕਰ ਸਕੇ। ਸੋ ਇੱਥੇ ਗੱਲ ਕੀ ਹੈ ਇੰਪੋਰਟੈਂਟ, ਕਿ ਅਗਰ ਬੱਚੇ ਦੇ ਸੁਣਨ ਕੌਸ਼ਲ ਦਾ ਆਪਾਂ ਵਿਕਾਸ ਕਰਨਾ ਹੈ ਤਾਂ ਉਸ ਨੂੰ, ਬੱਚਿਆਂ ਨੂੰ ਆਪਸੀ ਗੱਲਬਾਤ ਦਾ ਵੱਧ ਤੋਂ ਵੱਧ ਮੌਕਾ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ। ਇਹਨੂੰ ਕਿਹਾ ਜਾਂਦਾ ਹੈ ਜੀ ਆਪਸੀ ਗੱਲਬਾਤ, ਜਿਹਨੂੰ ਵਿਚਾਰ ਵਟਾਂਦਰਾ, ਸੰਪ੍ਰੇਖਣ ਆਪਾਂ ਕਹਿ ਦਿੰਦੇ ਹਾਂ। ਦੂਸਰੀ ਗੱਲ ਹੈ ਜੀ ਭਾਸ਼ਣ। ਦੇਖੋ ਜੀ ਭਾਸ਼ਣ ਦਾ ਸੰਬੰਧ ਤਾਂ ਹੈਗਾ ਬੋਲਣ ਕੌਸ਼ਲ ਦੇ ਨਾਲ। ਆਪਾਂ ਨੂੰ ਪਤਾ ਹੈ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਭਾਸ਼ਣ ਦੀ, ਸਪੀਚ ਦੀ, ਉਦੋਂ ਇਹਦਾ ਸੰਬੰਧ ਬੋਲਣ ਕੌਸ਼ਲ ਦੇ ਨਾਲ ਹੈ, ਪਰ ਇਸ ਦੇ ਨਾਲ ਸੁਣਨ ਕੌਸ਼ਲ ਦਾ ਵਿਕਾਸ ਵੀ ਹੁੰਦਾ ਹੈ।
ਕਿਵੇਂ? ਕਿਉਂਕਿ ਜਦੋਂ ਇੱਕ ਜਣਾ ਭਾਸ਼ਣ ਦਿੰਦਾ ਹੈ, ਭਾਸ਼ਣ ਬੋਲ ਰਿਹਾ ਹੁੰਦਾ ਹੈ, ਤਾਂ ਦੂਸਰੇ ਜਿਹੜੇ ਸਰੋਤੇ ਸੁਣ ਰਹੇ ਹੁੰਦੇ ਹਨ, ਉਹਨਾਂ ਦਾ ਜਦੋਂ ਸਰੋਤੇ ਦੇ ਰੂਪ ਵਿੱਚ ਉਹਨਾਂ ਦੇ ਸੁਣਨ ਕੌਸ਼ਲ ਦਾ ਵਿਕਾਸ ਹੋ ਰਿਹਾ ਹੁੰਦਾ ਹੈ ਭਾਸ਼ਣ ਦੀ ਕਿਰਿਆ ਦੇ ਵਿੱਚ। ਤੀਸਰੀ ਗੱਲ ਹੈ ਜੀ ਉੱਚੀ ਪਾਠ। ਦੇਖੋ ਜੀ, ਉੱਚੀ ਪਾਠ ਦਾ ਸੰਬੰਧ ਸਾਨੂੰ ਪਤਾ ਹੈ ਕਿ ਪੜ੍ਹਨ ਕੌਸ਼ਲ ਦੇ ਨਾਲ ਹੈ। ਵੀ ਪੜ੍ਹਨ ਕੌਸ਼ਲ ਦੇ ਵਿੱਚ ਆਪਾਂ ਉੱਚੀ ਪਾਠ ਅਤੇ ਮੌਨ ਪਾਠ ਇਹਨਾਂ ਦੀਆਂ ਗੱਲਾਂ ਆਪਾਂ ਪੜ੍ਹਨ ਕੌਸ਼ਲ ਦੇ ਵਿੱਚ ਕਰਨੀਆਂ ਹਨ। ਪਰ ਇੱਥੇ ਕੀ ਹੈ, ਦੇਖੋ ਜੀ, ਉੱਚੀ ਪਾਠ ਦੇ ਵਿੱਚ ਇੱਕ ਹੁੰਦਾ ਹੈ ਜੀ ਆਦਰਸ਼ ਪਾਠ, ਇੱਕ ਹੁੰਦਾ ਜੀ ਅਨੁਕਰਨ ਪਾਠ। ਜਦੋਂ ਅਧਿਆਪਕ ਉੱਚੀ ਆਵਾਜ਼ ਦੇ ਵਿੱਚ ਆਪ ਜਮਾਤ ਦੇ ਵਿੱਚ ਬੋਲ ਕੇ ਜਿਹੜਾ ਵਿਸ਼ਾ ਵਸਤੂ ਹੈ ਉਸ ਨੂੰ ਪੜ੍ਹਾਉਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਆਦਰਸ਼ ਪਾਠ। ਕਿਉਂਕਿ ਅਧਿਆਪਕ ਦੇ ਵਾਸਤੇ ਸਭ ਤੋਂ ਵੱਡਾ ਜਿਹੜਾ ਨਮੂਨਾ ਹੈ, ਇੱਕ ਮਾਡਲ ਹੈ, ਉਹ ਆਦਰਸ਼ ਨਮੂਨਾ ਕਿਹੜਾ ਹੈ? ਉਹ ਅਧਿਆਪਕ ਹੈ ਬੱਚੇ ਲਈ। ਇਸੇ ਕਰਕੇ ਇਸ ਦਾ ਨਾਮ ਦਿੱਤਾ ਗਿਆ ਹੈ ਆਦਰਸ਼ ਪਾਠ। ਇਹ ਅਧਿਆਪਕ ਨੇ ਕਰਨਾ ਹੈ ਜੀ ਕਲਾਸ ਦੇ ਵਿੱਚ। ਜਦੋਂ ਅਧਿਆਪਕ ਵਿਸ਼ੇ ਵਸਤੂ ਨਾਲ ਸੰਬੰਧਿਤ ਪਾਠ ਨੂੰ ਉੱਚੀ ਆਵਾਜ਼ ਦੇ ਵਿੱਚ, ਉੱਚੀ ਦਾ ਮਤਲਬ ਸਰਲ ਅਤੇ ਸਪਸ਼ਟ, ਉੱਚੀ ਹੈ ਦਾ ਮਤਲਬ ਵੀ ਗਲਾ ਪਾੜੀ ਜਾਵੇ, ਐਵੇਂ ਨਹੀਂ ਗਾ ਮਤਲਬ ਉੱਚੀ ਦਾ ਮਤਲਬ ਹੈ ਕਿ ਸਰਲ ਅਤੇ ਸਪਸ਼ਟ ਅਤੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਕੇ ਜਦੋਂ ਅਧਿਆਪਕ ਜਮਾਤ ਦੇ ਵਿੱਚ ਆਦਰਸ਼ ਪਾਠ ਕਰਦਾ ਹੈ ਤਾਂ ਉਦੋਂ ਬੱਚੇ ਕੀ ਕਰ ਰਹੇ ਹਨ? ਬੱਚਿਆਂ ਦੇ ਸੁਣਨ ਕੌਸ਼ਲ ਦਾ ਵਿਕਾਸ ਹੋ ਰਿਹਾ ਹੈ। ਬੱਚੇ ਅਧਿਆਪਕ ਨੂੰ ਸੁਣ ਰਹੇ ਹਨ, ਉਦੋਂ ਬੱਚਿਆਂ ਦਾ ਕੀ ਹੋ ਰਿਹਾ ਜੀ? ਸੁਣਨ ਕੌਸ਼ਲ ਦਾ ਵਿਕਾਸ ਹੋ ਰਿਹਾ ਹੈ। ਵਾਹ ਜੀ ਵਾਹ, ਗੱਲ ਸਹੀ ਹੋ ਗਈ ਜੀ। ਹੁਣ ਹੈ ਜੀ ਗੱਲ 4 ਨੰਬਰ 'ਤੇ ਵਾਦ ਵਿਵਾਦ, ਡਿਬੇਟ ਜਿਹਨੂੰ ਕਹਿ ਦਿੰਦੇ ਆ। ਡਿਬੇਟ ਵਾਸਤੇ ਦੇਖੋ ਜੀ, ਇੱਕ ਜਮਾਤ ਦੇ ਵਿੱਚ ਬੱਚਿਆਂ ਨੂੰ 2 ਭਾਗਾਂ ਦੇ ਵਿੱਚ ਜਿਵੇਂ ਵੰਡ ਲਿਆ, 2 ਭਾਗਾਂ ਦੇ ਵਿੱਚ ਵੰਡ ਕੇ ਇੱਕ ਕੋਈ ਰੱਖ ਲਿਆ ਸਬਜੈਕਟ, ਵੀ ਕਿਹੜੇ ਸਬਜੈਕਟ 'ਤੇ ਆਪਾਂ ਵਾਦ ਵਿਵਾਦ ਕਰਨਾ ਹੈ ਨਾ। ਵਾਦ ਵਿਵਾਦ ਕਰਨਾ ਜਦੋਂ, ਜਾਂ ਡਿਬੇਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਦੇਖੋ ਜੀ, ਅੱਜ ਵਾਲੀ ਵਾਦ ਵਿਵਾਦ ਦਾ ਨਹੀਂ ਮੈਂ ਕਹਿੰਦਾ, ਜਿਹੜੀ ਅੱਜ ਤੁਸੀਂ TV ਚੈਨਲਾਂ 'ਤੇ ਵੇਖਦੇ ਆ, ਉਹ ਨਹੀਂ। ਉਹ ਵਾਦ ਵਿਵਾਦ ਤਾਂ ਐਂ ਆ ਜਿਵੇਂ ਅਵਧ ਦੇ ਨਵਾਬ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਕੁੱਕੜ ਨਹੀਂ ਲੜਾਉਂਦੇ ਹੁੰਦੇ ਸੀ ਆਪਸ ਦੇ ਵਿੱਚ, ਉਹ ਵਾਦ ਵਿਵਾਦ ਨਹੀਂ ਕਰਨਾ ਗਾ। ਛੋਟੇ ਬੱਚਿਆਂ ਦਾ ਵਾਦ ਵਿਵਾਦ ਦਾ ਮਤਲਬ ਕੀ ਹੈ ਕਿ ਇੱਕ ਆਰਾਮ ਜੀ। ਦੇਖੋ ਜੀ, ਛੋਟੇ ਬੱਚਿਆਂ ਦਾ ਤਾਂ ਮਤਲਬ ਨਹੀਂ ਗਾ। ਵਾਦ ਵਿਵਾਦ ਦਾ ਸੰਬੰਧ ਹੈ ਜਿਹੜਾ, ਉਹ ਮਿਡਲ ਅਤੇ ਵੱਡੀਆਂ ਸ਼੍ਰੇਣੀਆਂ ਦੇ ਨਾਲ ਹੈ, ਖਾਸ ਕਰਕੇ ਉੱਚ ਸ਼੍ਰੇਣੀਆਂ ਦੇ ਨਾਲ ਹੈ ਇਹਦਾ ਸੰਬੰਧ। ਸੋ ਉੱਚ ਸ਼੍ਰੇਣੀਆਂ ਦੇ ਨਾਲ ਸੰਬੰਧ ਹੋਣ ਕਰਕੇ ਵਾਦ ਵਿਵਾਦ ਹੈ ਜਿਹੜਾ, ਇਹ ਸੁਣਨ ਕੌਸ਼ਲ ਦੇ ਵਿੱਚ ਕਿਵੇਂ ਸਹਾਇਕ ਸਿੱਧ ਹੁੰਦਾ ਹੈ? ਉਦੋਂ ਕੀ ਹੈ ਕਿ ਵਾਦ ਵਿਵਾਦ ਦੇ ਵਿੱਚ ਕੋਈ ਇੱਕ ਵਿਸ਼ਾ ਚੁਣ ਲਿਆ, ਮੰਨ ਲਓ ਵਿਸ਼ਾ ਚੁਣ ਲਿਆ ਕਿ ਪ੍ਰੀਖਿਆ ਜਿਹੜੀ ਉਹ ਹੋਣੀ ਚਾਹੀਦੀ ਹੈ ਕਿ ਨਹੀਂ, ਐਗਜ਼ਾਮ ਹੋਣੇ ਚਾਹੀਦੇ ਹੈ ਕਿ ਨਹੀਂ, ਤਾਂ ਉਹਦੇ ਵਿੱਚ ਕੀ ਹੈ ਕਿ ਕੁਝ ਇੱਕ ਵਿਦਿਆਰਥੀ ਜਿਹੜੇ, ਇੱਕ ਪਾਸੇ ਵਾਲੇ ਵਿਦਿਆਰਥੀ ਤਾਂ ਕਹਿਣਗੇ ਜੀ ਹੋਣੀ ਚਾਹੀਦੀ ਹੈ, ਇੱਕ ਪਾਸੇ ਵਾਲੇ ਕਹਿਣਗੇ ਵੀ ਜਿਨ੍ਹਾਂ ਨੇ ਨਹੀਂ ਪੇਪਰ ਦੇਣੇ ਉਹ ਕਹਿਣਗੇ ਜੀ ਨਹੀਂ ਹੋਣੀ ਚਾਹੀਦੀ। ਸੋ ਦੋਨੋਂ ਪ੍ਰਕਾਰ ਦੇ ਵਿਦਿਆਰਥੀ ਵਾਦ ਵਿਵਾਦ ਦੇ ਵਿੱਚ, ਅਧਿਆਪਕ ਇੱਕ ਮਾਰਗਦਰਸ਼ਕ ਦੇ ਰੂਪ ਵਿੱਚ ਬੈਠਾ ਰਹੂਗਾ, ਡਾਂਗਾ ਸੋਟੀਆਂ ਨਾ ਚੱਲ ਜਾਣ ਦੋਵੇਂ ਪਾਸਿਓਂ, ਉਹਦੇ ਵਾਸਤੇ ਥੋੜ੍ਹਾ ਜਿਹਾ ਮਤਲਬ ਕਿ ਉਹਨਾਂ ਨੂੰ ਗਾਈਡ ਕਰਦਾ ਰਹੂਗਾ। ਕਹਿਣ ਦਾ ਮਤਲਬ ਅਧਿਆਪਕ ਇੱਕ ਗਾਈਡ ਦੇ ਤੌਰ 'ਤੇ ਮਤਲਬ ਕਿ ਵਾਦ ਵਿਵਾਦ ਕਿਰਿਆ ਦੇ ਵਿੱਚ ਆਪਣਾ ਮਾਰਗਦਰਸ਼ਕ ਦੇ ਤੌਰ 'ਤੇ ਆਪਣੀ ਕਿਰਿਆ ਨੂੰ ਨਿਭਾਵੇਗਾ। ਹੁਣ ਇੱਕ ਗੱਲ ਹੈ ਜੀ, ਇੱਕ ਹੈਗੀ ਹੈ ਜੀ ਪ੍ਰਸ਼ਨ ਉੱਤਰ ਵਿਧੀ। ਇਹ ਹੈ ਜੀ, ਇਹ ਬੜੀ ਇੰਪੋਰਟੈਂਟ ਵਿਧੀ ਹੈ ਜੀ ਪ੍ਰਸ਼ਨ ਉੱਤਰ ਵਿਧੀ। ਪ੍ਰਸ਼ਨ ਉੱਤਰ ਵਿਧੀ ਸੁਣਨ ਕੌਸ਼ਲ ਦੇ ਵਿਕਾਸ ਵਿੱਚ ਕਿਵੇਂ ਸਹਾਇਕ ਸਿੱਧ ਹੁੰਦੀ ਹੈ? ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਹੋਇਆ ਹੈ ਕਿ ਨਹੀਂ? ਚਲਦੀ ਜਮਾਤ ਦੇ ਵਿੱਚ ਜੇਕਰ ਤੁਸੀਂ ਇਸ ਗੱਲ ਦਾ ਪਤਾ ਲਵਾਉਣਾ ਹੈ ਤਾਂ ਸਭ ਤੋਂ ਵਧੀਆ ਚੀਜ਼ ਹੈ ਜੀ ਪ੍ਰਸ਼ਨ ਉੱਤਰ ਵਿਧੀ। ਇਹਦੇ ਵਰਗੀ ਗੱਲ ਹੀ ਨਹੀਂ ਕਿਤੇ। ਦੇਖੋ ਕਿਵੇਂ ਤੁਸੀਂ ਜਮਾਤ ਦੇ ਵਿੱਚ ਪਾਠ ਪੜ੍ਹਾ ਰਹੇ ਹੋ, ਪਾਠ ਤੁਸੀਂ ਪੜ੍ਹਾਤਾ, ਤੁਸੀਂ ਕੀ ਕੀਤਾ ਵੀ 2 ਪਹਿਰੇ ਪੜ੍ਹਾ ਚੁੱਕੇ ਹੋ, 2 ਪਹਿਰੇ ਤੁਸੀਂ ਵਧੀਆ ਪੜ੍ਹਾਏ ਆ ਜੀ, ਆਪ ਦਾ ਪੂਰਾ ਜ਼ੋਰ ਲਾਤਾ, ਪੂਰੀ ਬਾਹ ਲਾਤੀ ਹੈ। ਹੁਣ ਤੁਸੀਂ ਦੇਖਣਾ ਹੈ ਵੀ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਹੈਗਾ ਕਿ ਨਹੀਂ। ਜੋ ਮੈਂ ਬੱਚੇ ਨੂੰ ਵਿਸ਼ਾ ਵਸਤੂ ਜਿਹੜਾ ਮੈਂ ਪੜ੍ਹਾਇਆ ਹੈ, ਕੀ ਉਹ ਵਿਸ਼ਾ ਵਸਤੂ ਬੱਚੇ ਨੇ ਗ੍ਰਹਿਣ ਕੀਤਾ ਹੈ ਜਾਂ ਨਹੀਂ? ਇਹਦਾ ਮਤਲਬ ਇਹੀ ਹੈ ਨਾ, ਗ੍ਰਹਿਣ ਕਰੇਗਾ ਤਾਂ ਹੀ ਜੇਕਰ ਉਸ ਦੇ ਸੁਣਨ ਕੌਸ਼ਲ ਦਾ ਵਿਕਾਸ ਹੋਵੇਗਾ, ਹੈ ਨਾ। ਗ੍ਰਹਿਣ ਕਰਨ ਤੋਂ ਮਤਲਬ ਇਹੀ ਹੈ ਨਾ, ਸੁਣਨ ਕੌਸ਼ਲ। ਸੋ ਉਸਨੇ ਇਸ ਵਿਸ਼ਾ ਵਸਤੂ ਨੂੰ ਗ੍ਰਹਿਣ ਕੀਤਾ ਹੈ ਜਾਂ ਨਹੀਂ, ਉਹਦੇ ਵਾਸਤੇ ਅਧਿਆਪਕ ਉਹ ਪੜ੍ਹਾਏ ਹੋਏ ਜਿਹੜੇ ਉਸਦੇ ਪਹਿਰੇ ਨੇ ਉਹਨਾਂ ਦੇ ਵਿੱਚੋਂ ਪ੍ਰਸ਼ਨ ਪੁੱਛੇਗਾ। ਜਦੋਂ ਪ੍ਰਸ਼ਨ ਉੱਤਰ ਵਿਧੀ ਦੀ ਵਰਤੋਂ ਕਰੇਗਾ ਤਾਂ ਬੱਚਾ ਜੇਕਰ ਸਪਸ਼ਟ ਰੂਪ ਦੇ ਵਿੱਚ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ, ਅਧਿਆਪਕ ਨੂੰ ਸੰਤੁਸ਼ਟ ਕਰ ਰਿਹਾ ਹੈ, ਤਾਂ ਉਸ ਕਿਰਿਆ ਦੇ ਰੂਪ ਵਿੱਚ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਹੁਣ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਹੋ ਰਿਹਾ ਹੈ। ਕਿਉਂਕਿ ਜੋ ਅਧਿਆਪਕ ਨੇ ਵਿਸ਼ਾ ਵਸਤੂ ਬੱਚੇ ਨੂੰ ਪੜ੍ਹਾਇਆ ਸੀ ਉਸ ਨੂੰ ਬੱਚੇ ਨੇ ਗ੍ਰਹਿਣ ਕਰ ਲਿਆ ਹੈ। ਇੱਕ ਹੋਰ ਹੈ ਜੀ 6 ਨੰਬਰ 'ਤੇ ਕਿਹੜੀ ਵਿਧੀ ਹੈ? ਕਹਾਣੀ ਸੁਣਨਾ ਅਤੇ ਸੁਣਾਉਣਾ। ਦੇਖੋ ਜੀ, ਕਹਾਣੀ ਸੁਣਨਾ ਅਤੇ ਸੁਣਾਉਣਾ ਇਹ ਹੈਗੀ ਹੈ ਜੀ ਬੱਚੇ ਦੀ ਜਨਮਜਾਤ ਪ੍ਰਵਿਰਤੀ।
ਜਮਾਂਦਰੂ ਪ੍ਰਵਰਤੀ ਜਿਹਨੂੰ ਕਹਿ ਦਿੰਦੇ ਆ। ਜਮਾਂਦਰੂ ਦਾ ਮਤਲਬ ਹੈ ਜਨਮਜਾਤ, ਜਮਾਂਦਰੂ ਪ੍ਰਵਰਤੀ ਹੈ ਜੀ ਉਸ ਦੀ। ਬੱਚਾ ਛੋਟਿਆਂ ਹੁੰਦਿਆਂ ਤੋਂ ਹੀ ਇਸ ਕਹਾਣੀ ਨੂੰ ਸੁਣਨ ਅਤੇ ਸੁਣਾਉਣ ਦੇ ਵਿੱਚ ਬਹੁਤ ਜ਼ਿਆਦਾ ਰੁਚੀ ਲੈਂਦਾ ਹੈ। ਇਸ ਕਰਕੇ ਆਰੰਭਿਕ ਸ਼੍ਰੇਣੀਆਂ ਦੇ ਵਿੱਚ ਅਧਿਆਪਕ ਦਾ ਇਹ ਫਰਜ਼ ਬਣਦਾ ਹੈ ਕਿ ਅਧਿਆਪਕ ਬੱਚਿਆਂ ਦੇ ਜੇਕਰ ਸੁਣਨ ਕੌਸ਼ਲ ਦੇ ਵਿਕਾਸ ਨੂੰ ਪ੍ਰੋਪਰ ਤਰੀਕੇ ਨਾਲ ਵਿਕਸਿਤ ਕਰਨਾ ਹੈ ਤਾਂ ਉਸ ਦੇ ਰੂਪ ਵਿੱਚ ਕੀ ਕਰੇਗਾ, ਅਧਿਆਪਕ ਬੱਚੇ ਨੂੰ ਕਹਾਣੀ ਸੁਣਾਏਗਾ ਜੀ ਅਤੇ ਉਸ ਨੂੰ ਕਹਾਣੀ ਸੁਣਾਉਣ ਲਈ ਵੀ ਆਖੇਗਾ। ਕਹਾਣੀਆਂ ਪਸ਼ੂ ਪੰਛੀਆਂ ਨਾਲ ਸੰਬੰਧਿਤ ਹੋਣ, ਰਾਜੇ ਰਾਣੀਆਂ ਨਾਲ ਸੰਬੰਧਿਤ ਕਹਾਣੀਆਂ, ਪਰਾ ਭੌਤਿਕ ਘਟਨਾਵਾਂ, ਪਰਾ ਸਰੀਰਕ ਘਟਨਾਵਾਂ, ਪਰਾ ਭੌਤਿਕ ਕਾਲਪਨਿਕ ਜਿਨ੍ਹਾਂ ਨੂੰ ਕਹਿ ਦਿੰਦੇ ਆ, ਪਰਾ ਭੌਤਿਕ ਪਰਾ ਸਰੀਰਕ ਜਿਨ੍ਹਾਂ ਨੂੰ ਕਹਿ ਦਿੰਦੇ ਆ ਆਪਾਂ, ਇਹਨਾਂ ਦਾ ਸੰਬੰਧ ਹੁੰਦਾ ਹੈ ਜੀ ਕਾਲਪਨਿਕ ਜਿਹੜੀਆਂ ਘਟਨਾਵਾਂ ਹੁੰਦੀਆਂ ਉਹਨਾਂ ਦੇ ਨਾਲ ਸੰਬੰਧਿਤ। ਇਹ ਜਿਹੜੀਆਂ ਗੱਲਾਂ ਬੱਚੇ ਨੂੰ ਇਹ ਕਹਾਣੀਆਂ ਸੁਣਾਈਆਂ ਜਾਣਗੀਆਂ, ਬੱਚੇ ਦੀ ਕਲਪਨਾ ਸ਼ਕਤੀ ਦਾ ਵਿਕਾਸ ਹੋਵੇਗਾ ਅਤੇ ਨਾਲ ਨਾਲ ਉਸ ਦੇ ਸੁਣਨ ਕੌਸ਼ਲ ਦਾ ਵਿਕਾਸ ਹੋਵੇਗਾ। ਉਸ ਤੋਂ ਬਾਅਦ ਹੈ ਜੀ ਬੋਲ ਲਿਖਤ। ਬੋਲ ਲਿਖਤ ਜਿਹਨੂੰ ਕਹਿ ਦਿੰਦੇ ਆ ਜ਼ਬਾਨੀ ਲਿਖਾਈ, ਮਲਾਹ, ਡਿਕਟੇਸ਼ਨ। ਬੋਲ ਲਿਖਤ ਹੈ ਜਿਹੜਾ ਉਹ ਆਪਾਂ ਸੁਣਿਆ ਹੀ ਨਾਮ ਕਿ ਅਧਿਆਪਕ ਹੈ ਜਿਹੜਾ ਉਹ ਪਾਠ ਪੁਸਤਕ ਦੇ ਵਿੱਚ ਕੋਈ ਇੱਕ ਪਹਿਰਾ ਮਤਲਬ ਬੋਲਦਾ ਜਾਂਦਾ, ਹੌਲੀ ਹੌਲੀ ਬੱਚੇ ਉਸ ਨੂੰ ਨਾਲ ਨਾਲ ਲਿਖਦੇ ਜਾਂਦੇ ਹਨ। ਬੋਲ ਲਿਖਤ ਦਾ ਸੰਬੰਧ ਹੈਗਾ ਜੀ ਲਿਖਣ ਕੌਸ਼ਲ ਦੇ ਨਾਲ ਵੈਸੇ ਤਾਂ, ਪਰ ਅਧਿਆਪਕ ਜਦੋਂ ਆਦਰਸ਼ ਰੂਪ ਦੇ ਵਿੱਚ ਬੋਲਦਾ ਹੈ ਤਾਂ ਉਦੋਂ ਬੱਚੇ ਸੁਣ ਕੇ ਲਿਖਦੇ ਨੇ ਇਸ ਗੱਲ ਨੂੰ। ਇਸ ਕਰਕੇ ਇਸ ਦਾ ਸੰਬੰਧ ਬੋਲ ਲਿਖਤ ਦਾ ਸੰਬੰਧ ਸਾਡੇ ਲਿਖਣ ਕੌਸ਼ਲ ਦੇ ਨਾਲ ਵੀ ਹੈ ਅਤੇ ਨਾਲ ਨਾਲ ਸੁਣਨ ਕੌਸ਼ਲ ਦੇ ਨਾਲ ਵੀ ਹੈ। ਬੋਲ ਲਿਖਤ ਜਾਂ ਜ਼ਬਾਨੀ ਲਿਖਾਈ ਜਾਂ ਇਸ ਨੂੰ ਕਿਹਾ ਜਾਂਦਾ ਹੈ ਮਲਾਹ ਵੀ ਕਹਿ ਦਿੱਤਾ ਜਾਂਦਾ ਹੈ। ਰੰਗ ਮਹਿੰਦੀ ਦਾ ਫਿੱਕੜਾ ਹੋਇਆ ਸਾਡੇ ਲੀਰਾ ਕਰ ਗਿਓ ਬਾਣੀ, ਜਾਵੇ ਮਲਾਹ ਤੱਕ ਦੇ ਬੇੜੀ, ਜਾਵੇ ਮਲਾਹ ਡੱਕ ਦੇ ਬੇੜੀ, ਅਸਣੀ ਲੱਗਣਾ ਨਹੀਂ ਟਿਕਾਣੇ, ਤੂੰ ਅਸੀਂ ਵੀ ਰੰਗ ਉਹੀਓ ਚੁਣ ਲੈ ਵੇ ਤੂੰ ਜਿਹੜੇ ਰੰਗ ਪਛਾਣੇ। ਸੋ ਇਹਨੂੰ ਮਲਾਹ ਦਾ ਮਤਲਬ ਕੀ ਹੈ ਕਿ ਬੇੜੀ ਚਲਾਉਣ ਵਾਲਾ ਜਿਹੜਾ ਹੁੰਦਾ ਉਸ ਨੂੰ ਕਹਿ ਦਿੰਦੇ ਆ ਮਲਾਹ। ਬੇੜੀ ਚਲਾਉਣ ਵਾਲਾ, ਬੇੜੀ ਚਲਾਉਣ ਵਾਲਾ ਮਾਂਝੀ ਵੀ ਕਹਿ ਦਿੰਦੇ ਆ, ਹੈ ਨਾ, ਸ਼ਾਇਦ ਇਸ ਨੂੰ ਮੈਨੂੰ ਲੱਗਦਾ ਮਾਂਝੀ ਵੀ ਕਿਹਾ ਜਾਂਦਾ ਇਸ ਨੂੰ, ਮਾਂਝੀ। ਸੋ ਇਹਦੇ ਵਿੱਚ ਇਹ ਜਿਹੜਾ ਬੋਲ ਲਿਖਤ ਦੇ ਰੂਪ ਵਿੱਚ ਆਪਾਂ ਗੱਲ ਕੀਤੀ ਹੈ ਕਿ ਜਦੋਂ ਅਧਿਆਪਕ ਬੋਲ ਕੇ ਇੱਕ ਤਰ੍ਹਾਂ ਦਾ ਮਤਲਬ ਬੱਚੇ ਨੂੰ ਲਿਖਾ ਰਿਹਾ ਹੁੰਦਾ ਹੈ, ਪਾਠ ਪੁਸਤਕ ਦੇ ਵਿੱਚੋਂ ਉਹ ਬੋਲਦਾ ਜਾਂਦਾ ਹੈ, ਹੌਲੀ ਹੌਲੀ ਬੱਚੇ ਨਾਲ ਨਾਲ ਸੁਣ ਕੇ ਲਿਖਦੇ ਹਨ। ਇਹਦਾ ਮਤਲਬ ਕੀ ਹੈ ਕਿ ਬੋਲ ਲਿਖਤ ਦਾ ਜਿਹੜਾ ਬੋਲ ਲਿਖਤ ਜਿਹੜੀ ਕਿਰਿਆ ਹੈ, ਬੋਲ ਲਿਖਤ ਜਿਹੜੀ ਵਿਧੀ ਹੈ ਉਸ ਦਾ ਸੰਬੰਧ ਲਿਖਣ ਕੌਸ਼ਲ ਦੇ ਨਾਲ ਨਾਲ ਸੁਣਨ ਕੌਸ਼ਲ ਦੇ ਨਾਲ ਵੀ ਹੈ। ਇਹ ਹੈ ਜੀ ਸਾਡੀਆਂ ਸੁਣਨ ਕੌਸ਼ਲ ਦੀਆਂ ਵਿਧੀਆਂ ਜਾਂ ਕਿਰਿਆਵਾਂ ਜਾਂ ਅਭਿਆਸ ਜਿਹਨੂੰ ਕਹਿ ਦਿੰਦੇ ਆ। ਹਾਂਜੀ, ਹੁਣ ਗੱਲ ਕਰੀਏ ਜੀ ਸੁਣਨ ਕੌਸ਼ਲ ਦੇ ਵਿਕਾਸ ਵਿੱਚ ਸਹਾਇਕ ਸਮੱਗਰੀ ਕਿਹੜੀ ਕਿਹੜੀ ਚਾਹੀਦੀ ਹੈ। ਦ੍ਰਿਸ਼ ਸ਼ਰਵ ਸਾਧਨ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਹੈ ਨਾ, ਕਿਹੜੇ ਕਿਹੜੇ ਸ਼ਰਵ ਸਾਧਨ ਕਿਹੜੇ ਕਿਹੜਿਆਂ ਦੀ ਆਪਾਂ ਗੱਲ ਕਰਦੇ ਹਾਂ। ਦੇਖੋ ਜੀ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਸ਼ਰਵ ਸਾਧਨ ਨੇ ਜਿਨ੍ਹਾਂ ਦਾ ਸੰਬੰਧ ਹੈਗਾ ਜੀ ਉਚਾਰਨ ਸਿੱਖਿਆ ਦੇ ਨਾਲ। ਪਰ ਉਚਾਰਨ ਸਿੱਖਿਆ ਉਦੋਂ ਹੀ ਮੁਕੰਮਲ ਹੁੰਦੀ ਹੈ ਜਦੋਂ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਹੁੰਦਾ ਹੋਵੇ। ਇਸ ਕਰਕੇ ਜਿਵੇਂ ਸਭ ਤੋਂ ਪਹਿਲਾਂ ਹੈ ਜੀ ਗ੍ਰਾਮੋਫੋਨ। ਇਹਦੇ ਵਿੱਚ ਕੀ ਹੈ ਜੀ, ਰਿਕਾਰਡ ਪਹਿਲਾਂ ਕੀਤੀਆਂ ਗਈਆਂ ਕੁਝ ਚੀਜ਼ਾਂ, ਜਿਵੇਂ ਪਹਿਲਾਂ ਕਿਸੇ ਦੇ ਭਾਸ਼ਣ ਵਿਚਾਰਾਂ ਨੂੰ ਰਿਕਾਰਡ ਕਰਕੇ ਰਿਕਾਰਡ ਰੂਪ ਦੇ ਵਿੱਚ ਗੀਤ ਅਤੇ ਕਵਿਤਾ ਅਤੇ ਕਾਵਿ ਟੁਕੜੇ ਬੱਚੇ ਨੂੰ ਸੁਣਾਏ ਜਾਂਦੇ ਹਨ ਅਤੇ ਇਸ ਦੇ ਨਾਲ ਬੱਚੇ ਦਾ ਸੁਣਨ ਕੌਸ਼ਲ ਦਾ ਵਿਕਾਸ ਹੁੰਦਾ ਹੈ। ਗ੍ਰਾਮੋਫੋਨ ਦੇ ਵਿੱਚ ਬੱਚਾ ਸ਼ੁੱਧ ਉਚਾਰਨ ਵੀ ਸਿੱਖਦਾ ਹੈ। ਗ੍ਰਾਮੋਫੋਨ ਅਤੇ ਸਾਡਾ ਲਿੰਗਵਾ ਫੋਨ ਹੋ ਗਿਆ, ਸਾਡਾ ਟੇਪ ਰਿਕਾਰਡਰ, ਇਹ ਜਿਹੜੀਆਂ ਤਿੰਨ ਚੀਜ਼ਾਂ ਹਨ ਇਹਨਾਂ ਤਿੰਨਾਂ ਦਾ ਸੰਬੰਧ ਭਾਸ਼ਾ ਦੇ ਸ਼ੁੱਧ ਉਚਾਰਨ ਦੇ ਨਾਲ ਹੈ। ਪਰ ਸ਼ੁੱਧ ਉਚਾਰਨ ਦੀ ਮੈਂ ਗੱਲ ਕਰ ਰਿਹਾ ਵਾਰ-ਵਾਰ ਕਿ ਸ਼ੁੱਧ ਉਚਾਰਨ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਮੁਕੰਮਲ ਪੂਰਾ ਹੋ ਗਿਆ ਹੋਵੇ। ਉਹਦੇ ਵਾਸਤੇ ਇਹਨਾਂ ਚੀਜ਼ਾਂ ਦੀ ਉਹਦੇ ਵਾਸਤੇ ਵੀ ਵਰਤੋਂ ਕੀਤੀ ਜਾਂਦੀ ਹੈ, ਇਹ ਸਹਾਇਕ ਸਮੱਗਰੀ ਦੀ। ਹੁਣ ਗੱਲ ਆ ਗਈ ਜੀ ਟੇਪ ਰਿਕਾਰਡਰ ਦੀ। ਟੇਪ ਰਿਕਾਰਡਰ ਦੇ ਵਿੱਚ ਵੇਖੋ ਜੀ ਆਪਾਂ ਕਿਸੇ ਵੀ ਸਮੇਂ ਕਿਸੇ ਦੇ ਵਿਚਾਰਾਂ ਨੂੰ, ਅਧਿਆਪਕ ਦੀਆਂ ਗੱਲਾਂ ਨੂੰ ਜਾਂ ਕਿਸੇ ਦੇ ਭਾਵਾਂ ਨੂੰ ਅਸੀਂ ਕਦੋਂ ਵੀ ਰਿਕਾਰਡ ਕਰ ਸਕਦੇ ਹਾਂ। ਭਾਸ਼ਣਾਂ ਨੂੰ, ਗੋਸ਼ਟੀਆਂ ਨੂੰ, ਇਹਨਾਂ ਨੂੰ ਰਿਕਾਰਡ ਕਰਕੇ ਆਪਾਂ ਕਿਸੇ ਵੀ ਸਮੇਂ ਸੁਣ ਸਕਦੇ ਹਾਂ। ਟੇਪ ਰਿਕਾਰਡਰ ਦਾ ਜਿਹੜਾ ਸਭ ਤੋਂ ਵੱਡਾ ਮਹੱਤਵ ਹੈ ਉਹ ਹੈਗਾ ਜੀ ਸ਼ੁੱਧ ਉਚਾਰਨ ਲਈ। ਹੁਣ ਦੇਖੋ ਜੀ ਇੱਥੇ ਹੁਣ ਤੁਸੀਂ ਉਹ ਪ੍ਰਸ਼ਨ ਜ਼ਰੂਰ ਕਰੋਗੇ ਜਿਹੜਾ 2 ਵਾਰੀ ਰਿਪੀਟ ਹੋ ਚੁੱਕਿਆ ਕਿ ਸ਼ੁੱਧ ਉਚਾਰਨ ਲਈ ਕਿਹੜਾ ਸਾਧਨ ਵਧੇਰੇ ਲਾਭਦਾਇਕ ਸਹਾਇਕ ਹੋ ਸਕਦਾ ਹੈ। ਸ਼ਾਇਦ ਇਵੇਂ ਦਾ ਹੀ ਪ੍ਰਸ਼ਨ ਸੀ ਕਿ ਭਾਸ਼ਾ ਦੇ ਸ਼ੁੱਧ ਉਚਾਰਨ ਲਈ ਕਿਹੜਾ ਸਾਧਨ ਵਧੇਰੇ ਲਾਭਦਾਇਕ ਹੋ ਸਕਦਾ ਹੈ। ਉਹਦੇ ਵਿੱਚ ਦੇਖੋ ਜੀ 2 ਆਪਸ਼ਨ ਬੜੇ ਜ਼ਰੂਰੀ ਦਿੱਤੇ ਸੀਗੇ, ਇੱਕ ਤਾਂ ਸਾਡਾ ਟੇਪ ਰਿਕਾਰਡਰ, ਇੱਕ ਸੀਗਾ ਜੀ ਟੈਲੀਵਿਜ਼ਨ।
ਜਿਹੜੀ 2015 ਵਾਲੀ ਭਰਤੀ ਸੀ ਉਹਦੇ ਵਿੱਚ ਇਸ ਦਾ ਉੱਤਰ ਮੰਨਿਆ ਗਿਆ ਸੇਮ ਹੀ ਕੁਐਸਚਨ ਸੇਮ ਹੀ ਉੱਤਰ ਮੰਨਿਆ ਗਿਆ ਟੇਪ ਰਿਕਾਰਡਰ। ਚਲੋ ਇੱਥੇ ਤਾਂ ਗੱਲ ਸਮਝ ਦੇ ਵਿੱਚ ਆ ਗਈ। ਜਿਹੜੀ ਆ 2017 ਦੇ ਵਿੱਚ ਹੋਈ ਆ ਇਹਦੇ ਵਿੱਚ ਆਨਸਰ ਮੰਨ ਲਿਆ ਗਿਆ ਟੈਲੀਵਿਜ਼ਨ। ਤੇ ਦੇਖੋ ਜੀ ਰੀਜ਼ਨ ਥੋੜ੍ਹੇ ਜਿਹੇ ਦੋਵੇਂ ਹੀ ਬਣਦੇ ਆ ਜੀ, ਦੋਨੇ ਹੀ ਕਿਤੇ ਨਾ ਕਿਤੇ ਹੋ ਜਾਂਦੇ ਆ। ਵੈਸੇ ਟੇਪ ਰਿਕਾਰਡਰ ਹੈ ਜਿਹੜਾ ਉਹ ਜ਼ਿਆਦਾ ਬਿਹਤਰ ਆਪਸ਼ਨ ਹੈ, ਸੋ ਦੋਨੋਂ ਪਾਉਣੇ ਨਹੀਂ ਸੀ ਚਾਹੀਦੇ। ਕਿਉਂ? ਕਿਉਂਕਿ ਦੇਖੋ ਟੇਪ ਰਿਕਾਰਡਰ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਬੱਚੇ ਦੇ ਸ਼ੁੱਧ ਉਚਾਰਨ ਹੈ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਬੱਚਾ ਉਸ ਨੂੰ ਪੂਰਾ ਕਰ ਸਕਦਾ ਹੈ। ਬੱਚੇ ਦਾ ਉਚਾਰਨ ਸ਼ੁੱਧ ਟੇਪ ਰਿਕਾਰਡਰ ਦੇ ਰਾਹੀਂ ਬਹੁਤ ਵਧੀਆ ਤਰੀਕੇ ਨਾਲ ਹੋ ਸਕਦਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਟੈਲੀਵਿਜ਼ਨ ਕੀ ਹੈ ਕਿ ਟੇਪ ਰਿਕਾਰਡਰ ਹੈ ਜਿਹੜਾ ਉਹ ਇਕੱਲਾ ਸੁਣਨ ਸਾਧਨ ਹੈ, ਉਹ ਇਕੱਲੀ ਸੁਣਨ ਸਹਾਇਕ ਸਮੱਗਰੀ ਹੈ। ਟੈਲੀਵਿਜ਼ਨ ਹੈ ਜਿਹੜਾ ਉਹ ਸੁਣਨ ਅਤੇ ਦੇਖਣ ਦੋਨੋਂ ਸਹਾਇਕ ਸਮੱਗਰੀ ਹੈ। ਬੱਚਾ ਉਹਦੇ ਵਿੱਚ ਜ਼ਿਆਦਾ ਇੰਟਰਸਟ ਲੈਂਦਾ ਹੈ। ਸੋ ਇਹ ਦੋਨਾਂ ਚੀਜ਼ਾਂ ਦੇ ਵਿੱਚ ਹੀ ਹੈ। ਚਲੋ ਖੈਰ ਕੋਈ ਨਹੀਂ, ਇਹਦੇ ਉੱਪਰ ਆਪਾਂ ਵਿਚਾਰ ਕਰਾਂਗੇ ਜਦੋਂ ਕਿਤੇ ਆਪਾਂ ਪ੍ਰਸ਼ਨ ਉੱਤਰ ਵੀ ਕਰਾਂਗੇ, ਉਦੋਂ ਉਹਦੇ 'ਤੇ ਵੀ ਗੱਲ ਕਰਾਂਗੇ। ਫਿਲਹਾਲ ਆਪਾਂ ਕੀ ਹੈ ਕਿ ਸੁਣਨ ਕੌਸ਼ਲ ਦੇ ਵਿੱਚ ਸਹਾਇਕ ਸਮੱਗਰੀ ਦੀ ਗੱਲ ਕਰ ਰਹੇ ਹਾਂ। ਗ੍ਰਾਮੋਫੋਨ, ਟੇਪ ਰਿਕਾਰਡਰ, ਰੇਡੀਓ ਹੈ ਜਿਹੜਾ ਉਹ ਸੁਣਨ ਕੌਸ਼ਲ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ ਜੀ। ਰੇਡੀਓ ਸਭ ਤੋਂ ਮਹੱਤਵਪੂਰਨ, ਦੂਰ ਬੈਠੇ ਜਦੋਂ ਆਪਾਂ ਦੂਰਵਰਤੀ ਜਿਹਨੂੰ ਸਿੱਖਿਆ ਕਹਿ ਦਿੰਦੇ ਹਾਂ, ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਸਾਧਨ ਹੈ ਜਿਹੜਾ ਸੁਣਨ ਕੌਸ਼ਲ ਦੇ ਵਿਕਾਸ ਲਈ, ਉਹ ਸਾਡਾ ਰੇਡੀਓ ਹੀ ਹੈ। ਅੱਜ ਕੱਲ੍ਹ ਤਾਂ ਆਧੁਨਿਕ ਸਿੱਖਿਆ ਦੇ ਵਿੱਚ ਰੇਡੀਓ ਦਾ ਮਹੱਤਵ ਹੈ ਜਿਹੜਾ ਉਹ ਵੱਧਦਾ ਜਾਂਦਾ ਹੈ। ਸਪੈਸ਼ਲ ਪ੍ਰੋਗਰਾਮ ਚੱਲਣ ਲੱਗ ਗਏ ਹੁਣ ਤਾਂ FM ਰੇਡੀਓ ਵਗੈਰਾ 'ਤੇ। ਸਪੈਸ਼ਲ ਪ੍ਰੋਗਰਾਮ ਸਿੱਖਿਆ ਦੇ ਨਾਲ ਸੰਬੰਧਿਤ ਜਿਹੜੀਆਂ ਦਿੱਲੀ ਓਪਨ ਯੂਨੀਵਰਸਿਟੀ ਦੇ ਜਾਂ ਕਿਤੇ ਹੋਰ ਵੀ ਜਿਵੇਂ ਭਾਸ਼ਾ ਸਿੱਖਿਆ ਨਾਲ ਸੰਬੰਧਿਤ ਉਹਨਾਂ ਦੇ ਸਪੈਸ਼ਲ ਪੀਰੀਅਡ ਟਾਈਮ ਨਿਰਧਾਰਿਤ ਕਰ ਦਿੱਤਾ ਬੱਚਿਆਂ ਦੀ ਸੁਵਿਧਾ ਲਈ। ਸੋ ਇਹ ਰੇਡੀਓ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਇੱਕ ਬੜਾ ਇਹਦੀ ਇੰਪੋਰਟੈਂਸ ਹੈ ਜਿਹੜੀ ਉਹ ਵੱਧਦੀ ਜਾ ਰਹੀ ਹੈ। ਸੁਣਨ ਕੌਸ਼ਲ ਦੇ ਵਿੱਚ ਸਭ ਤੋਂ ਮਹੱਤਵਪੂਰਨ ਸਾਡਾ ਰੇਡੀਓ ਹੈ। ਉਸ ਤੋਂ ਬਾਅਦ ਹੈ ਜੀ ਭਾਸ਼ਾ ਪ੍ਰਯੋਗਸ਼ਾਲਾ। ਇਹਦੀ ਆਪਾਂ ਭਾਸ਼ਾ ਵਿਧੀਆਂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਭਾਸ਼ਾ ਪ੍ਰਯੋਗਸ਼ਾਲਾ ਹੈ ਜਿਹੜੀ, ਇਸ ਦੀ ਸਥਾਪਨਾ 1966 ਅਮਰੀਕਾ ਦੇ ਵਿੱਚ ਹੋਈ ਹੈ ਜੀ। ਇਸ ਦੀ ਸਥਾਪਨਾ ਦਾ ਉਦੇਸ਼ ਕੀ ਸੀ ਕਿ ਜਿਹੜੀ ਵਿਅਕਤੀਗਤ ਸਿੱਖਿਆ ਅਤੇ ਸਮੂਹਿਕ ਸਿੱਖਿਆ ਇਹਨਾਂ ਦੋਨਾਂ ਦੇ ਵਿੱਚ ਸੁਮੇਲ ਸੰਬੰਧ ਸਥਾਪਿਤ ਕਰਨ ਲਈ ਭਾਸ਼ਾ ਪ੍ਰਯੋਗਸ਼ਾਲਾ ਦੀ ਵਰਤੋਂ ਕੀਤੀ ਗਈ ਸੀ। ਇਹਦੇ ਵਿੱਚ ਸਾਰੇ ਜਿਹੜੇ ਆਧੁਨਿਕ ਗ੍ਰਾਮੋਫੋਨ, ਲਿੰਗਵਾਫੋਨ, ਟੇਪ ਰਿਕਾਰਡਰ, ਇਹਨਾਂ ਆਧੁਨਿਕ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਭਾਸ਼ਾ ਪ੍ਰਯੋਗਸ਼ਾਲਾ ਦੇ ਵਿੱਚ। ਅਤੇ ਇਹ ਕੀ ਹੈ ਕਿ ਭਾਸ਼ਾ ਪ੍ਰਯੋਗਸ਼ਾਲਾ ਦੇ ਵਿੱਚ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਹੁੰਦਾ ਹੈ। ਕਿਉਂਕਿ ਮੰਨ ਲਓ ਬੱਚਾ ਟੇਪ ਰਿਕਾਰਡਰ ਭਾਸ਼ਾ ਪ੍ਰਯੋਗਸ਼ਾਲਾ ਦੇ ਵਿੱਚ ਜੇਕਰ ਬੱਚਾ ਟੇਪ ਰਿਕਾਰਡਰ ਜਾਂ ਗ੍ਰਾਮੋਫੋਨ ਜਾਂ ਲਿੰਗਵਾਫੋਨ ਦੀ ਵਰਤੋਂ ਕਰ ਰਿਹਾ ਤਾਂ ਉਹ ਕੀ ਹੈ ਆਪਣੇ ਉਚਾਰਨ ਦੇ ਨਾਲ ਨਾਲ ਸੁਣਨ ਕੌਸ਼ਲ ਦਾ ਵਿਕਾਸ ਵੀ ਕਰ ਰਿਹਾ ਹੁੰਦਾ ਹੈ। ਇਸੇ ਪ੍ਰਕਾਰ ਨਾਲ ਹੀ ਲਿੰਗਵਾਫੋਨ ਵੀ ਇੱਕ ਸਹਾਇਕ ਸਮੱਗਰੀ ਹੈ ਜੀ। ਇੱਕ ਹੈ ਜੀ ਖੇਡ ਵਿਧੀ, ਜਿਹਦੀ ਆਪਾਂ ਗੱਲ ਕੀਤੀ ਸੀ ਭਾਸ਼ਾ ਅਧਿਆਪਨ ਦੀਆਂ ਵਿਧੀਆਂ ਦੇ ਵਿੱਚ। ਕਾਲਡਵੇਲ ਕੁੱਕ ਦੀ ਖੇਡ ਵਿਧੀ ਹੈ ਜੀ। ਇਹਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਇਹ ਵਿਧੀ ਹੈ ਜਿਹੜੀ ਬੱਚੇ ਦੇ ਸੁਣਨ ਕੌਸ਼ਲ ਅਤੇ ਉਚਾਰਨ ਲਈ, ਅਤੇ ਨਾਲ ਨਾਲ ਸਭ ਤੋਂ ਵੱਡੀ ਗੱਲ ਆਪਾਂ ਇਹ ਕੀਤੀ ਸੀ ਕਿ ਇਹ ਵਿਧੀ ਹੈ ਜਿਹੜੀ ਉਹ ਬੱਚੇ ਦੀ ਭਾਸ਼ਾ ਸ਼ਬਦਾਵਲੀ ਹੈ ਜਿਹੜੀ ਉਸ ਨੂੰ ਅਮੀਰ ਬਣਾਉਂਦੀ ਹੈ। ਬੱਚੇ ਵੱਧ ਤੋਂ ਵੱਧ ਨਵੇਂ ਸ਼ਬਦ ਬੱਚਾ ਖੇਡ ਵਿਧੀ ਰਾਹੀਂ ਸਿੱਖਦਾ ਹੈ। ਇਹ ਵੀ ਆਪਾਂ ਗੱਲ ਕੀਤੀ ਸੀ ਖੇਡ ਵਿਧੀ ਦੀ। ਸੋ ਇਹ ਹੈ ਜੀ ਸਾਡੀ ਸੁਣਨ ਕੌਸ਼ਲ ਦੇ ਵਿੱਚ ਸਹਾਇਕ ਸਮੱਗਰੀ ਹੈ ਜੀ। ਸੁਣਨ ਕੌਸ਼ਲ ਦੇ ਵਿੱਚ ਕੁਝ ਮਹੱਤਵਪੂਰਨ ਇੰਪੋਰਟੈਂਟ ਗੱਲਾਂ ਵੀ ਹੈ ਜੀ ਧਿਆਨ ਰੱਖਣ ਵਾਲੀਆਂ, ਜਿਵੇਂ ਕਲਾਸ ਦਾ ਵਾਤਾਵਰਣ ਹੋਵੇ, ਸ਼੍ਰੇਣੀ ਦਾ ਵਾਤਾਵਰਣ, ਅੰਦਰ ਜਿਹੜਾ ਕਮਰਾ ਜਿਹੜਾ ਸ਼੍ਰੇਣੀ ਵਾਲਾ ਜਮਾਤ ਵਾਲਾ ਉਹ ਦੇਖੋ ਜੀ ਖੁੱਲ੍ਹਾ ਹੋਵੇ, ਹਵਾਦਾਰ ਹੋਵੇ, ਵਧੀਆ ਪਾਣੀ ਦੀ ਲਾਈਟ ਦੀ ਸਪਲਾਈ ਹੋਵੇ। ਸੋ ਪੂਰਾ ਮਤਲਬ ਪ੍ਰੋਪਰ ਤਰੀਕੇ ਨਾਲ ਵਧੀਆ ਬੈਂਚ ਕੁਰਸੀਆਂ ਬੱਚਿਆਂ ਵਾਸਤੇ ਸੋਹਣਾ ਵੱਡਾ ਸਾਰਾ ਕੁਝ ਐਵਰੀਥਿੰਗ ਓਕੇ ਹੋਵੇ ਬੱਚਿਆਂ ਵਾਸਤੇ, ਬੱਚੇ ਨੂੰ ਕਿਸੇ ਪ੍ਰਕਾਰ ਦੀ ਪ੍ਰੋਬਲਮ ਨਾ ਆਵੇ। ਇਹ ਸ਼੍ਰੇਣੀ ਦੇ ਅੰਦਰ ਦਾ ਵਾਤਾਵਰਣ। ਸ਼੍ਰੇਣੀ ਦੇ ਬਾਹਰ ਦਾ ਵਾਤਾਵਰਣ ਦਾ ਮਤਲਬ ਕਿ ਬਾਹਰ ਕੋਈ ਬਾਹਲਾ ਸ਼ੋਰ ਸ਼ਰਾਬਾ ਨਾ ਹੁੰਦਾ ਹੋਵੇ, ਹੈ ਨਾ। ਜਿਹੜਾ ਸਕੂਲ ਹੈ ਜਿਹੜਾ ਉਸ ਦੀ ਸਿਚੁਏਸ਼ਨ ਵੀ ਨਿਰਭਰ ਕਰਦੀ ਹੈ ਕਿ ਸਕੂਲ ਦੀ ਜਿਹੜੀ ਸਥਿਤੀ ਹੈ ਜਿਹੜੀ ਸਕੂਲ ਦੀ ਕਹਿਣ ਦਾ ਮਤਲਬ ਕਿ ਸਕੂਲ ਕਿਹੜੀ ਚੀਜ਼ ਕਿੱਥੇ ਕਿਹੜੇ ਪਲੇਸ ਹੈ, ਸਕੂਲ ਦਾ ਪਲੇਸ ਕਿੱਥੇ ਹੈ, ਸਕੂਲ ਦੀ ਜਗ੍ਹਾ ਜਿਹੜੀ ਉਹ ਕਿੱਥੇ ਹੈ, ਉਹ ਵੀ ਚੀਜ਼ ਹੈ ਜਿਹੜੀ ਉਹਦੇ ਵਿੱਚ ਵੀ ਦੇਖੋ ਸਾਰੇ ਜਿਹੜੇ ਭਾਸ਼ਾ ਕੌਸ਼ਲ ਹਨ ਉਹਨਾਂ ਦਾ ਵਿਕਾਸ ਸਕੂਲ ਦੀ ਸਥਿਤੀ ਉੱਪਰ ਵੀ ਨਿਰਭਰ ਕਰਦਾ ਕਿਤੇ ਨਾ ਕਿਤੇ। ਸ਼੍ਰੇਣੀ ਦੇ ਬਾਹਰ ਦਾ ਜਿਹੜਾ ਵਾਤਾਵਰਨ ਹੈ ਜਿੰਨਾ ਸ਼ਾਂਤਮਈ, ਜਿੰਨਾ ਹਵਾਦਾਰ, ਜਿੰਨਾ ਵਧੀਆ ਹੋਵੇਗਾ, ਜਿੰਨਾ ਸੋਹਣਾ ਵਾਤਾਵਰਨ ਹੋਵੇਗਾ, ਬੱਚਾ ਓਨੀ ਆਸਾਨੀ ਨਾਲ ਅਤੇ ਵਧੇਰੇ ਰੁਚੀ ਲੈ ਕੇ ਸਿੱਖੇਗਾ। ਉਸ ਤੋਂ ਬਾਅਦ ਹੈ ਜੀ ਗੱਲ ਅਧਿਆਪਕ ਦੀ ਭੂਮਿਕਾ। ਦੇਖੋ ਜੀ ਅਧਿਆਪਕ ਦਾ ਰੋਲ ਬੜਾ ਇੰਪੋਰਟੈਂਟ ਹੈ ਇੱਥੇ। ਅਧਿਆਪਕ ਕੀ ਹੈ ਕਿ ਜਦੋਂ ਸ਼੍ਰੇਣੀ ਦੇ ਵਿੱਚ ਅਧਿਆਪਕ ਨੇ ਕੀ ਹੈ ਕਿ ਇੱਕ ਤਾਂ ਸ਼ੁੱਧ ਭਾਸ਼ਾ ਦੀ ਵਰਤੋਂ ਕਰਨੀ ਹੈ, ਦੂਸਰੇ ਸ਼ਬਦਾਂ ਦੇ ਵਿੱਚ ਉਸੇ ਹੀ ਭਾਸ਼ਾ ਦੇ ਉਸੇ ਰੂਪ ਦੀ ਵਰਤੋਂ ਕਰਨੀ ਹੈ ਜੋ ਬੱਚੇ ਦੀ ਮਾਨਸਿਕਤਾ ਦੇ ਅਨੁਰੂਪ ਹੈ, ਜੋ ਬੱਚੇ ਦੀ ਮਾਨਸਿਕ ਅਵਸਥਾ ਦੇ ਅਨੁਕੂਲ ਚੀਜ਼ ਹੈ। ਅਧਿਆਪਕ ਉਸੇ ਚੀਜ਼ ਨੂੰ ਹੀ ਬੱਚੇ ਨੂੰ ਪੜ੍ਹਾਏਗਾ। ਸੋ ਇਹ ਕੁਝ ਇੰਪੋਰਟੈਂਟ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਜੀ। ਨਾਲ ਨਾਲ ਇਹ ਹੈ ਜੀ ਸਾਡਾ ਸੁਣਨ ਕੌਸ਼ਲ ਦਾ ਵਿਕਾਸ ਭਾਸ਼ਾਈ ਕੌਸ਼ਲਾਂ ਦੇ ਵਿੱਚ। ਸੋ ਅੱਗੇ ਜਿਹੜਾ ਸਾਡਾ ਬੋਲਣ ਕੌਸ਼ਲ ਦਾ ਵਿਕਾਸ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਜੀ ਅਗਲੀ ਜਮਾਤ ਦੇ ਵਿੱਚ। ਰੱਬ ਰਾਖਾ, ਮਿਹਰਬਾਨੀ।